ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਅੱਜ ਤੇ ਆਮ ਤੌਰ ਤੇ ਸਾਡਾ ਹਿਸਟਰੀ ਲੈਕਚਰ ਸੀਰੀਜ਼ ਦਾ ਦੇਣ ਹੁੰਦਾ ਹੈ ਪਰ ਕਿਉਂਕਿ ਲਾਸਟ ਦੇ ਸਾਡਾ ਸਿਟੀ ਐਜ਼ ਇਟ ਵਾਸ ਦੇ ਪ੍ਰੋਗਰਾਮ ਦੇ ਵਿੱਚ ਥੋੜਾ ਇੰਟਰਨੈਟ ਦਾ ਪ੍ਰੋਬਲਮ ਆ ਗਿਆ ਸੀ ਕਾਫੀ ਸਾਰਾ ਲੇਟ ਵੀ ਹੋ ਗਏ ਔਰ ਕੁਝ ਜਿਹੜੇ ਕੁਐਸਚਨ ਆਨਸਰਸ ਹਨ ਕੁਐਸਚਨਸ ਜਿਹੜਾ ਸਾਡਾ ਇੰਟਰੈਕਟਿਵ ਹੁੰਦਾ ਹੈ ਉਹਦੇ ਵਿੱਚ ਥੋੜਾ ਜਿਹਾ ਮਸਲਾ ਆ ਗਿਆ ਕਿ ਸਾਡੇ ਸਕਾਲਰ ਦੇ ਨਾਲ ਇੰਟਰਨੈਟ ਦਾ ਥੋੜਾ ਪ੍ਰੋਬਲਮ ਸੀ ਸੋ ਅੱਜ ਦੇ ਦਿਨ ਅਸੀਂ ਜਿਸ ਤਰ੍ਹਾਂ ਆਪਣਾ ਪੋਸਟ ਵੀ ਕਰ ਦਿੱਤਾ ਸੀ ਆਪਣੇ ਫੇਸਬੁੱਕ ਦੇ ਰਾਹੀਂ ਟਵਿੱਟਰ ਦੇ ਰਾਹੀਂ ਔਰ ਜਿਹੜਾ ਸਾਡਾ WhatsApp ਦੇ ਥਰੂ ਜਾਂ ਜਿੱਦਾਂ ਵੀ ਅਸੀਂ ਦੋਸਤਾਂ ਨੂੰ ਰਾਬਤਾ ਕਰ ਸਕਦੇ ਸਾਂ ਅਸੀਂ ਸਾਰੇ ਦੋਸਤਾਂ ਨੂੰ ਰਾਬਤਾ ਕਰਕੇ ਦੁਬਾਰਾ ਉਹ ਆਪਣਾ ਪੋਸਟਰ ਜਿਹੜਾ ਉਹਨਾਂ ਦੀ ਪੋਸਟ ਸੀ ਉਹ ਸ਼ੇਅਰ ਵੀ ਕਰ ਦਿੱਤੀ ਸੀ ਕਿ ਅੱਜ ਉਹਦਾ ਇੱਕ ਫਾਲੋ ਅਪ ਵੀ ਹੋਏਗਾ ਦੂਜਾ ਨਾਲ ਦੀ ਨਾਲ ਜਿਹੜਾ ਹੈ ਕਿ ਜਿਹੜੇ ਕਾਫੀ ਸਾਰੇ ਦੋਸਤ ਨਹੀਂ ਸਨ ਕੱਲ ਵੇਖ ਸਕੇ ਪ੍ਰੋਗਰਾਮ ਲੇਟ ਹੋ ਗਿਆ ਸੀ ਉਹ ਵੀ ਅੱਜ ਸਾਡੇ ਨਾਲ ਮੌਜੂਦ ਹੋਣਗੇ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਸ਼ੁਰੂ ਕਰਾਂਗੇ ਅੱਜ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਕੱਲ ਸਾਡਾ ਪ੍ਰੋਗਰਾਮ ਸਿਟੀ ਐਜ਼ ਇਟ ਵਾਸ ਦਾ ਸੀ ਮੈਂ ਗੁਜ਼ਾਰਿਸ਼ ਕਰਾਂਗਾ ਜਿਹੜੇ ਦੋਸਤ ਸਾਡੇ ਨਾਲ ਨੇ ਮੁਹੰਮਦ ਸ਼ਫੀਕ ਸਾਹਿਬ ਨੇ ਜਾਂ ਹੋਰ ਜਿਹੜੇ ਬਟ ਚੇਤਨ ਜੀ ਨੇ ਸਾਡੇ ਨਾਲ YouTube ਤੇ ਬੈਠੇ ਹੋਏ ਨੇ ਇਹਨਾਂ ਦੋਸਤਾਂ ਨੂੰ ਮੈਂ ਕਹਾਂਗਾ ਕਿ ਜਦੋਂ ਮੈਂ YouTube ਦਾ ਲਿੰਕ ਸ਼ੇਅਰ ਕੀਤਾ ਪਲੀਜ਼ ਉਹਨੂੰ ਸ਼ੇਅਰ ਕਰ ਦਿਓ ਫੇਸਬੁੱਕ ਨੂੰ ਸ਼ੇਅਰ ਕਰੋ ਤਾਂ ਕਿ ਬਾਕੀ ਦੋਸਤ ਵੀ ਸਾਰੇ ਆ ਜਾਣ ਅੱਜ ਸਾਰੇ ਜਲੰਧਰ ਵਾਲੇ ਲੋਕੀ ਜਿਹੜੇ ਨੇ ਉਹ ਆ ਜਾਣ ਤਾਂ ਕਿ ਅੱਜ ਫਿਰ ਅਸੀਂ ਜਲੰਧਰ ਦੀ ਸੈਰ ਜਿਹੜੀ ਨਾ ਵਾਸੀ ਆਪਣੇ ਬੜੇ ਪਿਆਰੇ ਸਾਡੇ ਪੰਜਾਬੀ ਦਾ ਮਾਣ ਸਾਡੀ ਪੰਜਾਬੀ ਮਾਂ ਬੋਲੀ ਦਾ ਬਹੁਤ ਵੱਡਾ ਨਾਂ ਦੇਸ ਰਾਜ ਕਾਲੀ ਜੀ ਦੇ ਨਾਲ ਅਸੀਂ ਅੱਜ ਆਪਣੇ ਪੁਰਾਣੇ ਸ਼ਹਿਰ ਜਲੰਧਰ ਦੀ ਸੈਰ ਕਰਾਂਗੇ ਸੋ ਜਿਹੜੇ ਦੋਸਤ ਸਾਡੇ ਮੈਂ ਜਦੋਂ ਫੇਸਬੁੱਕ ਤੇ ਲਾਇਆ ਤੇ ਸਾਡੇ ਲੈਲਪੁਰ ਦੇ ਬਹੁਤ ਸਾਰੇ ਦੋਸਤ ਕਿਉਂਕਿ ਲੈਲਪੁਰ ਚ ਬਹੁਤ ਜ਼ਿਆਦਾ ਜਲੰਧਰੀਆਂ ਦੀ ਜਿਹੜੀ ਹੈ ਨਾ ਉਹ ਤਾਦਾਦ ਇੱਥੇ ਰਹਿੰਦੀ ਹੈ ਨੁਸਰਤ ਫਤਿਹ ਅਲੀ ਖਾਨ ਸਾਹਿਬ ਹੁਣ ਹੋਰ ਖਾਨ ਸਾਹਿਬਾਨ ਦੇ ਜਿਹੜੇ ਘਰਾਣੇ ਨੇ ਇੱਥੇ ਸਾਡੇ ਲੈਲਪੁਰ ਦੇ ਵਿੱਚ ਕਵਾਲੀ ਦੇ ਬਹੁਤ ਜ਼ਿਆਦਾ ਘਰਾਣੇ ਜਿਹੜੇ ਨੇ ਉਹ ਜਲੰਧਰ ਤੋਂ ਉੱਠ ਕੇ ਆਏ ਨੇ ਪਿੱਛੋਂ ਸੋ ਅੱਜ ਸਾਡੇ ਨਾਲ ਫਰਹਾਨ ਸਾਦਕ ਵੀ ਹੋਣਗੇ ਸਾਡੇ ਵੇਰਾਂ ਵਾਲੇ ਕਵਾਲਾਂ ਦੇ ਬੱਚੇ ਨੇ ਉਹ ਅੱਜ ਕੱਲ UAE ਚ ਹੁੰਦੇ ਨੇ ਇਸ ਤਰ੍ਹਾਂ ਕਰਕੇ ਸਾਡੇ ਨਾਲ ਬਹੁਤ ਸਾਰੇ ਦੋਸਤ ਅੱਜ ਮੌਜੂਦ ਹੋਣਗੇ ਸੋ ਅੱਜ ਦਾ ਅਸੀਂ ਪ੍ਰੋਗਰਾਮ ਜਿਹੜਾ ਹੈ ਉਹਨੂੰ ਸ਼ੁਰੂ ਕਰਨੇ ਆ ਸਾਡੇ ਨਾਲ ਦੇਸ ਰਾਜ ਕਾਲੀ ਜੀ ਨੇ ਮੈਂ ਹੁਣ ਉਹਨਾਂ ਨੂੰ ਬੇਨਤੀ ਕਰਾਂਗਾ ਦਰਖਾਸਤ ਕਰਾਂਗਾ ਕਿ ਉਹ ਵੀ ਆਣ ਸਾਡੇ ਨਾਲ ਜੀ ਸਰ ਜੀ ਆਇਆਂ ਨੂੰ ਲੈਲਪੁਰ ਜੰਗ ਮਿਹਰਬਾਨੀ ਚਾਹੀਦੀ ਔਰ ਸਾਰੇ ਦੋਸਤਾਂ ਦਾ ਦੋਸਤਾਂ ਦਾ ਮੈਂ ਤਹਿ ਦਿਲੋਂ ਕਿਆ ਤੁਹਾਨੂੰ ਕਵਾਂਗੇ ਮੈਂ ਤਾਂ ਚੁੱਪਦਾ ਹੀ ਹੁੰਦਾ ਇਹਨਾਂ ਲੋਕਾਂ ਦੇ ਸਰ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਸ਼ੁਰੂ ਕਰੋ ਮੇਰੀ ਗੱਲਬਾਤ ਯਾ ਕਾਫੀ ਯਾ ਗੁੱਡ ਯਾ ਉਹ ਕੱਲ ਥੋੜੀ ਜੀ ਸਮੱਸਿਆ ਆਈ ਸਾਨੂੰ ਮੈਂ ਪਤਾ ਨਹੀਂ ਕਰ ਗਿਆ ਸੀ ਤੇ ਕੀ ਹੋ ਗਿਆ ਕਿ ਮੈਂ ਆਪਣੇ ਆਫਿਸ ਨੂੰ ਲੌਕ ਲਾ ਕੇ ਘਰ ਚਲਿਆ ਗਿਆ ਤੇ ਉੱਥੇ ਥੋੜੀ ਜਿਹੀ ਤੰਗੀ ਆਉਂਦੀ ਹੈ ਥੋੜਾ ਜਿਹਾ ਇੰਟਰਨੈਟ ਦੀ ਪ੍ਰੋਬਲਮ ਆਈ ਤੇ ਕੁਝ ਗੱਲਾਂ ਹੋਈਆਂ ਪਰ ਮੈਂ ਜੋ ਗੱਲਾਂ ਕਰਨੀਆਂ ਸੀ ਜੇ ਆਵਾਜ਼ ਨਹੀਂ ਵੀ ਆ ਰਹੀ ਸੀ ਤੇ ਮੈਂ ਆਪਣੀਆਂ ਗੱਲਾਂ ਕਰੀ ਜਾਂਦਾ ਹੈ ਗੁਰੂ ਨਾਨਕ ਦੇਵ ਵੀ ਆਪਣੇ ਆਪ ਨਾਲ ਚਿੰਤਨ ਕਰਦੇ ਹੁੰਦੇ ਸੀ ਮੈਂ ਉਹਨਾਂ ਦਾ ਚੇਲਾ ਕਰਕੇ ਗੱਲਾਂ ਜੋ ਵੀ ਹੈ ਬਟ ਅਗਰ ਮੈਂ ਸਵੇਰੇ ਸੁਣੀਆਂ ਕੁਝ ਗੱਲਾਂ ਵਿੱਚੋਂ ਡਿਸਟਰਬੈਂਸ ਦੇ ਬਾਵਜੂਦ ਵੀ ਕਾਫੀ ਕੁਝ ਕਲੀਅਰ ਹੋ ਜਾਂਦਾ ਤੇ ਉਹ ਮੈਂ ਰਿਪੀਟ ਨਹੀਂ ਕਰਾਂਗਾ ਤਾਂ ਕਿ ਜਿਨ੍ਹਾਂ ਨੇ ਕੱਲ ਸੁਣਿਆ ਤੇ ਉਹ ਫਿਰ ਊਪ ਪੈਦਾ ਹੋ ਜਾਂਦੀ ਪਰ ਤਹਮਲ ਦਿਖਾਇਆ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਦੇ ਇਹਨਾਂ ਕਰਕਿਆਂ ਨੇ ਇਹ ਲੋਕ ਬੜੇ ਮੈਂ ਇਹਨਾਂ ਨੂੰ ਦੁਆਵਾਂ ਵਰਗੇ ਦੋਸਤ ਕਹਿਣਾ ਹੁੰਦਾ ਆ ਕੁਝ ਗੱਲਾਂ ਬਟ ਮੈਂ ਇੱਕ ਛੋਟੀ ਜਿਹੀ ਇੰਟਰੋਡਕਸ਼ਨ ਜਲੰਧਰ ਦੀ ਜਿਹੜੀ ਦੇ ਕੇ ਜਿਹੜੀ ਕੱਲ ਮੈਂ ਕੀਤੀ ਉਹਨੂੰ ਕਨਕਲੂਡ ਕਰ ਦਵਾਂ ਜਾਂ ਉਹਨੂੰ ਛੋਟੀ ਜਿਹੀ ਗੱਲ ਦੇ ਵਿੱਚ ਲਪੇਟਦੇ ਹਾਂ ਤਾਂ ਮੈਂ ਹਿਸਟਰੀ ਬਨਾਮ ਮਿਥ ਦੀ ਇੱਕ ਉਹਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜਲੰਧਰ ਨੂੰ ਮਿਥ ਦੇ ਵਿੱਚੋਂ ਵੀ ਦੇਖਿਆ ਜਾਂਦਾ ਆ ਔਰ ਜਲੰਧਰ ਨੂੰ ਹਿਸਟਰੀ ਦੇ ਵਿੱਚੋਂ ਵੀ ਦੇਖਿਆ ਜਾਂਦਾ ਹੈ ਔਰ ਮੈਂ ਉੱਥੇ ਫਿਰ ਇੱਕ ਇਹਨੂੰ ਕੌਨਸਪੀਰੇਸੀ ਕਿਹਾ ਸੀ ਕਿ ਭਾਈ ਜਲੰਧਰ ਨੂੰ ਹਿਸਟਰੀ ਦੇ ਵਿੱਚੋਂ ਦੇਖਣ ਵਾਲੇ ਲੋਕ ਘੱਟ ਨੇ ਤੇ ਚਾਹੇ ਉਹ ਅੰਗਰੇਜ਼ਾਂ ਦੇ ਵਿੱਚੋਂ ਮੈਂ ਕਨਿੰਗਮ ਹੋਰਾਂ ਦੀ ਵੀ ਉਦਾਹਰਣ ਦਿੱਤੀ ਸੀ ਵੀ ਜੇ ਅਸੀਂ ਆਰਕੋਲੋਜੀਕਲ ਜਾਂ ਇਹ ਸਾਰੀਆਂ ਰਿਸਰਚਾਂ ਜਾਂ ਇਹ ਖੁਦਾਈਆਂ ਜੋ ਹੜੱਪਾ ਮੋਹਨਜੋਦੜੋ ਜੋ ਇਸ ਤਰੀਕੇ ਦੇ ਨਾਲ ਜਲੰਧਰ ਦੇ ਆਲੇ ਦੁਆਲੇ ਪਿੰਡਾਂ 35 ਪਿੰਡਾਂ ਦਾ ਮੈਂ ਕੱਲ ਜ਼ਿਕਰ ਕੀਤਾ ਸੀਗਾ ਜਿੱਥੋਂ ਉਹ ਸਾਰੇ ਅਵਸ਼ੇਸ਼ ਮਿਲੇ ਨੇ ਤਾਂ ਭਾਈ ਉਹਦੇ ਬਾਵਜੂਦ ਵੀ ਤੁਸੀਂ ਜੇ ਇਹ ਕਹਿਣਾ ਹੈ ਕਿ ਜਲੰਧਰ ਰਾਖਸ਼ ਦੇ ਨਾਂ ਤੇ ਹਵਾਲਾ ਤੁਸੀਂ ਪਦਮ ਪੁਰਾਣ ਦਾ ਦੇਣਾ ਆ ਪੌਰਾਣਿਕ ਹਵਾਲੇ ਦੇਣੇ ਆ ਤਾਂ ਮੈਨੂੰ ਕਿਤੇ ਨਾ ਕਿਤੇ ਖਟਕਦੀਆਂ ਸੀਗੀਆਂ ਗੱਲਾਂ ਤੇ ਉਹ ਮੈਂ ਕਨਿਸ਼ਕ ਦੇ ਪੀਰੀਅਡ ਨਾਲ ਜੋੜ ਕੇ ਤੇ ਜਲੰਧਰੀ ਪਾਦ ਮੌਕ ਔਰ ਉਸ ਵੇਲੇ ਜਿਸ ਤਰੀਕੇ ਦੇ ਮੈਂ ਹਿਊਨ ਸਾਂਗ ਦੇ ਹਵਾਲੇ ਦੇ ਨਾਲ ਚੀਨੀ ਯਾਤਰੀ ਭਾਈਜਾਨ ਦੇ ਹਵਾਲੇ ਦੇ ਨਾਲ
ਕਿ ਕਿਸ ਤਰੀਕੇ ਦੇ ਨਾਲ ਅਕਬਰ ਦੇ ਵੇਲੇ ਦੇ ਵਿੱਚ ਇੱਥੇ ਜੇ ਮੋਹਰਾਂ ਬਣਦੀਆਂ ਨੇ ਤਾਂ ਬੁੱਧਿਸਟ ਟੈਂਪਲਾਂ 'ਚ ਬਣਨ ਵਾਲੀਆਂ ਘੰਟੀਆਂ ਵੀ ਜਲੰਧਰ 'ਚ ਬਣਦੀਆਂ ਨੇ। ਔਰ ਜਲੰਧਰ ਬੁੱਧਿਸਟ ਪ੍ਰਚਾਰ ਦਾ, ਪ੍ਰਸਾਰ ਦਾ, ਬੁੱਧਿਸਟ ਕਲੈਕਸ਼ਨਸ ਦਾ, ਬੁੱਧਿਸਟ ਡਿਬੇਟ ਦਾ, ਬੁੱਧਿਸਟਾਂ ਦਾ ਮਤਲਬ ਮੈਂ ਹਿਊਨ ਸਾਂਗ ਦੇ ਹਵਾਲੇ ਦੇ ਨਾਲ ਗੱਲ ਕੀਤੀ ਸੀ ਕਿ ਉਹ ਦੱਸਦਾ ਹੈ ਕਿ ਉਸ ਵੇਲੇ 50 ਦੇ ਕਰੀਬ ਮੋਨੈਸਟਰੀਜ਼ ਦੀਆਂ ਇੱਥੇ ਗੱਲਾਂ ਕਰਦਾ, ਬੁੱਧਿਸਟ ਮੱਠਾਂ ਦੀ ਗੱਲਾਂ ਕਰਦਾ ਆ। ਔਰ 200 ਦੇ ਕਰੀਬ ਬੁੱਧਿਸਟ ਇੰਟੈਲੈਕਚੁਅਲਸ ਜਿਹੜੇ ਵਰਲਡ ਫੇਮਸ ਲੋਕ ਨੇ। ਮੈਂ ਆਰਕੀਟੈਕਚਰ ਡਿਜ਼ਾਈਨਿੰਗ ਦੇ ਵਿੱਚ ਜਲੰਧਰੀ ਪਾਦ ਦੇ ਮੱਠ ਢਾਏ ਜਾ ਕੇ ਬਰਿੰਦਾ ਦਾ ਮੰਦਿਰ ਬਣਾਏ ਜਾਣ ਦੀਆਂ ਗੱਲਾਂ ਵੀ ਕੀਤੀਆਂ ਸੀ ਕਿ ਕਿਸ ਤਰੀਕੇ ਦੇ ਨਾਲ ਆਰਕੀਟੈਕਚਰਲ ਡਿਜ਼ਾਈਨਿੰਗ ਦੇ ਥਰੂ ਹੈਜਮੋਨਿਕ ਕਲਚਰ, ਹੈਜਮੋਨਿਕ ਆਈਡੀਓਲੋਜੀ ਨੂੰ ਕਿਵੇਂ ਲੋਕਾਂ 'ਚ ਆਤਮਸਾਤੀਕਰਨ ਕਰਨਾ ਹੈ, ਉਹ ਸਾਰੀਆਂ ਸਾਰੀਆਂ ਸਾਜ਼ਿਸ਼ਾਂ ਦੀਆਂ ਵੀ ਗੱਲ ਕੀਤੀਆਂ ਸੀ। ਤੇ ਆਪਣੇ ਹਵਾਲਿਆਂ ਦੇ ਨਾਲ ਮੈਂ ਸੁਲਤਾਨਪੁਰ ਲੋਧੀ ਦੀ ਗੱਲ ਵੀ ਕੀਤੀ ਸੀ, ਜਿੱਥੇ ਅਜੇ ਵੀ ਬੁੱਧਿਸਟ ਮੱਠਾਂ ਦੇ ਅਵਸ਼ੇਸ਼ ਜਿਹੜੇ ਹੈਗੇ ਨੇ। ਅਦੀਨਾ ਬੇਗ ਹੋਰਾਂ ਦੀਆਂ ਗੱਲਾਂ ਦੋਸਤਾਂ ਨੇ ਕੱਲ ਦੇ ਮੇਰੇ ਲੈਕਚਰ ਤੋਂ ਬਾਅਦ ਗੱਲਾਂ ਕੀਤੀਆਂ ਸੀਗੀਆਂ। ਅਦੀਨਾ ਬੇਗ ਹੋਰਾਂ ਨੂੰ ਵੀ ਉੱਥੇ ਤੱਕ ਪਹੁੰਚਾਉਣ ਵਾਲੇ ਸੁਲਤਾਨਪੁਰ ਲੋਧੀ ਦੇ ਉਹ ਹਿੰਦੂ ਕਾਰੋਬਾਰੀ ਹੀ ਸੀ ਜਿਨ੍ਹਾਂ ਨੇ ਉਹ ਸਾਰੇ ਟੈਕਸ ਦੇ ਮੈਂ ਉਹਦੀ ਡਿਟੇਲ 'ਚ ਤਾਂ ਨਾ ਸੀ ਗਿਆ ਕਿਉਂਕਿ ਜਲੰਧਰੀਆਂ ਨੇ ਉਹਦਾ ਸਾਥ ਦਿੱਤਾ ਸੀ। ਤੇ ਕਈ ਵਾਰੀ ਮੇਰੀ ਆਪਣੀ ਪੋਲੀਟਿਕਸ ਵੀ ਹੁੰਦੀ ਹੈ ਕਿਸੇ ਵੀ ਰਾਈਟਰ ਦੀ। ਇਹ ਨਹੀਂ ਹੁੰਦਾ ਕਿ ਉਹ ਪੋਲੀਟੀਕਲ ਨਹੀਂ ਹੁੰਦਾ, ਮੈਂ ਵੀ ਪੋਲੀਟੀਕਲ ਹਾਂ। ਤੇ ਕਈ ਵਾਰੀ ਉਹ ਗੱਲਾਂ ਤੇ ਅਸੀਂ ਪਾਸਾ ਪਰੇ ਨੂੰ ਵੀ ਕਰ ਲੈਂਦੇ ਹਾਂ, ਉੱਤੇ ਸਵਾਲ ਵੀ ਹੋ ਸਕਦੇ ਨੇ। ਦੋਸਤਾਂ ਨੇ ਸਵਾਲ ਕੀਤੇ ਵੀ ਕਰਨੇ ਬਣਦੇ ਹੁੰਦੇ ਆ ਸਵਾਲ ਜਵਾਬ। ਡਿਬੇਟ ਸੰਵਾਦ ਜਿਹੜਾ ਹੈ ਉਹ ਬਹੁਤ ਇੱਕ ਲਾਜ਼ਮ ਸ਼ਰਤ ਹੈ। ਤੁਸੀਂ ਜੇ ਕਿਸੇ ਵਿਚਾਰ ਨੂੰ ਖੰਗਾਲਦੇ ਨਹੀਂ ਹੈਗੇ। ਮੈਂ ਤਾਂ ਇੱਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਬਾਬੇ ਦੀ ਪੈਰ 'ਚ ਨੂੰ ਸਿਜਦਾ ਕਰਦਿਆਂ ਵੀ ਕਿਛ ਸੁਣੀਏ ਕਿਛ ਕਹੀਏ। ਬਾਬਾ ਤਾਂ ਸਾਡਾ ਇਹ ਕਹਿੰਦਾ ਹੈ ਪ੍ਰਥਮ ਗੁਰੂ ਪ੍ਰਥਮ ਨਾਨਕ ਕਿ ਪਹਿਲਾਂ ਸੁਣਨਾ ਤੇ ਫੇਰ ਕਹਿਣਾ। ਸੋ ਉਹ ਡਿਬੇਟ ਦੇ ਵਿੱਚੋਂ ਕੁਝ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਸੀਗੀਆਂ, ਮੈਂ ਉਹ 35 ਪਿੰਡਾਂ ਦੇ ਨਾਂ ਵੀ ਕੱਲ ਦੇ ਦਿੱਤੇ, ਤੁਸੀਂ ਕੱਲ ਵਾਲੇ ਲੈਕਚਰ ਤੋਂ ਸੁਣ ਸਕਦੇ ਆ। ਔਰ ਜਿਸ ਤਰੀਕੇ ਦੀ ਜਲੰਧਰ ਦੀ ਅੰਦਰਲੀ ਬਣਤਰ ਸੀ, ਕਿਵੇਂ 12 ਕੋਟ ਸੀਗੇ, 12 ਬਸਤੀਆਂ ਸੀ, 12 ਬਾਗ ਸੀ, 12 ਗੇਟ ਸੀ, ਉਹਨਾਂ ਦੀ ਉਣਤਰ ਬਣਤਰ ਕਿਸ ਤਰੀਕੇ ਦੀ ਸੀ, ਪਠਾਣਾ ਦਾ ਕਿਸ ਤਰੀਕੇ ਦਾ ਰਹਿਣ ਸਹਿਣ, ਬਹਿਣ ਔਰ ਅਮੀਰੀ ਔਰ ਪੜ੍ਹੇ ਲਿਖੇ ਲੋਕ ਔਰ ਭव्य ਇਮਾਰਤਾਂ। ਔਰ ਉਹਨਾਂ ਇਮਾਰਤਾਂ ਦੇ ਵਿੱਚ ਉਹ ਜਿਹੜੀਆਂ ਆਰਕੀਟੈਕਚਰਲ ਡਿਜ਼ਾਈਨਿੰਗ ਦੀਆਂ ਮੈਂ ਗੱਲਾਂ ਕੀਤੀਆਂ ਸੀ। ਇਮਾਮ ਨਾਸਰ ਦੀਆਂ ਗੱਲਾਂ ਕੀਤੀਆਂ ਸੀ, ਇਮਾਮ ਨਾਸਰ ਦੇ ਗੇਟ ਦੀਆਂ ਗੱਲਾਂ ਕੀਤੀਆਂ ਸੀ। 800 ਸਾਲ ਪਹਿਲਾਂ ਬਣਿਆ ਹੋਇਆ ਭव्य ਉਹ ਗੇਟ ਹੈ, ਉਹਦੀ ਡਿਜ਼ਾਈਨਿੰਗ ਦੇਖਣ ਵਾਲੀ ਹੈ। ਮੇਰੇ ਖਿਆਲ ਦੇ ਨਾਲ ਏਸ਼ੀਆ ਦੇ ਵਿੱਚ ਉਹ ਕਿਤੇ ਗਿਣਿਆ ਜਾਂਦਾ ਹੈ ਉਹ ਗੇਟ। ਇਮਾਮ ਨਾਸਰ ਹੋਰਾਂ ਦਾ ਇੱਥੇ ਆਉਣਾ, ਉਹਨਾਂ ਨਾਲ ਜੁੜੀਆਂ ਮਿੱਥਾਂ, ਉਹਨਾਂ ਦੇ ਕੋਲ ਬਾਬਾ ਫਰੀਦ ਜੀ ਦਾ ਆਉਣਾ ਔਰ 40 ਦਿਨ ਚਿਲਾ ਕੱਟਣਾ, ਔਰ ਬਾਬਾ ਫਰੀਦ ਜੀ ਦਾ ਉਸ ਤੋਂ ਬਾਅਦ ਤੇਂਗ ਪਿੰਡ ਦੇ ਵਿੱਚ ਜਾਣਾ, ਬਿਜਲੀ ਵਾਲੀ ਘਟਨਾ, ਉਹ ਸਾਰੀ ਤੇਂਗ ਪਿੰਡ ਦੇ ਨਾਲ ਜੋੜ ਕੇ ਉਹ ਤੇਂਗ ਪਿੰਡ ਜਿਹਨੂੰ ਫਿਰ 1925 ML ਡਾਰਲਿੰਗ ਹੀ ਵਾਸ ਦਾ ਅੰਗਰੇਜ਼ ਆਫਿਸਰ ਸੀ, ਫਾਈਨਾਂਸ ਕਮਿਸ਼ਨਰ ਆਫ ਪੰਜਾਬ ਔਰ ਕੋਆਪਰੇਟਿਵ ਮੂਵਮੈਂਟ ਖੜੀ ਕਰਨ ਵਾਲਾ ਸੀ। ਇੰਡੀਆ ਇਨ ਡੈਪਟ ਅੱਜ ਵੀ ਉਹਦੀ ਕਿਤਾਬ ਕੋਡ ਕੀਤੀ ਜਾਂਦੀ ਹੈ ਜਦੋਂ ਅਸੀਂ ਖੇਤੀਬਾੜੀ ਦੇ ਮਾਮਲਿਆਂ ਦੇ ਵਿੱਚ ਕੁਝ ਗੱਲਾਂ ਕਰਦੇ ਹਾਂ। ਮੈਂ ਅੰਗਰੇਜ਼ ਨੂੰ ਵਡਿਆਉਂਦਾ ਨਹੀਂ, ਪਰ ਉਹਨੇ ਕੰਮ ਚੰਗਾ ਕੀਤਾ ਸੀਗਾ। ਉਸ ਵੇਲੇ ਤੇਂਗ ਦੇ ਵਿੱਚ ਬੇਰੀਆਂ ਦੇ ਬਾਗ ਲਵਾਏ, ਕੋਆਪਰੇਟਿਵ ਮੂਵਮੈਂਟ ਖੜੀ ਕੀਤੀ। ਮੈਂ ਆਪਣੇ ਨਾਨਕੇ ਪਿੰਡ ਦਾ ਜ਼ਿਕਰ ਕੀਤਾ ਸੀਗਾ, ਧੋਗੜੀ ਦਾ। ਧੋਗੜੀ ਦੇ ਨਾਲ ਹੀ ਮਦਾਰਾਂ ਪਿੰਡ ਹੈ। ਤਾਂ ਜਿਸ ਵੇਲੇ ਕੋਆਪਰੇਟਿਵ ਮੂਵਮੈਂਟ ਉਹ ਖੜੀ ਕਰਦਾ ਹੈ 1920-25 ਦੀਆਂ ਗੱਲਾਂ ਮੈਂ ਕਰ ਰਿਹਾ ਤੁਹਾਡੇ ਦੇ ਨਾਲ। ਅੰਗਰੇਜ਼ ML ਡਾਰਲਿੰਗ ਫਾਈਨਾਂਸ ਕਮਿਸ਼ਨਰ ਪੰਜਾਬ ਦੀਆਂ। ਤਾਂ ਮਦਾਰਾਂ ਦੇ ਵਿੱਚ ਫਿਰ ਕੋਆਪਰੇਟਿਵ ਬੈਂਕ ਦਾ ਨੀਂਹ ਪੱਥਰ ਰੱਖਿਆ ਜਾਂਦਾ। ਇੱਕ ਬਹੁਤ ਹੀ ਗਜਬ ਦੀ ਇਮਾਰਤ ਜਿਹੜੀ ਹੈ ਸਾਡੇ ਜਲੰਧਰ 'ਚ ਡੋਲਫਿਨ ਹੋਟਲ ਹੈ, ਉਹਨਾਂ ਦੇ ਮਾਲਕਾਂ ਨੇ ਉਹ ਹੁਣ ਖਰੀਦ ਲਈ ਹੈ। ਉਹ ਬੈਂਕ ਦੇ ਤੌਰ ਤੇ ਨਹੀਂ ਇਸਤੇਮਾਲ ਹੁੰਦੀ, ਉਹ ਕੋਠੀ ਵਾਂਗ ਉਹਨੂੰ ਇਸਤੇਮਾਲ। ਬਟ ML ਡਾਰਲਿੰਗ ਦਾ ਬੋਰਡ ਉੱਥੇ ਲੱਗਾ ਹੋਇਆ। ਉਹ ਕੋਆਪਰੇਟਿਵ ਮੂਵਮੈਂਟ ਨੂੰ ਮੈਂ ਯਾਦ ਮੈਨੂੰ ਹੁਣ ਆ ਗਈ ਤੁਹਾਡੇ ਨਾਲ ਗੱਲਾਂ ਕਰਦਿਆਂ ਕਿ ਅਲਾਵਲਪੁਰ ਫਿਰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਿਆਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ। ਸੰਘਵਾਲ ਪਿੰਡ ਉਸੇ ਬਿਲਕੁਲ ਬੱਖੀ ਤੇ ਵਸਿਆ ਹੋਇਆ ਹੈ। ਜਿਸ ਵੇਲੇ ਗਦਰ 1913 14 15 17 ਦੀ ਲੜਾਈ ਜਿਹੜੀ ਗਦਰਾਈਟਸ ਆਏ ਨੇ, ਬਾਬਾ ਬੰਤਾ ਸਿੰਘ ਸੰਘਵਾਲ ਉਹਨਾਂ ਦੀ ਯਾਦ ਦੇ ਵਿੱਚ ਪਠਾਨਕੋਟ ਚੌਕ ਜਿਹੜਾ ਹੈ ਉੱਥੇ ਉਹਨਾਂ ਦਾ ਬੁੱਤ ਲੱਗਾ ਹੋਇਆ ਹੈ। ਸੰਘਵਾਲ ਪਿੰਡ ਹੈ ਔਰ ਉਹ ਪਿੰਡ ਆਪਣੀ ਪੰਚਾਇਤ ਬਣਾਉਂਦਾ ਹੈ। ਪੰਚਾਇਤ ਇਹ ਫੈਸਲਾ ਕਰਦੀ ਹੈ ਕਿ ਅਸੀਂ ਕੋਈ ਵੀ ਫੈਸਲਾ ਅੰਗਰੇਜ਼ ਦੀ ਕੋਰਟ ਕਚਹਿਰੀ ਥਾਣੇ ਨਹੀਂ ਲੈ ਕੇ ਜਾਣਾ।
ਔਰ ਉਹ ਰੈਵੋਲੂਸ਼ਨਰੀ ਪਿੰਡ ਵੀ ਉਹ ਉਹਨਾਂ ਪਿੰਡਾਂ ਦੇ ਨਾਲ ਹੀ ਲੱਗਦਾ ਆ। ਮਾਸਟਰ ਮੋਤਾ ਸਿੰਘ ਹੋਰਾਂ ਦਾ ਪਿੰਡ, ਬੱਬਰ ਅਕਾਲੀਆਂ ਦੇ ਪਿੰਡ, ਪਰਲੇ ਬੰਨੇ ਨੂੰ ਹੋਰ ਬਹੁਤ ਸਾਰੀ ਐਸੀ ਹਿਸਟਰੀ ਜਿਹੜੀ ਦੇਸ਼ ਭਗਤ ਆਜ਼ਾਦੀ ਸੰਗਰਾਮ ਨਾਲ ਜੁੜੀ ਹੋਈ ਹਿਸਟਰੀ ਇਹਨਾਂ ਪਿੰਡਾਂ ਦੀ ਹੈ। ਪਰ ਇਹਨੂੰ ਉਹ ਫਿਰ ਨਵਾਂ ਸ਼ਹਿਰ ਤੱਕ ਬੱਖੀ ਲੱਗ ਜਾਂਦੀ ਆ, ਜਿੱਥੇ ਬੱਬਰ ਅਕਾਲੀ ਜਿਹੜੇ ਆ ਮੈਂ ਮਾਸਟਰ ਮੋਤਾ ਸਿੰਘ ਹੋਰਾਂ ਦੀ ਗੱਲ ਕਰ ਰਿਹਾ ਹਾਂ। ਬਿਲਕੁਲ ਮੇਰੇ ਨਾਨਕਿਆਂ ਦੇ ਪਰਲੇ ਬੰਨੇ ਜੰਡੂ ਸਿੰਘੇ ਦੀ ਬੈਕ ਸਾਈਡ ਦੇ ਉੱਤੇ ਉਹ ਫਿਰ ਜੌਲ ਬਲੇਨੇ ਦੇ ਲਾਗੇ ਦੀਆਂ ਗੱਲਾਂ ਚੱਲ ਜਾਂਦੀਆਂ ਨੇ। ਔਰ ਜੌਲ ਬਲੇਨੇ ਦੀ ਗੱਲ ਆਉਂਦੀ ਹੈ ਤੇ ਫਿਰ ਕਿਵੇਂ ਨਿਰਮਲੇ ਸੰਤਾਂ ਦੇ ਡੇਰੇ ਦੀ ਗੱਲ ਆਵੇਗੀ, ਔਰ ਨਿਰਮਲੇ ਸੰਤਾਂ ਦਾ ਵਰਚਸਵ ਸਿੱਖੀ ਦੇ ਵਿੱਚ ਪ੍ਰਭਾਵ, ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਉਦਾਸੀਆਂ ਦਾ। ਜੇ ਮੈਂ ਪਰਲੇ ਬੰਨੇ ਨਹੀਂ ਜਾਂਦਾ ਤਾਂ ਨਿਰਮਲੇ, ਤੇ ਉਰਲੇ ਬੰਨੇ ਨਹੀਂ ਜਾਂਦਾ ਤਾਂ ਉਦਾਸੀ। ਡੇਰਾ ਬੱਲਾ ਜਿਹੜਾ ਹੈ ਸ਼੍ਰੀ ਚੰਦ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਹੋਰਾਂ ਦੇ ਅਖਾੜੇ ਦੇ ਨਾਲ ਜੁੜਿਆ ਹੋਇਆ। ਫਿਰ ਉਦਾਸੀਆਂ ਦੀ ਸਿੱਖ ਪਰੰਪਰਾ ਨੂੰ, ਗੁਰਬਾਣੀ ਪਰੰਪਰਾ ਨੂੰ, ਜਾਂ ਆਪਾਂ ਕਹੀਏ ਸਾਡੀ ਸੋਸ਼ੋ ਕਲਚਰਲ ਰਿਲੀਜੀਅਸ ਸਾਡੀਆਂ ਮਨੌਤਾਂ ਨੂੰ ਜਿਹੜੀ ਕੰਟਰੀਬਿਊਸ਼ਨ ਆ ਉਹ ਸਾਰੀ ਦੀ ਸਾਰੀ ਚੇਤੇ ਆ ਜਾਂਦੀ ਹੈ। ਤੇ ਜਲੰਧਰ ਨੂੰ ਇਸ ਤਰੀਕੇ ਦੇ ਨਾਲ ਮੈਂ ਮੋਟੀ ਨਜ਼ਰ ਜਿਹੜੀ ਆ ਉਹ ਦੇਖਦਾ ਹਾਂ। ਤਾਂ ਬਹਰਹਾਲ ਮੇਰੇ ਮਨ 'ਚ ਸੀ ਇਹ ਕਿ ਮੈਂ ਉਹ ਗੱਲਾਂ ਰਿਪੀਟ ਨਾ ਕਰਾਂ। ਹਜੇ ਵੀ ਮੈਂ ਰਿਪੀਟ ਨਹੀਂ ਕੀਤੀਆਂ ਜਿਹੜੀਆਂ ਅੱਜ ਗੱਲਾਂ ਕੀਤੀਆਂ ਨੇ। ਉਹ ਮੈਂ ਨਵੇਂ ਸਿਰੇ ਤੋਂ ਵਿਉਂਤ ਜਿਹੜੀ ਮੇਰੀ ਬਣ ਗਈ ਜਾਂ ਮੇਰੇ ਮਨ ਦੇ ਵਿੱਚ ਆ ਗਈ ਉਹ ਜਲੰਧਰ ਨਾਲ ਤੁਹਾਨੂੰ ਜੋੜਨ ਵਾਸਤੇ। ਜਲੰਧਰ ਦੇ ਅਸੀਂ ਮੈਂ ਗੱਲ ਅੱਜ ਪਾਈ ਦੀ ਸੀ ਪੋਸਟ, ਤੌਹੀਦ ਹੋਰਾਂ ਦੀ ਪੋਸਟ ਸਾਂਝੀ ਕਰਦੇ ਆ ਕਿ ਭਾਈ ਅੱਖਾਂ ਮੇਰੀਆਂ ਹੋਣਗੀਆਂ ਜਲੰਧਰ ਨੂੰ ਦੇਖਣ ਲਈ, ਪੈਰ ਤੁਹਾਡੇ ਹੋਣਗੇ ਤੇ ਫਿਰ ਮੈਂ ਰਾਈਟਰ ਵੀ ਹਾਂ ਭਰਾਵੋ। ਅੱਜ ਮੈਂ ਥੋੜੀ ਜਿਹੀ ਰਾਈਟਿੰਗ ਲਾਈਨ ਤੋਂ ਵੀ ਥੋੜੀ ਜਿਹੀ ਤੁਹਾਡੇ ਨਾਲ ਸਾਂਝ ਗੱਲ ਕਰਾਂਗਾ, ਕਿਉਂਕਿ ਬਟਵਾਰੇ ਦੇ ਵੇਲੇ ਦੇ ਉੱਤੇ ਜਦੋਂ ਅਸੀਂ ਚਿੰਤਨ ਮੰਥਨ ਦੀਆਂ ਗੱਲਾਂ ਕਰਦੇ ਹਾਂ, ਜਦੋਂ ਵੱਢ ਵਢਾਂਗੇ ਦੀਆਂ ਗੱਲਾਂ ਕਰਦੇ ਹਾਂ, ਜਦੋਂ ਲੋਕਾਂ ਦੀ ਸੋਸ਼ਲ ਸਾਈਕੋਲੋਜੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਹਿੰਦੂ ਤੇ ਮੁਸਲਿਮ ਵਾਂਗ ਸੋਚਣਾ ਸ਼ੁਰੂ ਕਰ ਦਿੱਤਾ ਸੀਗਾ, ਤਾਂ ਉਹ ਅੱਜ ਤੱਕ ਵੀ ਉਸ ਤਰੀਕੇ ਦੀ ਸਾਈਕੋਲੋਜੀ ਚੱਲੀ ਆਉਂਦੀ ਹੈ। ਪੰਜ ਟੂ ਨੋ ਦਿਸ ਰਿਐਲਿਟੀ ਐਟ ਆਲ, ਅਸੀਂ ਤੋਂ ਭੱਜ ਨਹੀਂ ਸਕਦੇ ਇਸ ਸਾਰੀ ਗੱਲ ਤੋਂ। ਤਾਂ ਉਹ ਗੱਲਾਂ ਵੀ ਮੈਂ ਕਰਾਂਗਾ ਕਿ ਕਿਸ ਤਰੀਕੇ ਦੇ ਨਾਲ ਸੋਚਦੇ ਸੀ ਜਾਂ ਸੋਚਦੇ ਹਨ ਜਾਂ ਹੋਇਆ ਵਾਪਰਿਆ, ਉਹਦੇ ਬਾਰੇ ਲੋਕਾਂ ਦੇ ਨਿਚੋੜ ਕੀ ਹਨ। ਮੇਰੇ ਨੋਵਲ ਦੇ ਇੱਕ ਕਰੈਕਟਰ ਵਜੋਂ ਮੈਂ ਤੁਹਾਡੇ ਨਾਲ ਉਹ ਕਰੈਕਟਰ ਜਲੰਧਰ ਦਾ ਉਹ ਕਰੈਕਟਰ ਸਾਂਝਾ ਕਰਾਂਗਾ। ਇੱਕ ਇੰਟਲੈਕਚੁਅਲ ਬੁੱਢਾ, ਇੱਕ ਇੰਟਲੈਕਚੁਅਲ ਬਜ਼ੁਰਗ ਜਿਹੜਾ ਉਸ ਬਾਰੇ ਆਪਣੀਆਂ ਟਿੱਪਣੀ ਕਰਦਾ ਹੈ। ਸੋ ਇਹ ਸਾਰਾ ਮੋਟਾ ਮੋਟਾ ਸੀ। ਪਰ ਜਿਹੜੇ ਕੁਛ ਕੱਲ ਦੀ ਗੱਲਬਾਤ ਤੋਂ ਬਾਅਦ, ਚਾਹੇ ਉਹ ਆਵਾਜ਼ ਥੋੜੀ ਡਿਸਟਰਬੈਂਸ ਵੀ ਸੀ, ਸਾਨੂੰ ਥੋੜਾ ਅਫਸੋਸ ਵੀ ਲੱਗ ਰਿਹਾ ਸੀ, ਤਾਂ ਕੁਝ ਸਵਾਲ ਪੈਦਾ ਹੋਏ ਔਰ ਕੁਝ ਟਿੱਪਣੀਆਂ ਸੋਹਲ ਸਾਹਿਬ ਹੋਰੀ, ਐਨ ਤੱਕ ਹੋਰੀ, ਮੇਰੇ ਵੱਡੇ ਭਰਾ ਤੇ ਹੋਰ ਬਹੁਤ ਸਾਰੇ ਇੰਟਲੈਕਚੁਅਲ ਲੋਕ ਜਿਹੜੇ ਸੀਗੇ, ਮੈਂ ਉਹਨਾਂ ਦੇ ਨਾਮ ਵੀ ਲਵਾਂਗਾ। ਕੁਛ ਲੋਕ ਜਲੰਧਰ ਤੋਂ ਵੀ ਜੁੜੇ ਹੋਏ ਸੀਗੇ। ਪਰ ਮੈਨੂੰ ਖੁਸ਼ੀ ਹੋਈ, ਸਾਡੇ ਬਹੁਤ ਹੀ ਸੰਵੇਦਨਸ਼ੀਲ ਔਰ ਮੁਲਾਇਮ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਮੇਰੇ ਵੱਡੇ ਭਾਈ ਨੇ, ਗੁਰਤੇਜ ਕੁਹਾਰ ਵਾਲਾ ਹੋਰੀ, ਬੜੇ ਅੱਛੇ ਸ਼ਾਇਰ ਨੇ, ਪ੍ਰੋਫੈਸਰ ਨੇ। ਉਹ ਬੜੀ ਨੀਚ ਵਾਲੇ ਲੋਕ ਨੇ, ਬੜੇ ਸੌਫਟ ਸਪੋਕਨ। ਮੈਂ ਇਹ ਕਹਿੰਦਾ ਹੁੰਦਾ ਇਹ ਲੋਕ, ਇਹ ਬਾਬੇ ਲੋਕ ਨੇ। ਬਾਬੇ ਲੋਕ ਮਤਲਬ ਇਹ ਅੱਛੇ ਲੋਕ ਨੇ, ਤੇ ਅਸੀਂ ਮਲੰਗ ਲੋਕ ਹਾਂ। ਮਲੰਗ ਦਾ ਮਤਲਬ ਪਤਾ ਨਹੀਂ, ਕਿਸੇ ਨੂੰ ਗਾਲੋ ਵਾਲੀ ਵੀ ਕਰ ਦੇਈਦਾ, ਕਈ ਬਦਤਮੀਜੀ ਵੀ ਕਰ ਦੇਈਦੀ ਆ, ਉਹ ਮਲੰਗ ਹੁੰਦੇ ਨੇ। ਮਾੜੇ ਉਹ ਵੀ ਨਹੀਂ ਹੁੰਦੇ, ਗੁੱਸਾ ਨਾ ਕਰਿਓ। ਸੋ ਉਹ ਮਲੰਗਾਂ ਵੱਲੋਂ ਵਾਲੀਆਂ ਗੱਲਾਂ। ਪਰ ਉਹ ਮੈਂ ਬਾਬੇ ਲੋਕ ਵੀ ਮੈਨੂੰ ਸੁਣ ਰਹੇ ਔਰ ਕਮੈਂਟ ਕਰ ਰਹੇ ਸੀ ਕਿ ਯਾਰ ਕਾਲੀ ਨੇ ਇਹ ਬੜਾ ਅੱਛਾ ਉਹਦੀ ਰਿਸਰਚ ਦੇ ਨਾਲ ਗੱਲਾਂ, ਤੇ ਮੈਨੂੰ ਬੜੀ ਖੁਸ਼ੀ ਹੋਈ। ਐਨ ਸੌਖ ਹੋ ਰਹੀ, ਉਹ ਮੇਰੇ ਵਰਗੇ ਮਲੰਗੀ ਆ, ਮੈਨੂੰ ਪਤਾ ਵੱਡੇ ਭਾਈ ਆ। ਤਾਂ ਉਹ ਕੁਛ ਉਹ ਉਸ ਲੋ ਦੇ ਵਿੱਚ, ਨੈਨ ਸਖੋਰਾਂ ਜੀ ਦੇ ਕਮੈਂਟਸ ਦੇ ਲੋ, ਸੋਹਲ ਸਾਹਿਬ ਦੇ ਕਮੈਂਟਸ ਦੇ ਲੋ ਦੇ ਵਿੱਚ, ਤੁਹਾਡੇ ਲੋਕਾਂ ਦੇ ਜਿਨ੍ਹਾਂ ਨੇ ਉਹ ਸੁਣਿਆ, ਉਹ ਗੁਰਸ਼ਮਸ਼ੀਰ, ਮੈਂ ਸ਼ਾਇਦ ਨਾਂ ਸਹੀ ਲੈ ਰਿਹਾ, ਸ਼ਮਸ਼ੀਰ ਠੀਕ ਹੈ। ਫਿਰ ਉਹ ਨੌਜਵਾਨ ਸੀ ਮੇਰੇ ਦੋਸਤ, ਉਹਨਾਂ ਨੇ ਉਹ ਇੱਕ ਤਾਰਾ ਵੱਜਦਾ ਵੇ ਵਾਲੀ ਦੀ ਗੱਲ ਕੀਤੀ, ਤੇ ਕੁਛ ਉਹ ਉਹਨਾਂ ਦੀਆਂ ਕੁਛ ਸੀਗੀਆਂ, ਕੁਛ ਪੁੱਛਾਂ ਸੀਗੀਆਂ, ਕੁਛ ਦੱਸਾਂ ਸੀਗੀਆਂ। ਜਾਂ ਬਾਬਾ ਜੀ ਬਹੁਤ ਅੱਛੇ, ਉਹਨਾਂ ਦੀ ਲੋ ਬੜੀ ਵਧੀਆ, ਉਹਨਾਂ ਦੇ ਤੇ ਲਾਈਟ ਹੈਗੀ ਸੀ ਉਹਨਾਂ ਦੇ ਪਿੱਛੇ ਵੀ ਇੱਕ, ਜਿਹਨੂੰ ਮੈਗਨੈਟਿਕ ਡਾਇਨਾਮਿਕ ਫੀਲਡ ਦੇ ਤੌਰ ਤੇ ਮੈਂ ਦੇਖ ਰਿਹਾ ਸੀ, ਉਹਨਾਂ ਦੇ ਪਿੱਛੇ ਜਿਹੜੀ ਜੋਤ ਜਗ ਰਹੀ ਸੀ। ਉਹਨਾਂ ਦਾ ਆਵਾ ਮੰਡਲ ਜਿਹੜਾ ਸੀਗਾ, ਉਹਨਾਂ ਦੀ ਕਮੈਂਟਸ ਦੇ ਵਿੱਚੋਂ ਕੁਛ ਦੋਸਤਾਂ ਨੇ ਡੀ ਕੁਸੰਬੀ ਹੋਰਾਂ ਦੇ ਹਵਾਲੇ ਦੇ ਨਾਲ ਜਲੰਧਰ ਦੇ ਵਿੱਚ ਬੁੱਧਿਸਟ ਯੂਨੀਵਰਸਿਟੀਆਂ ਦੀਆਂ ਗੱਲਾਂ ਵੀ ਕੀਤੀਆਂ ਨੇ। ਮੈਂ ਉਹ ਵੀ ਖੰਗਾਲਿਆ ਵੀ, ਜਾਂ ਪਹਿਲਾਂ ਖੰਗਾਲਿਆ ਹੋਇਆ ਸੀਗਾ, ਜਾਂ ਜਲੰਧਰ ਨਾਲ ਜਿਸ ਤਰੀਕੇ ਦਾ ਮੈਂ
ਜੁੜਿਆ ਹੋਇਆ ਆ, ਉਹ ਗੱਲਾਂ ਉਹਨਾਂ ਦੀ ਉਹ ਸਾਰੀਆਂ ਲੋਅ ਨੇ ਮੇਰੇ ਖਾਤਰ। ਤੇ ਉਹ ਤੁਹਾਡਾ ਫਿਰ ਮੈਂ ਦੀਵਾ ਲੈ ਕੇ ਜਲੰਧਰ ਨੂੰ ਵੀ ਦੇਖਿਆ, ਅੱਜ ਮੈਂ 2-4 ਘੰਟੇ ਲਾਏ ਤੁਹਾਡੀ ਉਸ ਲੋਅ ਦੇ ਵਿੱਚ ਮੈਂ ਜਲੰਧਰ ਨੂੰ। ਤਾਂ ਮੈਂ ਉਹ ਕੁਛ ਨੋਟਸ ਲਏ ਸੀਗੇ ਜਿਹਦੇ ਹਾਂ ਇੱਕ ਸੌਰੀ ਮੈਂ ਉਹ ਨਾਂ ਲਿਖਣਾ ਭੁੱਲ ਗਿਆ, ਬੜਾ ਉਹਨਾਂ ਦਾ ਬੜਾ ਅਹਿਮ ਸਵਾਲ ਸੀ ਤੇ ਮੇਰੇ ਮਨ ਦੇ ਵਿੱਚ ਆਇਆ ਮੈਂ ਇੱਥੋਂ ਆਪਣੀ ਗੱਲਬਾਤ ਅੱਜ ਸ਼ੁਰੂ ਕਰਾਂਗਾ। ਕਿਉਂਕਿ ਮੈਥੀਕਲ ਜਦੋਂ ਕਰੈਕਟਰ ਮੈਂ ਪਦਮ ਪੁਰਾਣ ਦੀ ਗੱਲ ਜਾਂ ਪੌਰਾਣਿਕ ਸਾਹਿਤ ਦੀ ਗੱਲ ਕਰਦਾ ਜਾਂ ਮਿੱਥ ਨਾਲ ਜੋੜਨ ਦੀ ਜਲੰਧਰ ਦੀ ਗੱਲ ਕਰਦਾ ਹਾਂ, ਤਾਂ ਉਹਦੇ ਵਿੱਚ ਕਿਹਾ ਜਾਂਦਾ ਕਿ ਜਲੰਧਰ ਨੂੰ ਜਿਹੜਾ ਭਗਵਾਨ ਰਾਮ ਜਿਹੜੇ ਨੇ ਉਹਨਾਂ ਦੇ ਬੇਟੇ ਲਵ ਦੇ ਨਾਂ ਨਾਲ ਜੋੜਿਆ ਜਾਂਦਾ ਕਿ ਉਹਨਾਂ ਦਾ ਵਰਸਾਇਆ ਜਿਹੜਾ ਹੈ ਉਹ ਜਲੰਧਰ ਪੂਰਾ ਸ਼ਹਿਰ ਕਹਿ ਲਓ, ਜੋ ਵੀ ਉਹਨੂੰ ਕਹਿਣਾ, ਉਸ ਵੇਲੇ ਤਾਂ ਸ਼ਹਿਰ ਨਹੀਂ ਸੀ, ਉਸ ਵੇਲੇ ਤਾਂ ਰਾਜਧਾਨੀਆਂ ਰਾਜਿਆਂ ਦੀਆਂ ਗੱਲਾਂ ਹੁੰਦੀਆਂ ਸੀ। ਬੜਾ ਵੱਡਾ ਸੈਂਟਰ ਸੀਗਾ ਮੁਲਤਾਨ, ਲਾਹੌਰ, ਜਲੰਧਰ, ਬੜੇ ਵੱਡੇ ਸੈਂਟਰ ਰਹੇ ਆ, ਅਸੀਂ ਸਾਰੇ ਜਾਣਦੇ ਹਾਂ, ਸਾਰੇ ਜਾਗਦੇ ਲੋਕ ਬੈਠੇ ਆ। ਤਾਂ ਉਹਨਾਂ ਨੇ ਮਹਾਰਿਸ਼ੀ ਭਗਵਾਨ ਵਾਲਮੀਕੀ ਦੀ ਰਾਮਾਇਣ ਦੀ ਗੱਲ ਦਾ ਸਵਾਲ ਇੱਕ ਪੈਦਾ ਕੀਤਾ ਸੀ। ਮੈਂ ਉਹਦੇ ਬਾਰੇ ਕੀ ਸੋਚਦਾ ਆ, ਮੈਂ ਉਹਨੂੰ ਜਲੰਧਰ ਦੇ ਹਵਾਲੇ ਨਾਲ ਜੋੜਨਾ ਚਾਹੁੰਦਾ, ਤੁਹਾਨੂੰ ਇੰਟਰਸਟਿੰਗ ਗੱਲ ਦੱਸਾਂਗਾ। ਔਰ ਉਹ ਦੱਸਾਂਗਾ ਜਿਹੜੀ ਹਿਸਟੋਰੀਅਨਸ ਨੇ ਨਹੀਂ ਦੇਖਣੀ, ਅਸੀਂ ਤਾਂ ਹਿਸਟੋਰੀਅਨ ਨਹੀਂ ਨਾ ਹੈਗੇ, ਇਹ ਤਾਂ ਧੱਕੇ ਨਾਲ ਤੌਹੀਦ ਹੋ ਰਹੀ, ਸਾਨੂੰ ਜੰਗ ਵੀ ਕਹੀ ਜਾਂਦੇ ਨੇ, ਹਿਸਟੋਰੀਅਨ ਵੀ ਕਹੀ ਜਾਂਦੇ ਨੇ, ਤੇ ਆਪਾਂ ਮੰਨੀ ਵੀ ਜਾਂਦੇ ਹਾਂ ਯਾਰ ਕਿ ਕੋਈ ਕਹਿਣ ਡਿਆ ਸਿਆਣਾ ਬੰਦਾ। ਤੇ ਭਗਵਾਨ ਵਾਲਮੀਕੀ ਦੀ ਰਾਮਾਇਣ ਨੂੰ ਜਦੋਂ ਮੈਂ ਦੇਖਦਾ, ਮੈਂ ਬਹੁਤ ਗਹਿਨ ਅਧਿਐਨ ਕੀਤਾ ਹੋਇਆ ਫਿਲਾਸਫੀ ਦਾ, ਇੰਡੀਅਨ ਫਿਲਾਸਫੀ ਦਾ, ਪੌਰਾਣਿਕ ਸਾਹਿਤ ਦਾ, ਵੈਦਿਕ ਸਾਹਿਤ ਦਾ, ਉਪਨਿਸ਼ਦਾਂ ਦਾ। ਮੈਂ 10ਵੀਂ ਦੇ ਵਿੱਚ ਹੀ ਉਪਨਿਸ਼ਦ ਪੜ੍ਹਨੇ ਸ਼ੁਰੂ ਕਰਤੇ। ਮੈਂ ਬਹੁਤ ਸਿਆਣਾ ਬੰਦਾ ਨਹੀਂ, ਇਹ ਦੱਸਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਬਟ ਮੇਰੇ ਮਾਮਾ ਜੀ, ਹੁਣ ਤੁਸੀਂ ਦੇਖੋ ਧੋਗੜੀ ਦੇ ਵਿੱਚ ਕੀ ਪੈਦਾ ਹੋ ਰਿਹਾ। ਮੇਰੇ ਮਾਮਾ ਜੀ ਲਾਲਾ ਅਮਰਨਾਥ ਜਲਾਏ ਨੇ, ਬੁਣਕਰ ਨੇ, ਪਰ ਉਹਨਾਂ ਨੇ ਸੰਸਕ੍ਰਿਤ ਕਿੱਥੋਂ ਸਿੱਖ ਲਈ, ਉਹਨਾਂ ਨੇ ਹਿੰਦੀ ਕਿੱਥੋਂ ਸਿੱਖ ਲਈ, ਤੇ ਉਹ ਗੀਤਾ ਪ੍ਰੈਸ ਗੋਰਖਪੁਰ ਨਾਲ ਕਦੋਂ ਦੇ ਜੁੜ ਗਏ, ਕਿ ਉਹਨਾਂ ਕੋਲ ਕਲਿਆਣ ਦੇ ਅੰਕ ਕਿੱਦਾਂ ਸ਼ੁਰੂ ਹੋ ਗਏ, ਬ੍ਰਹਿਤ ਆਰਣ్యਕ ਉਪਨਿਸ਼ਦ ਉਹਨਾਂ ਕੋਲ ਕਿੱਦਾਂ ਆ ਗਿਆ, ਕੱਠ ਉਪਨਿਸ਼ਦ ਉਹਨਾਂ ਕੋਲ ਕਿੱਦਾਂ ਆ ਗਿਆ, ਉਹ ਰਾਮਾਇਣ ਮਹਾਭਾਰਤ ਦਾ ਜਦੋਂ ਮਤਾਲਿਆ ਕਰਦੇ ਸੀਗੇ ਤਾਂ ਉਹ ਉਹਨਾਂ ਕੋਲ ਕਿੱਦਾਂ ਆ ਗਿਆ। ਮੈਂ ਪਿਛਲੀ ਆਪਣੀ ਨਾਥਾਂ ਵਾਲੀ ਗੱਲਬਾਤ ਦੇ ਵਿੱਚ ਕਿਹਾ ਸੀਗਾ ਕਿ ਮੇਰੇ ਚਾਚਾ ਜੀ ਦੇ ਗੁਰੂ ਲੌਕਾ ਦਾਸ ਜੀ ਨਾਥ ਪਰੰਪਰਾ ਚੋਂ ਆਉਂਦੇ ਸੀਗੇ, ਔਰ ਜਦੋਂ ਉਹ ਮਤਾਲਿਆ ਕਰਦੇ ਸੀ ਇਹਨਾਂ ਸਾਰੇ ਇਹ ਵੀ ਤਾਂ ਜਲੰਧਰ ਦੇ ਨਾਲ ਗੱਲ ਬਿਲੋਂਗ ਕਰਦੀ ਹੈ ਨਾ, ਭਾਈ ਨਾਥ ਇੱਥੇ ਆਣ ਕੇ ਲੋਕਾਂ ਨੂੰ ਜਿਹੜਾ ਉਹ ਸਿੱਖਿਤ ਕਰਦੇ ਸੀ, ਸਿੱਖਿਤ ਕਰਦੇ ਸੀਗੇ, ਸਿੱਖਿਆਵਾਂ ਦਿੰਦੇ ਸੀਗੇ। ਉਹ ਬੁੱਧਿਸਟ ਚਿੰਤਨ ਚੱਲਦਾ ਸੀਗਾ, ਉਹ ਨਾਥ ਚਿੰਤਨ ਚੱਲਦਾ ਸੀਗਾ, ਉਹ ਯੋਗ ਵਸ਼ਿਸ਼ਟ ਦਾ ਚਿੰਤਨ ਚੱਲਦਾ ਸੀਗਾ, ਉਹ ਰੋਡੇ ਸ਼ਾਇਰਾਂ ਦਾ ਚਿੰਤਨ ਚੱਲਦਾ ਸੀਗਾ, ਜਿਨ੍ਹਾਂ ਨੂੰ ਅਸੀਂ ਚਾਰ ਵਾਕ ਕਹਿੰਦੇ ਆ। ਤੇ ਇਹ ਸਾਰਾ ਕਿੱਥੋਂ ਚੱਲ ਰਿਹਾ ਸੀਗਾ ਇਹ ਸਾਰਾ ਚਿੰਤਨ, ਤਾਂ ਉਹਦੀ ਸਾਰੀ ਗੱਲ ਸਾਨੂੰ ਜੋੜਨੀ ਪਏਗੀ ਇਹਦੇ ਨਾਲ। ਤਾਂ ਮੈਂ ਜਿਸ ਵੇਲੇ ਰਾਮਾਇਣ ਦੀ ਗੱਲ ਕਰਦਾ, ਮਹਾਰਿਸ਼ੀ ਭਗਵਾਨ ਵਾਲਮੀਕੀ ਦੀ ਰਾਮਾਇਣ ਦੀ, ਤਾਂ ਫਿਰ ਮੈਂ ਜਾਤਕ ਕਥਾਵਾਂ ਕੋਲ ਆਉਣਾ। ਤਾਂ ਜਾਤਕ ਕਥਾਵਾਂ ਮੈਨੂੰ ਫਿਰ ਇਹ ਦੱਸਦੀਆਂ ਨੇ ਕਿ ਉਹ ਰਾਜਾ ਸੀਗੇ, ਔਰ ਛੋਟੇ-ਛੋਟੇ ਰਾਜ ਨੇ ਉਸ ਵੇਲੇ ਦੇ, ਉਹ ਸਾਰੀ ਸਮਾਜਿਕਤਾ, ਉਹ ਸਾਰੀ ਪੋਲਿਟਿਕਸ, ਉਹ ਸਾਰੀਆਂ ਲੜਾਈਆਂ, ਉਹ ਸਾਰਾ ਉਹ ਮੈਂ ਛੋਟੇ ਜਿਹੇ ਹਵਾਲੇ ਦੇ ਨਾਲ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਜਿਹੜਾ ਉਹਨਾਂ ਦਾ ਬਨਵਾਸ ਦਾ ਰੂਟ ਹੈ। ਮੈਂ ਹੁਣ ਜਾਤਕ ਕਥਾਵਾਂ ਦੇ ਹਵਾਲੇ ਨਾਲ ਆਪਣੀ ਇਹ ਗੱਲ ਕਹਿ ਰਿਹਾ। ਡਾਕਟਰ ਸੇਵਾ ਸਿੰਘ ਹੋਰੀ ਸਾਡੇ ਬਹੁਤ ਵੱਡੇ ਥਿੰਕਰ ਨੇ। ਅਸੀਂ ਪੈਰਲਲੀ ਲਗਭਗ ਉਸ ਸਟੱਡੀ 'ਚ ਪਏ ਹੋਏ ਸੀਗੇ, ਪਰ ਉਹਨਾਂ ਨੇ ਵੀ ਇਹਦੇ ਤੇ ਮੋਹਰ ਲਾਈ ਹੋਈ ਆ। ਭਗਤੀ ਔਰ ਜਨ ਉਹਨਾਂ ਦੀ ਕਿਤਾਬ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਕਿਤਾਬ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਛਪੀ ਹੋਈ ਹੈ। ਡਾਕਟਰ ਸੇਵਾ ਸਿੰਘ ਹੋਰਾਂ ਦੀਆਂ ਬ੍ਰਾਹਮਣਵਾਦ, ਜਨ ਵਿਮਰਸ਼, ਭਗਤੀ ਔਰ ਜਨ, ਡਾਕਟਰ ਸੇਵਾ ਸਿੰਘ ਸਾਡੇ ਥਿੰਕਰਸ ਨੂੰ ਪੜ੍ਹਨਾ ਹੀ ਚਾਹੀਦਾ ਹੈ। ਜੇ ਤੁਸੀਂ ਸਾਰੀਆਂ ਬੌਧਿਕ ਲੜਾਈਆਂ ਬਾਰੇ ਗੱਲਾਂ ਸਮਝਣੀਆਂ ਨੇ ਤਾਂ ਤੁਹਾਨੂੰ ਡਾਕਟਰ ਸੇਵਾ ਸਿੰਘ ਹੋਰੀ ਤਾਂ ਮੈਂ ਕੱਲ ਉਹਨਾਂ ਦੇ ਹਵਾਲੇ ਦਾ ਨਾਲ ਜੋੜ ਕੇ ਇੱਕ ਆਥੈਂਟਿਕ ਸੋਰਸ ਦੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ। ਸਾਡੇ ਵਰਗੇ ਕਈ ਵਾਰੀ ਜਦੋਂ ਗੱਲਾਂ ਕਰਦੇ ਨੇ ਤੇ ਹਵਾ 'ਚ ਵੀ ਕਰ ਜਾਂਦੇ ਤਾਂ ਉਹ ਰੂਟ ਜਿਹੜਾ ਹੈ ਬਾਅਦ ਦੇ ਵਿੱਚ ਸਿਲਕ ਰੂਟ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਸਟੈਬਲਿਸ਼ ਤੁਹਾਨੂੰ ਜਾਤਕ ਕਥਾਵਾਂ ਦੇ ਵਿੱਚ ਲੱਭਦਾ ਹੈ ਕਿ ਆਇਆ। ਉਹ ਫਿਰ ਉਹ ਇੱਕ ਰਾਜਾ, ਉਹ ਸਾਰੇ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਸਟੇਟਸ ਸੀਗੀਆਂ, ਛੋਟੇ-ਛੋਟੇ ਰਾਜ ਸੀਗੇ, ਉਹਨਾਂ ਦੇ ਨਾਲ ਬਾਈ ਹੁੱਕ ਐਂਡ ਕਰੁੱਕ ਲੜ ਕੇ, ਸਮਝੌਤੇ ਕਰਕੇ, ਕਿ ਇਸ ਤਰੀਕੇ ਦੇ ਨਾਲ ਫਿਰ ਸਾਰੇ ਉਹ ਵਪਾਰ ਦੀਆਂ ਜਿਹੜੀਆਂ ਉਹ ਗੱਲਾਂ
ਚੱਲਦੀਆਂ ਨੇ ਉਹ ਜਿਹੜੀਆਂ ਮੈਨੂੰ ਜਾਤਕ ਕਥਾਵਾਂ ਨੇ ਉਹਨਾਂ ਨੂੰ ਅੰਡਰਸਟੈਂਡ ਕਰਨ ਦੇ ਵਿੱਚ ਸਹਾਇਤਾ ਕੀਤੀ। ਮੈਂ ਰਾਮਾਇਣ ਨੂੰ ਇਸ ਤਰੀਕੇ ਸਮਝਦਾ, ਇੱਕ ਇਸ਼ਾਰੇ ਦੇ ਤੌਰ ਦੇ ਉੱਤੇ ਤੁਹਾਨੂੰ ਮੈਂ ਉਹ ਦੱਸ ਦਿੱਤਾ ਹੈ। ਬਹੁਤ ਸਾਰੇ ਵਾਕਵੇ ਨੇ, ਪਰ ਮੈਂ ਉਹਨੂੰ ਜਲੰਧਰ ਨਾਲ ਜੋੜਨਾ ਚਾਹੁੰਦਾ ਹੁਣ ਕਲਚਰਲੀ। ਮੈਂ ਇਹ ਨਹੀਂ, ਜਲੰਧਰ ਨੇ ਇਸ ਤਰੀਕੇ ਨਹੀਂ ਕਿ ਉਹ ਲਵ ਦਾ ਵਸਾਇਆ ਹੋਇਆ, ਇਸ ਤਰੀਕੇ ਨਹੀਂ ਮੈਂ ਜੋੜਦਾ ਇਹਦੇ ਨਾਲ। ਬਟ ਇੱਕ ਇਟਸ ਵੈਰੀ ਇੰਟਰਸਟ ਕਿ ਅਸੀਂ ਦੀਵਾਲੀ ਦੁਸਹਿਰੇ ਤੋਂ ਪਹਿਲਾਂ ਰਾਮਲੀਲਾ ਸ਼ੁਰੂ ਹੋ ਜਾਂਦੀ। ਸਾਡੇ ਕਲਚਰ ਨੇ ਰਾਸ ਲੀਲਾ, ਰਾਮ ਲੀਲਾ ਸ਼ੁਰੂ ਹੋ ਜਾਂਦੀ। ਹੁਣ ਵੀ ਅੱਜ ਵੀ ਹੁੰਦੀਆਂ ਨੇ, ਤਾਂ ਵੀ ਹੁੰਦੀਆਂ ਸੀਗੀਆਂ। ਤਾਂ ਇੱਥੇ ਤੇ ਇੱਕ ਬਜ਼ੁਰਗ ਨੇ, ਬੜੇ ਪੋਲੀਟੀਕਲ ਅਵੇਅਰ ਬਜ਼ੁਰਗ ਨੇ, ਉਹ ਪਹਿਲਾਂ ਅੰਬੇਡਕਰ ਮੂਵਮੈਂਟ ਨਾਲ ਰਹੇ, ਫਿਰ ਕਾਂਚੀ ਰਾਮ ਹੋਰਾਂ ਦੀ ਬਹੁਜਨ ਸਮਾਜ ਪਾਰਟੀ ਜੁੜੇ ਰਹੇ, ਵਾਲਮੀਕ ਸਮਾਜ ਤੋਂ ਨੇ, ਬੜੇ ਜਾਗਦੇ ਬਜ਼ੁਰਗ ਨੇ। ਵਿਸ਼ਨ ਦਾਸ ਹੋਤਾ ਉਹਨਾਂ ਦਾ ਨਾਮ ਹੈ। ਗੱਲ ਕਰਦੇ ਹਾਂ ਭਾਗਮਾਨ ਪਾਗਲ ਹੋਰਾਂ ਦੀ ਗੱਲ ਕੀਤੀ ਸੀ, ਉਸ ਕਮਿਊਨਿਟੀ ਵਾਲਮੀਕ ਕਮਿਊਨਿਟੀ ਦੇ ਨਾਲ ਜੁੜੇ ਹੋਏ ਵੱਡੇ ਲੀਡਰ, ਜਿਹੜੇ ਡਾਕਟਰ ਅੰਬੇਡਕਰ ਦੇ 26 ਅਲੀਪੁਰ ਰੋਡ ਵਾਲੀ ਕੋਠੀ ਦੇ ਵਿੱਚ ਬਿਨਾਂ ਨੌਕ ਕੀਤਿਆਂ ਜਾ ਸਕਦਾ ਸੀ ਜੇ ਕੋਈ ਪੋਲੀਟੀਕਲ ਸੋਸ਼ਲ ਸਮਾਜਿਕ ਆਗੂ, ਤੇ ਹੀ ਵਾਸ ਭਾਗਮਾਨ ਪਾਗਲ। ਐਡਾ ਵੱਡਾ ਮੇਰੇ ਦੋਸਤ ਇੱਕ ਨਾਵਲ ਸ਼ਾਂਤੀਵਾਰ ਦੇ ਵਿੱਚ ਭਾਗਮਾਨ ਪਾਗਲ ਦੀ ਗੁੜ ਦੇ ਥਰੂ ਮੈਂ ਦਲਿਤ ਦੀ ਪੂਰੀ ਹਿਸਟਰੀ ਨੂੰ ਕਿੱਦਾਂ ਉਜੜਦੇ ਨੇ, ਕਿੱਦਾਂ ਉਹ 12 ਚ ਜਾਂਦੇ ਨੇ, ਕਿੱਦਾਂ ਉੱਥੇ ਅੰਗਰੇਜ਼ ਉਹਨਾਂ ਨੂੰ ਪੜ੍ਹਨ ਪਾਉਂਦੇ ਨੇ, ਕਿਵੇਂ ਉਹ ਅੰਬੇਡਕਰ ਤੋਂ ਪ੍ਰਭਾਵਿਤ ਹੁੰਦੇ ਨੇ, ਕਿਵੇਂ ਉਹ ਵਾਪਸੀ ਹੁੰਦੀ ਹੈ ਉਹਨਾਂ ਦੀ, ਕਿਵੇਂ ਅੰਬੇਡਕਰ ਮੂਵਮੈਂਟ ਨਾਲ ਜੁੜਦੇ ਨੇ, ਕਿਵੇਂ ਫਿਰ ਉਹ ਜਿਹੜੀ ਸ਼ਡਿਊਲ ਕਾਸਟ ਫੈਡਰੇਸ਼ਨ ਬਾਬਾ ਸਾਹਿਬ ਬਣਾਉਂਦੇ ਨੇ, ਉਹਦੇ ਜਨਰਲ ਸੈਕਟਰੀ ਪੰਜਾਬ ਦੇ ਬਣਦੇ ਨੇ। ਤੇ ਜਦੋਂ 1951 ਦੇ ਵਿੱਚ ਡਾਕਟਰ ਅੰਬੇਡਕਰ ਜਲੰਧਰ ਆਉਂਦੇ ਨੇ ਤੇ he was the state secretary, ਭਾਗਮਾਲ ਪਾਗਲ, a poet, a revolutionary Dalit leader during the period of Dr. B.R. ਅੰਬੇਡਕਰ। ਉਹ ਸਾਰੀ ਲੜਾਈ ਦੇ ਵਿੱਚ ਤਾਂ ਉਹ ਵਿਸ਼ਨ ਦਾਸ ਹੋਤਾ ਹੋਰਾਂ ਨੇ ਮੈਨੂੰ ਬੜੀ ਕੰਮ ਦੀ ਗੱਲ, ਬੜੀ ਗਜਬ ਦੀ ਗੱਲ ਵੀ ਮੈਨੂੰ ਲੱਗੀ, ਔਰ ਇੱਕ ਲੜਾਈ ਦੀ ਗੱਲ ਵੀ ਲੱਗੀ ਕਿ ਆਈਡੀਓਲੋਜੀਕਲ ਲੜਾਈਆਂ ਕਿੱਦਾਂ ਲੜੀਆਂ ਜਾਂਦੀਆਂ ਨੇ। ਔਰ ਅਸੀਂ ਉਹਨਾਂ ਬਜ਼ੁਰਗਾਂ ਨੂੰ ਜਿਹਨਾਂ ਨੂੰ ਅਸੀਂ ਅਨਪੜ੍ਹ ਕਹਿ ਦਿੰਦੇ ਹਾਂ, ਅਸੀਂ ਲੋਕ ਮੂਰਖ ਲੋਕ, ਉਹ ਕਿੱਦਾਂ ਲੜ ਰਹੇ ਹੁੰਦੇ ਨੇ ਕਲਚਰਲੀ, ਆਈਡੀਓਲੋਜੀਕਲੀ, ਫਿਲਾਸਫੀਕਲੀ ਈਵਨ। ਤੇ ਜਿਹੜੇ ਤਾਂ ਜਲੰਧਰ ਦੇ ਹਿੰਦੂ ਮਹੱਲਿਆਂ ਦੇ ਵਿੱਚ ਹਿੰਦੂ ਸਭਾਵਾਂ ਵੱਲੋਂ ਰਾਮਲੀਲਾ ਸਭਾਵਾਂ ਜਿਹੜੀਆਂ ਬੜੀਆਂ ਰਾਮਲੀਲਾ ਕਰਵਾਈ ਜਾਂਦੀ ਸੀ, ਤੇ ਉਹਦੇ ਵਿੱਚ ਤਾਂ ਰਾਮ ਭਗਵਾਨ ਦੇ ਉਹ ਸਾਰੀ ਬਨਵਾਸ ਤੋਂ ਲੈ ਕੇ, ਬਚਪਨ ਤੋਂ ਲੈ ਕੇ, ਬਨਵਾਸ ਤੋਂ ਲੈ ਕੇ ਤੇ ਉਹਨਾਂ ਦੀ ਅਯੁੱਧਿਆ ਵਾਪਸੀ ਤੱਕ ਦਾ ਸੀਨ ਹੁੰਦਾ ਸੀ, ਜਿੱਥੇ ਉਹਨਾਂ ਦੀ ਸੈਲੀਬ੍ਰੇਸ਼ਨ ਹੈ ਕਿ ਉਹ ਅਯੁੱਧਿਆ ਵਾਪਸ ਆ ਗਿਆ, ਜੰਗ ਜਿੱਤ ਕੇ ਰਾਵਣ ਕਿਲ ਕਰਕੇ ਮਾਰ। ਉਹ ਸਾਰੀ ਲੜਾਈ, ਉਹ ਸੈਲੀਬ੍ਰੇਸ਼ਨ ਹੈ ਉਹਨਾਂ ਦਾ ਸਾਰਾ। ਉਹ ਮਰਿਆਦਾ ਪੁਰਸ਼ੋਤਮ ਵਾਲਾ ਪੂਰਾ ਦਾ ਪੂਰਾ ਉਹ ਕਰਨਾ ਉਹਨਾਂ ਦਾ ਜਿਹੜਾ ਸੀਗਾ ਉਹ ਹੁੰਦਾ ਸੀ ਉਸ ਰਾਮਲੀਲਾ ਦੇ ਵਿੱਚ। ਮੈਨੂੰ ਵਿਸ਼ਨ ਦਾਸ ਹੋਤਾ ਹੋਰਾਂ ਨੇ ਕਿਹਾ ਕਿ ਜਿਹੜੇ ਸਾਡੇ ਮਹੱਲਿਆਂ ਪਾਰਟੀਕੁਲਰਲੀ ਵਾਲਮੀਕ ਮਹੱਲਿਆਂ ਦੇ ਵਿੱਚ ਰਾਮਲੀਲਾ ਕਮੇਟੀਆਂ ਉਹ ਰਾਮਲੀਲਾ ਕਰਦੀਆਂ ਸੀ, ਦੁਸਹਿਰਾ ਵੀ ਮਨਾਉਂਦੀਆਂ ਸੀ, ਦੀਵਾਲੀ ਬਣਾਉਂਦੀਆਂ ਸੀ, ਪਰੰਤੂ ਉਹ ਰਾਮਲੀਲਾ ਜਿਹੜੀ ਜਲੰਧਰ ਦੀ, ਮੈਂ ਹਵਾਲੇ ਦੇ ਨਾਲ ਗੱਲ ਕਰ ਰਿਹਾ, ਜਲੰਧਰ ਦੀ ਗੱਲ ਕਰ ਰਿਹਾ ਮੈਂ, ਜਲੰਧਰ ਦੇ ਜਾਗਦੇ ਲੋਕਾਂ ਦੀ ਗੱਲ ਕਰ ਰਿਹਾ ਮੈਂ, ਦਲਿਤਾਂ ਦੇ ਜਾਗਦੇ ਲੋਕਾਂ ਦੀ ਕਰ ਰਿਹਾ, ਵਾਲਮੀਕ ਪਾਰਟੀਕੁਲਰਲੀ ਉਸ ਕਮਿਊਨਿਟੀ ਦੇ ਵਿੱਚੋਂ ਜਾਗਦੇ ਲੋਕਾਂ ਦੀ ਗੱਲ ਕਰ ਰਿਹਾ। ਉਹ ਰਾਮਲੀਲਾ ਸ਼ੁਰੂ ਕਰਦੇ ਸੀਗੇ ਸੀਤਾ ਬਣਵਾਸ। ਹੁਣ ਇਮੈਜਿਨ ਕਰ ਕਿ ਉਹ ਇੱਥੇ ਖੜੇ ਨੇ, ਰਾਮ ਆ ਚੁੱਕੇ ਨੇ, ਅਯੋਧਿਆ ਸੈਲੀਬ੍ਰੇਸ਼ਨ ਕੀ ਹੈ, ਰਾਜਗੱਦੀ ਸੰਭਾਲ ਲਈ ਹੈ। ਉਸ ਤੋਂ ਬਾਅਦ ਦਾ ਉਹ ਪ੍ਰਕਰਣ ਜਿਸ ਵੇਲੇ ਸੀਤਾ ਨੂੰ ਬਣਵਾਸ ਦਿੱਤਾ ਜਾਂਦਾ ਔਰ ਉਹ ਮਹਾਰਿਸ਼ੀ ਭਗਵਾਨ ਵਾਲਮੀਕ ਕੋਲ ਜਾਂਦੀ ਹੈ, ਔਰ ਉੱਥੇ ਲਵ ਕੁਸ਼ ਦਾ ਜਨਮ ਹੈ, ਉੱਥੇ ਉਹ ਸਾਰਾ ਹੈ। ਉਹਦੇ ਵਿੱਚ ਖਾਸ ਤੌਰ ਤੇ ਭਵਿੱਖਣ ਨੂੰ ਇੰਨੇ ਤਿੱਖੇ ਸਵਾਲਾਂ ਦਾ ਨਿਸ਼ਾਨਾ ਉਸ ਰਾਮਲੀਲਾ ਦੇ ਵਿੱਚ ਉਸ ਬਜ਼ੁਰਗ ਦੇ ਦੱਸਣ ਦੇ ਮੁਤਾਬਕ ਬਣਾਇਆ ਜਾਂਦਾ ਹੈ। ਔਰ ਬਾਲੀ ਦੇ ਕਰੈਕਟਰ ਨੂੰ, ਜਾਂ ਫਿਰ ਹੁਣ ਤੁਸੀਂ ਆਪੇ ਅੰਡਰਸਟੈਂਡ ਕਰ ਲਓ ਕਿ ਫਿਰ ਉਹ ਧਿਰਾਂ, ਜਿਨ੍ਹਾਂ ਧਿਰਾਂ ਦੇ ਅੰਗੂਠੇ ਵੀ ਲੈ ਗਏ, ਜਿਨ੍ਹਾਂ ਧਿਰਾਂ ਦੀਆਂ ਜ਼ੁਬਾਨਾਂ ਵੀ ਕੱਟ ਦਿੱਤੀਆਂ ਗਈਆਂ, ਜਿਨ੍ਹਾਂ ਧਿਰਾਂ ਦੇ ਨਾਲ ਧੋਖੇ, ਛਲ, ਕਪਟ ਬਾਈ ਆਲ ਮੀਨਸ ਹੋਇਆ, ਉਹਨਾਂ ਧਿਰਾਂ ਦੀ ਜ਼ੁਬਾਨ ਫਿਰ ਉਹ ਰਾਮ ਲੀਲਾ ਜਿਹੜੀ ਖੇਡੀ ਜਾਂਦੀ ਸੀਗੀ, ਉਹ ਸਾਰੀ ਉੱਥੋਂ ਸਟਾਰਟ, ਜਿੱਥੇ ਉਹ ਖਤਮ ਹੁੰਦੀ ਸੀ ਉਹ ਉੱਥੋਂ ਸਟਾਰਟ ਕਰਦੇ ਸੀਗੇ। ਤੋ ਰਾਮਾਇਣ ਦੇ ਨਾਲ ਮੈਂ ਜਲੰਧਰ ਨਾਲ ਜੋੜਨਾ ਚਾਹੁੰਦਾ ਸੀਗਾ। ਮੈਂ ਰਾਮਾਇਣ ਬਾਰੇ ਕਿਵੇਂ ਸੋਚਦਾ, ਮੈਂ ਤੁਹਾਨੂੰ ਛੋਟੇ ਜਿਹੇ ਹਵਾਲੇ ਦੇ ਨਾਲ ਗੱਲ ਕੀਤੀ ਹੈ। ਮੈਂ ਉਹਦੀ ਮੈਂ ਡਿਟੇਲ ਜਾਣਨਾ ਨਹੀਂ ਚਾਹੁੰਦਾ ਕਿ ਸਾਡਾ ਸਬਜੈਕਟ ਤਾਂ ਮੈਂ ਤੁਹਾਨੂੰ ਜਲੰਧਰ ਦਿਖਾਉਣਾ, ਤੁਹਾਡੇ ਕੋਲੋਂ ਮੈਂ ਦੀਵਾ ਲਿਆ ਤੇ ਲੋ ਹੈ। ਸਫ਼ਰ ਉਹ ਆ ਜਿਹੜਾ ਪੈਰਾਂ ਤੋਂ ਬਿਨਾਂ
ਅਣਮੜਿਆ ਮਾਂਦਲ ਬਾਜੈ ਬਿਨ ਬਾਦਲ ਘਨ ਹਰ ਕਾਜੈ, ਪੈਰਾਂ ਨਾਲ ਤਾਂ ਸਫ਼ਰ ਹੁੰਦਾ ਨਹੀਂ। ਤਾਂ ਇਹ ਮੇਰੇ ਮਨ ਦੇ ਵਿੱਚ ਉਹ ਸਵਾਲ ਜਿਹੜਾ ਕਿਸੇ ਬੜੇ ਸਿਆਣੇ ਲੋਕ ਨੇ ਤੇ ਦੋਸਤ ਨੇ ਕੱਲ ਮੇਰੇ ਵੱਡੇ ਹੀ ਹੋਣਗੇ ਉਹ, ਉਹਨਾਂ ਨੇ ਕੀਤਾ ਸੀਗਾ ਸਵਾਲ। ਸੈਕੰਡ ਸਵਾਲ ਜਿਹੜਾ ਉਹ ਕੀਤਾ ਸੀਗਾ ਅਮੀਰ ਰਿਆਜ਼, ਉਹ ਬੜੇ ਅੱਛੇ ਲਰਨਡ ਲੋਕ ਨੇ, ਪੜ੍ਹੇ ਲਿਖੇ ਲੋਕ ਨੇ, ਗੱਲਾਂ ਕਮਾਲ ਦੀਆਂ ਗੱਲਾਂ ਉਹਨਾਂ ਨੇ ਵਿੱਚ ਟਿੱਪਣੀਆਂ ਜਿਹੜੀਆਂ ਸੀਗੀਆਂ ਮੈਂ ਪੜ੍ਹ ਰਿਹਾ ਸੀ, ਉਹਨਾਂ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਉਹਨਾਂ ਨੇ ਡੀ ਕੋਸੰਬੀ ਹੋਰਾਂ ਦੇ ਹਵਾਲੇ ਦੇ ਨਾਲ ਜਲੰਧਰ ਦੇ ਵਿੱਚ ਯੂਨੀਵਰਸਿਟੀ ਦੀ ਗੱਲ ਕੀਤੀ। ਬਾਬੇ ਨੈਣ ਸੁੱਖ ਹੋਰਾਂ ਨੇ ਕਨਿਸ਼ਕ ਪੀਰੀਅਡ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਬੁੱਧਿਜ਼ਮ ਦੀਆਂ ਗੱਲਾਂ ਕੀਤੀਆਂ, ਉਹ ਬਹੁਤ ਮਹੱਤਵਪੂਰਨ ਗੱਲਾਂ ਨੇ। ਉਹ ਪੀਰੀਅਡਾਂ ਦਾ ਹਵਾਲਾ ਦੇਣਾ ਚਾਹੀਦਾ ਹੈ ਸਾਨੂੰ। ਕਈ ਵਾਰੀ ਸਾਡੀ ਲਿਮਿਟੇਸ਼ਨਸ ਹੋ ਜਾਂਦੀਆਂ ਹੈ। ਜਲੰਧਰ ਨੂੰ ਵੀ ਕਨਿਸ਼ਕ ਪੀਰੀਅਡ ਦੇ ਵਿੱਚ, ਮੈਂ ਜਲੰਧਰੀ ਪਾਲ ਦੀ ਜਦੋਂ ਗੱਲ ਕਰ ਰਿਹਾ, ਤਾਂ ਬਹੁਤ ਸਾਰੇ ਐਸੇ ਹਵਾਲੇ, ਐਸੀਆਂ ਮੀਟਿੰਗਾਂ, ਐਸੀਆਂ ਬੁੱਧਿਸਟ ਵਿਚਾਰ ਚਰਚਾਵਾਂ, ਉਹਨਾਂ ਨੂੰ ਸਾਂਭ ਸੰਭਾਲ ਦੀਆਂ ਗੋਸ਼ਟੀਆਂ, ਸੰਗੋਸ਼ਟੀਆਂ ਦੀਆਂ ਗੱਲਾਂ ਜਿਹੜੀਆਂ ਉਹ ਜਲੰਧਰ ਦੇ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਦੇ ਹਵਾਲੇ ਸਾਨੂੰ ਮਿਲਦੇ ਨੇ ਦੇ ਵਿੱਚ, ਭਾਵੇਂ ਉਹ ਲੁਕੋ ਦਿੱਤੇ ਗਏ ਨੇ ਹਵਾਲੇ, ਪਰ ਸਾਡੇ ਵਰਗਿਆਂ ਨੇ ਲੱਭ ਲੈਣੇ ਹੁੰਦੇ ਨੇ। ਤਾਂ ਉਹ ਕੋਸੰਬੀ ਹੋਰਾਂ ਦੇ ਹਵਾਲੇ ਦੇ ਨਾਲ ਹੀ ਮੈਨੂੰ ਯਾਦ ਆ ਰਿਹਾ ਸੀ ਗੇਲ ਓਮਬੈਟ ਉਹਨਾਂ ਦਾ, ਬੁੱਧਿਜ਼ਮ ਤੇ ਉਹਨਾਂ ਨੇ ਕੰਮ ਦਲਿਤ ਅਮਰੀਕਨ ਸਕਾਲਰ ਨੇ, ਮਹਾਰਾਸ਼ਟਰ 'ਚ ਰਹਿੰਦੇ ਨੇ, ਬੜੇ ਡੈਡੀਕੇਟਡ ਲੋਕ ਨੇ। ਪਹਿਲੀ ਵਾਰ ਜਦੋਂ ਮੈਂ ਆ ਧਰਮ ਮੰਡਲ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਮੈਨੂੰ ਗੇਲ ਓਮਬੈਟ ਹੋਰਾਂ ਦੀ ਟਾਈਮਜ਼ ਆਫ ਇੰਡੀਆ ਸੀਰੀਜ਼ ਦੇ ਵਿੱਚ ਉਹਨਾਂ ਦੀ ਕਿਤਾਬ ਸੀ, ਤਾਂ ਮੈਨੂੰ ਉੱਥੇ ਪਤਾ ਲੱਗਾ ਸੀ ਕਿ 1931 ਦੇ ਸੈਂਸੈਕਸ ਦੇ ਵਿੱਚ 5 ਲੱਖ ਤੋਂ ਵੱਧ ਲੋਕਾਂ ਨੇ ਆਪਣਾ ਧਰਮ ਲਿਖਾਇਆ ਹੈ। ਔਰ ਜਲੰਧਰ ਨਾਲ ਜੁੜੀ ਗੱਲ ਦੱਸ ਦਿੰਦੇ ਹਾਂ ਅਸੀਂ, ਇਹ ਮਾਨਵਵਾਦੀ ਰਚਨਾ ਮੰਚ ਪਿਛਲੇ 25-30 ਸਾਲ ਤੋਂ ਗਿਆਨ ਸਿੰਘ ਬੱਲ ਹੋਰੇ ਸਾਡੇ ਬੜੇ ਥਿੰਕਰ ਸੀਗੇ, ਉਹ ਵੀ ਦਲਿਤ ਪਰਸਪੈਕਟਿਵ ਤੋਂ ਗੱਲਾਂ ਕਰਨ ਵਾਲੇ ਵੇਦਕਰਾਈ ਲੋਕ ਸੀਗੇ। ਉਹਨਾਂ ਦੀ ਰਹਿਨਮਾਈ 'ਚ ਡਾਕਟਰ ਸੇਵਾ ਸਿੰਘ ਹੋਰਾਂ ਨੇ, ਡਾਕਟਰ ਕੇਵਲ ਪ੍ਰਵਾਨਾ ਸਾਡੇ ਦੋਸਤ ਨੇ, ਮੱਖਣ ਮਾਨ ਪੋਇਟ, ਪਹਿਲਾਂ ਕਹਾਣੀਕਾਰ ਸੀ, ਪੋਇਟ ਨੇ। ਤੇ ਉਹ ਲੰਬੇ ਸਮੇਂ ਤੋਂ ਅਸੀਂ ਮਾਨਵਵਾਦੀ ਰਚਨਾ ਮੰਚ ਕੰਮ ਕਰ ਰਹੇ, ਤਾਂ ਬਹੁਤ ਸਾਰੇ ਲੋਕ ਅਸੀਂ ਥੋਰਾਟ ਹੋਰਾਂ ਵਰਗੇ ਜਾਂ ਹਿਸਟੋਰੀਅਨ ਜਾਂ ਉਸ ਸੋਚ ਨਾਲ ਜੁੜੇ ਹੋਏ ਲੋਕਾਂ ਨੂੰ ਮੈਂ ਜਲੰਧਰ ਦੀ ਹਿਸਟਰੀ ਨਾਲ ਜੋੜਨਾ ਚਾਹੁੰਦਾ। ਛੋਟੀਆਂ ਛੋਟੀਆਂ ਜਿਹੜੀਆਂ ਸਭਾਵਾਂ ਵੀ ਹੁੰਦੀਆਂ ਨੇ, ਉਹ ਕਿਵੇਂ ਆਪਣਾ ਯੋਗਦਾਨ ਪਾ ਰਹੀਆਂ ਹੁੰਦੀਆਂ ਨੇ ਹਿਸਟੋਰੀਕਲੀ। ਥੋਰਾਟ ਹੋਰਾਂ ਨੂੰ ਸੱਦਿਆ, ਜਾਂ ਸ਼ਰਨ ਕੁਮਾਰ ਲਿੰਬਾਲੇ ਹੋਰੀ ਮਰਾਠੀ ਦਲਿਤ ਅਕਰਮਾਸ਼ੀ ਜਿਨ੍ਹਾਂ ਦੀ ਓਮ ਪ੍ਰਕਾਸ਼ ਵਾਲਮੀਕ ਹੋਰਾਂ ਨੂੰ ਸੱਦਿਆ। ਹੋਰ ਬਹੁਤ ਸਾਰੇ ਲੋਕ ਐਸੇ ਸੱਦੇ। ਤਾਂ ਅਸੀਂ ਇੱਕ ਵਾਰ ਫਿਰ, ਮੇਰੀ ਸਿਫਾਰਿਸ਼ ਹੀ ਸੀ ਉਸ ਵੇਲੇ, ਉਹ ਗੇਲ ਓਮਬੇਟ ਹੋਰਾਂ ਨੂੰ ਅਸੀਂ ਸੱਦਿਆ ਸੀਗਾ, ਤੇ ਉਹ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਇਹ ਗੱਲਾਂ। ਕੋਈ ਨਹੀਂ, ਏਦਾਂ ਦੀਆਂ ਗੱਲਾਂ ਵੀ ਕਰ ਲੈ ਜਾਂਦੀਆਂ। ਮੈਂ ਬੀਅਰ ਪੀਤੀ ਹੋਈ ਹੈ ਗੇਲ ਓਮਬੇਟ ਹੋਰਾਂ ਨਾਲ ਮੈਨੂੰ, ਔਰ ਉਹ ਅੰਗਰੇਜ਼ੀ ਤਾਂ ਘੱਟ ਸਮਝ ਲੱਗਦੀ ਸੀ, ਉਹਨਾਂ ਦੀ ਅਮੈਰੀਕਨ ਐਕਸੈਂਟ ਸੀ, ਬਟ ਕਿਉਂਕਿ ਸਾਡੇ ਦੁੱਖ ਸਾਂਝੇ ਹੁੰਦੇ ਨੇ, ਸਾਡੀਆਂ ਚਿੰਤਾਵਾਂ ਸਾਂਝੀਆਂ ਹੁੰਦੀਆਂ ਨੇ, ਸਾਡਾ ਚਿੰਤਨ ਸਾਂਝਾ ਹੁੰਦਾ ਹੈ। ਉਹ ਵੱਡੇ ਲੋਕ ਨੇ, ਉਹਨਾਂ ਦੇ ਪੈਰਾਂ 'ਚ ਬਹਿ ਕੇ ਗੱਲਾਂ ਸੁਣਨੀਆਂ ਚਾਹੀਦੀਆਂ, ਪਰ ਉਹ ਵੱਡੇ ਇਸ ਕਰਕੇ ਵੀ ਵੱਡੇ ਨੇ, ਤੁਹਾਨੂੰ ਬਰੋਬਰ ਬਿਠਾ ਕੇ ਵੀ ਗੱਲਾਂ ਕਰਦੇ ਨੇ। ਗੇਲ ਓਮਬੈਟ ਹੋਰਾਂ ਦਾ ਤਾਂ ਮੈਂ ਉਹ ਡੀ ਕੋਸੰਬੀ ਹੋਰਾਂ ਦੇ ਹਵਾਲੇ ਦੇ ਨਾਲ ਗੇਲ ਓਮਬੈਟ ਹੋਰਾਂ ਦਾ ਹਵਾਲਾ ਜਿਹੜਾ ਲੇਟੈਸਟ ਉੱਤੇ ਕਿਤਾਬ ਹੈ, ਤਾਂ ਉਹਨਾਂ ਨੇ ਜਿਹੜਾ ਮੈਂ ਅੰਗਰੇਜ਼ੀ 'ਚ ਨਹੀਂ ਪੜ੍ਹਦਾ, ਮੈਂ ਪੰਜਾਬੀ ਦੇ ਵਿੱਚ ਹੀ ਸੌਖਿਆਂ ਕਰਕੇ, ਉਹ ਕਹਿੰਦੇ ਨੇ ਕਿ ਜਿਹੜਾ ਬ੍ਰਾਹਮਣ ਕਿੰਗ ਪੁਸ਼ਯ ਮਿੱਤਰਾ ਹੈ, ਔਰ ਉਹਦੇ ਉਹ ਸਾਰੇ ਹੋਰ ਸਾਥੀ ਨੇ, ਉਹ ਜੰਗ ਸ਼ੁਰੂ ਕਰਦੇ ਨੇ, ਔਰ ਉਹ ਐਸੀਆਂ ਬਹੁਤ ਮਹੱਤਵਪੂਰਨ ਮੱਠ ਜਿਹੜੇ ਨੇ, ਮੋਨੈਸਟਰੀਜ਼ ਜਿਹੜੇ ਨੇ, ਉਹਨਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਬੁੱਧਿਸਟਾਂ ਦੇ ਅਗੇਂਸਟ, ਜਿਹੜੀ ਲੜਾਈ ਦੀ ਗੱਲ ਹੈ। ਤਾਂ ਉਹ ਜਿਹੜੀ ਗੱਲ ਮਹੱਤਵਪੂਰਨ ਕਰਦੇ ਨੇ, ਜਿਹੜੀ ਮੈਂ ਜਲੰਧਰ ਦੇ ਹਵਾਲੇ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ, ਕਿ ਉਹ ਮਦਸਿਆ ਤੋਂ ਜਲੰਧਰ ਤੱਕ, ਹੁਣ ਤੁਸੀਂ ਉਹ ਦੇਖੋ, ਉਦੋਂ ਉੱਥੇ ਤੱਕ ਦਾ ਮਤਲਬ ਇਹ ਹੈ ਕਿ ਇਹ ਕਿੰਨਾ ਇੰਪੋਰਟੈਂਟ ਸ਼ਹਿਰ ਹੋਏਗਾ। ਉੱਥੇ ਦੇ ਮਠਾਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਜਾਂਦਾ ਹੈ। ਦੇ ਆਲਸੋ ਕਿਲਡ ਏ ਨੰਬਰ ਆਫ ਕਾਸਟਲੀ ਲੈਂਡ ਮੌਂਕ, ਬਹੁਤ ਜ਼ਿਆਦਾ ਵਿਦਵਾਨ ਜਿਹੜੇ ਮੌਂਕ ਸੀਗੇ, ਉਹਨਾਂ ਨੂੰ ਕਿਲ ਕਰ ਦਿੱਤਾ ਜਾਂਦਾ, ਕਤਲ ਕਰ ਦਿੱਤਾ ਜਾਂਦਾ, ਜਾਂ ਫਿਰ ਬਟ ਮੋਸਟ ਆਫ ਦੈਮ ਫਲੈਡ ਟੂ ਅਦਰ ਕੰਟਰੀ। ਬਹੁਤ ਸਾਰੇ ਐਸੇ ਜਿਹੜੇ ਆ ਉਹ ਜਿਹੜੇ ਦੂਸਰੀਆਂ ਦੇਸ਼ਾਂ, ਦੂਸਰੇ ਮੁਲਕਾਂ 'ਚ, ਦੂਸਰੇ ਪਾਸਿਆਂ ਨੂੰ ਕਿਤੇ ਨਾ ਕਿਤੇ ਖਦੇੜ ਦਿੱਤੇ ਜਾਂਦੇ ਨੇ, ਜਿਹਦੇ ਨਾਲ ਫਿਰ ਤੁਸੀਂ ਦੇਖਦੇ ਆ ਪੂਰੇ ਨਾਰਥਨ ਸਾਰੇ ਏਰੀਆ ਦੇ ਵਿੱਚ ਬੁੱਧਿਸਟਾਂ ਦੇ ਘਾਣ ਦੀਆਂ ਗੱਲਾਂ ਜਦੋਂ ਅਸੀਂ ਕਰਦੇ ਹਾਂ, ਜਦੋਂ ਇਹ ਸਾਰੇ ਸੰਤਰਨਾਂ ਨੂੰ ਪੁਸ਼ਯ ਮਿੱਤਰਾ ਹੋਰਾਂ ਦੇ ਹਵਾਲੇ ਦੇ ਨਾਲ ਉਹਨਾਂ ਦੀ ਕਿਤਾਬ ਦੇ ਵਿੱਚ ਇਹ 170 ਪੰਨਾ ਹੈ ਉਹਨਾਂ ਦੀ ਕਿਤਾਬ ਦਾ, ਜਿਹੜਾ ਉਹਨਾਂ ਦੀ
ਕਿਤਾਬ ਆਈ ਹੈ ਤਾਂ ਮੈਨੂੰ ਜਲੰਧਰ ਫਿਰ ਇੱਕ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਮਹੱਤਵਪੂਰਨ ਇੱਕ ਕੇਂਦਰ ਦੇ ਵਜੋਂ ਮੇਰੇ ਮਨ ਦੇ ਵਿੱਚ, ਬੁੱਧਿਸਟ ਕੇਂਦਰ ਦੇ ਵਜੋਂ ਮੇਰੇ ਮਨ ਦੇ ਵਿੱਚ ਜਲੰਧਰ ਆ ਜਾਂਦਾ। ਅੱਜ ਅਸੀਂ ਇਸ ਮਰਹਲੇ ਤੇ ਪਹੁੰਚ ਗਏ ਹਾਂ ਕਿ ਉਹ ਗੱਲ ਤੁਹਾਨੂੰ ਨਾ ਨੈਟ ਤੇ ਮਿਲੇਗੀ, ਨਾ ਸਾਈਟ ਤੇ, ਜਲੰਧਰ ਦੀ ਨਾ ਸਾਈਟ ਦੇ ਉੱਤੇ। ਦੁਖਾਂਤ ਇਹ ਹੈ, ਕੌਨਸਪੀਰੇਸੀ ਇਹ ਆ, ਸ਼ਿੱਦਤ ਇਹ ਆ, ਔਰ ਥੈਂਕਸ ਟੂ ਟਾਈਰ ਫॉर ਯੰਗ ਹਿਸਟੋਰੀਅਨ ਕਲੱਬ ਟੂ ਮੈਨੂੰ ਇਹ ਗੱਲਾਂ ਕਹਿਣ ਦਾ ਕਿ ਤੁਸੀਂ ਪਤਾ ਔਰ ਪੂਰੇ ਇੰਟਰਨੈਸ਼ਨਲ ਲੈਵਲ ਤੇ ਮੈਂ ਇਹ ਗੱਲ ਆਪਣੀ ਡੰਕ ਦੀ ਚੋਟ ਤੇ ਕਹਿਣਾ ਕਿ ਇਹ ਕੌਨਸਪੀਰੇਸੀਜ਼ ਹੁੰਦੀਆਂ ਨੇ ਕਿ ਹਿਸਟਰੀ ਨੂੰ ਇਸ ਤਰੀਕੇ ਕਿਲ ਵੀ ਕੀਤਾ ਜਾਂਦਾ, ਇਸ ਤਰੀਕੇ ਮਾਰਿਆ ਵੀ ਜਾਂਦਾ ਤੇ ਇਸ ਤਰੀਕੇ ਵੀ ਮਾਰਿਆ ਜਾਂਦਾ ਕਿ ਭਾਈ ਉਸ ਹਿਸਟਰੀ ਨੂੰ ਤੁਸੀਂ ਰੀਥਿੰਕ ਵੀ ਨਹੀਂ ਕਰਨਾ। ਉਹ ਵਰਕੇ ਜਿਹੜੇ ਦੱਬ ਦਿੱਤੇ ਗਏ ਨੇ ਉਹਨੂੰ ਤੁਸੀਂ ਫਰੋਲਣਾ ਵੀ। ਉਹਨਾਂ ਵਰਕਿਆਂ ਦੇ ਵਿੱਚੋਂ ਹੀ ਮੈਂ ਫੇਰ ਕਿਹਾ ਵੀ ਮੈਂ ਅਦੀਨਾ ਬੇਗ ਦੀ ਗੱਲ ਨਹੀਂ ਕਰਨੀ, ਉਹਨੂੰ ਜਲੰਧਰੀਆਂ ਨੇ ਸ਼ਹਿ ਦੇ ਦਿੱਤੀ ਸੀਗੀ ਤੇ ਉਹ ਸੁਲਤਾਨਪੁਰ ਲੋਧੀ ਵਾਲੀਆਂ ਨੇ ਵੀ ਉਹਨਾਂ ਦੀਆਂ ਗੱਲਾਂ ਮੈਂ ਜਾਣ ਕੇ ਨਹੀਂ ਕਰਨੀਆਂ, ਤੁਹਾਨੂੰ ਇੰਟਰਨੈਟ ਤੇ ਬਹੁਤ ਸਾਰੀਆਂ ਮਿਲ ਜਾਣਗੀਆਂ, ਮੈਂ ਉਹ ਕਰਨੀਆਂ ਚਾਹੁੰਦਾ ਜਿਹੜੀਆਂ ਇੰਟਰਨੈਟ ਤੇ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ। ਇਹ ਗੱਲਾਂ ਸਾਡੇ ਲਹੂ ਚ ਨੇ, ਜਿਹੜੀਆਂ ਗੱਲਾਂ ਨਾਲ ਜਿਹੜੀਆਂ ਗੱਲਾਂ ਅਸੀਂ ਫੇਸ ਕੀਤੀਆਂ ਨੇ, ਜਿਹੜੀਆਂ ਗੱਲਾਂ ਅਸੀਂ ਝੱਲੀਆਂ ਨੇ, ਜਿਹੜੀਆਂ ਗੱਲਾਂ ਅਸੀਂ ਚੱਲ ਰਹੇ ਹਾਂ, ਮੈਂ ਚੱਲ ਰਿਹਾ ਬੀਇੰਗ ਰਾਈਟਰ, ਮੇਰੇ ਅੰਦਰ ਜਿਹੜੀਆਂ ਸੁਰਾਖ ਕਰਦੀਆਂ ਨੇ, ਪਰਮਾ ਫੇਰਦੀਆਂ ਨੇ ਜਿਹੜੀਆਂ ਗੱਲਾਂ। ਗੱਲ ਹੈਗੀ ਹੈ 1620-21 ਦੀ ਤੇ ਜਲੰਧਰ ਦਾ ਸੂਬੇਦਾਰ ਹੈਗਾ ਅਬਦੁੱਲਾ ਖਾਨ ਤੇ ਸਿੱਖੀਜ਼ਮ ਪਲੱਸ ਇਹ ਸਾਰੀ ਮੁਗਲ ਦੀ ਲੜਾਈ ਦੀ ਗੱਲ ਮੈਂ ਕਰਨੀ ਚਾਹੁੰਦਾ ਸੀਗਾ ਜਲੰਧਰ ਨਾਲ ਜੋੜ ਕੇ, ਉਹ ਜਿਹੜੀ ਬਹੁਤ ਲਾਜ ਸੀ ਕਿਉਂਕਿ ਜਦੋਂ ਦੀਨਾ ਬੇਗ ਦੀ ਵੀ ਗੱਲ ਕਰਦੇ ਆ, ਫਿਰ ਮਿਸਲਾਂ ਦੇ ਸਮੇਂ ਦੀ ਗੱਲ ਕਰਦੇ ਆ, ਉਹ ਬਾਅਦ ਦੀਆਂ ਗੱਲਾਂ ਨੇ, ਇਸ ਪੀਰੀਅਡ ਤੋਂ ਬਾਅਦ ਦੀਆਂ ਗੱਲਾਂ ਨੇ। ਉਹ ਫਿਰ ਕਿਵੇਂ ਉਹਨਾਂ ਦੇ ਨਾਲ ਸਮਝੌਤਾ ਵੀ ਕਰਦਾ, ਕਿਵੇਂ ਲੜਦਾ ਵੀ ਹੈ, ਕਿਵੇਂ ਉਹਦੀਆਂ ਉਹ ਸਾਰੀਆਂ ਉਹ ਮਾਲੀਆ ਇਕੱਠਾ ਕਰਨਾ ਤੇ ਉਸ ਤੋਂ ਅੱਗੇ ਤਰੱਕੀ ਕਰੀ ਜਾਣਾ ਤੇ ਆਪਣੀਆਂ ਗੱਲਾਂ ਕਰਕੇ ਉਹਦੀਆਂ ਦਾ ਹੋ ਜਾਣਾ, ਉਹ ਸਾਰੇ ਦਾ ਸਾਰਾ ਮੈਂ ਉਹਦੇ ਵਿੱਚ ਦੀ ਲੰਘ ਤੋਂ ਪਰੇ ਦੀ ਹੋ ਕੇ ਨਾ ਡੰਡੀ ਪੈ ਕੇ ਤੇ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਅਬਦੁੱਲਾ ਖਾਨ ਹੋਰਾਂ ਦੀ। 3 ਅਕਤੂਬਰ 1621 ਦੀ ਲੜਾਈ ਹੈ। ਲੜਾਈ ਜਿਹੜੀ ਹੈ ਸ੍ਰੀ ਹਰਗੋਬਿੰਦ ਗੜ ਹੈ ਆਪਣੇ ਫਤਿਹਗੜ੍ਹ ਚੂੜੀਆਂ ਦੇ ਲਾਗੇ, 6ਵੀਂ ਪਾਤਸ਼ਾਹੀ ਹੈ, ਉਹਨਾਂ ਨੇ ਉੱਥੇ ਉਹ ਸਾਰਾ ਉਹ ਵਸਾਇਆ ਹੋਇਆ ਹੈ ਹਰਗੋਬਿੰਦਪੁਰ, ਔਰ ਉਹ ਉਹਨਾਂ ਦੇ ਵਿੱਚੋਂ ਹੈ, ਰਿਸ਼ਤੇਦਾਰੀ ਚੋਂ ਹੈ ਉਹ ਲੋਕ ਕੁਛ ਉੱਥੇ ਉਹ ਕਬਜ਼ਾ, ਜਿਹੜੀਆਂ ਲੜਾਈਆਂ ਹੁੰਦੀਆਂ ਨੇ ਚੱਲਦੀਆਂ ਰਹਿੰਦੀਆਂ ਨੇ ਜਾਂ ਉਸ ਵੇਲੇ ਦੀਆਂ ਲੜਾਈਆਂ ਨੇ, ਜੇ ਮੈਂ ਉਹਦੇ 'ਚ ਜਾਵਾਂ ਤਾਂ ਉਹ ਫਿਰ ਜਲੰਧਰ ਦੇ ਅਬਦੁੱਲਾ ਖਾਂ ਹੋਰਾਂ ਦੀ ਸਹਾਇਤਾ ਦੇ ਨਾਲ ਉੱਥੇ ਹਮਲਾਵਰ ਹੁੰਦੇ ਨੇ। ਜਿਹੜੇ 3 ਲੀਡਰ ਨੇ ਮੁਗਲਾਂ ਵੱਲੋਂ ਉਹ ਜਲੰਧਰੀ ਦੇ ਸੂਬੇਦਾਰ ਦੇ ਸਿਪਾਹ ਸਾਲਾਰ, ਕਪਤਾਨ, ਫੌਜਾਂ ਦੇ ਮੁਖੀ ਉਹ ਬਲਵੰਤ ਖਾਨ ਹੈ, ਅਲੀ ਬਖਸ਼ ਹੈ ਔਰ ਕਰੀਮ ਇਹ ਲੀਡ ਕਰ ਰਹੇ ਨੇ, ਵੱਡੀ ਫੌਜ ਲੈ ਕੇ ਜਾਂਦੇ ਨੇ। ਬਹੁਤ ਲੰਬਾ ਜੰਗ ਲੜੀ ਜਾਂਦੀ ਹੈ। 3 ਜੰਗਾਂ ਨੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀਆਂ 3 ਜੰਗਾਂ ਨੇ। ਇਹ ਜੰਗ ਰਹੇਲੇ ਦਾ ਯੁੱਧ ਕਹਾਉਂਦੀ ਹੈ ਤੇ 2 ਅੰਮ੍ਰਿਤਸਰ ਦੀਆਂ ਜੰਗਾਂ। ਗੱਲ ਮੈਂ ਜਿਹੜੀ ਕਰਨੀ ਹੈ ਤੁਸੀਂ ਦੇਖੋ, ਉਹ ਜਦੋਂ ਜਲੰਧਰ ਨਾਲ ਮੈਂ ਜੋੜ ਕੇ ਜਾਣਾ ਤਾਂ ਇਸ ਸਾਰੀ ਜੰਗ ਦੇ ਵਿੱਚ ਉਧਰੋਂ ਲੀਡ ਕਰ ਰਹੇ ਨੇ ਗੁਰੂ ਸਾਹਿਬਾਨ ਦੇ ਵੱਲੋਂ ਪੰਡਿਤ ਪਰਾਗਾ ਹੈ ਜੋ ਕਮਾਂਡਰ ਹੈ। ਪੰਡਿਤ ਪਰਾਗਾ ਇਹ ਦੇਖੋ, ਇਹ ਹੁਣ ਕੁਝ ਕਬੀਲੇ ਨੇ, ਇਹਨਾਂ ਨੂੰ ਮੰਝਾਲ ਕਬੀਲੇ ਦੇ ਬ੍ਰਾਹਮਣ, ਇਹ ਪੰਜਾਬ ਦੇ ਵਿੱਚ ਜਦੋਂ ਰਿਸਰਚ ਅਸੀਂ ਕਰਦੇ ਹਾਂ, ਮੈਂ ਲੰਬੀ ਚੌੜੀ ਨਹੀਂ ਕੀਤੀ, ਮੈਂ ਮੇਰੇ ਕੁਝ ਦੋਸਤ ਨੇ ਉਹਨਾਂ ਨੇ ਕੰਮ ਕੀਤਾ, ਉਹਨਾਂ ਗੱਲਾਂ ਕੀਤੀਆਂ ਤੇ ਇਹ ਬ੍ਰਾਹਮਣ 2 ਗੱਲਾਂ ਕਰ ਰਹੇ ਨੇ, ਜਾਂ ਤਾਂ ਇਹ ਖੇਤੀ ਕਰਦੇ ਨੇ ਤੇ ਜਾਂ ਫਿਰ ਇਹ ਹਥਿਆਰ ਫੌਜਾਂ 'ਚ ਨੇ, ਹਥਿਆਰਬੰਦ ਲੜਾਈਆਂ 'ਚ ਹਿੱਸਾ ਲੈਂਦੇ ਨੇ। ਤੇ ਪਰਾਗਾ ਬਿਲੋਂਗਸ ਟੂ ਦੈਟ, ਉਹ ਬ੍ਰਾਹਮਣ ਕਬੀਲੇ ਨੂੰ ਬਿਲੋਂਗ ਕਰ ਰਿਹਾ। ਗੁਰੂ ਹਰਗੋਬਿੰਦ ਸਾਹਿਬ ਵੱਲੋਂ ਉਹ ਕਮਾਂਡਰ ਹੈ ਇਸ ਰਹੇਲੇ ਦੀ ਲੜਾਈ। ਔਰ ਜਿਹੜੀਆਂ 2 ਦੂਸਰੀਆਂ ਅੰਮ੍ਰਿਤਸਰ ਦੀਆਂ ਲੜਾਈਆਂ ਨੇ ਗੁਰੂ ਸਾਹਿਬ ਦੀਆਂ, ਉਹਦੇ ਵਿੱਚ ਵੀ ਪੰਡਤ ਹੀ ਕਪਤਾਨ ਨੇ, ਪੰਡਤ ਹੀ ਕੈਪਟਨ ਨੇ। ਉਹ ਇੱਕ ਪੰਡਤ ਦਾ ਮੈਂ ਨਾਮ ਭੁੱਲ ਗਿਆ, ਵਿਸਰ ਗਿਆ, ਔਰ ਉਹਦੇ ਬਾਰੇ ਤੇ ਗੁਰੂ ਸਾਹਿਬ ਇੰਨੇ ਭਾਵਕ ਹੋ ਗਏ ਸੀ, ਉਹ ਯੁੱਧ ਦੇ ਵਿੱਚ ਮਾਰਿਆ ਗਿਆ ਸੀ ਤੇ ਔਰ ਉਹਨਾਂ ਨੇ ਕਿਹਾ ਸੀ ਇਹਦਾ ਸੰਸਕਾਰ ਜਿਹੜਾ ਉਹ ਮੈਂ ਖੁਦ ਕਬਜ਼ਾ ਤੇ ਖੁਦ ਉਹਨਾਂ ਨੇ ਔਰ ਉਹ ਕਹਿੰਦੇ ਕਿ ਉਹ ਇਕੱਲਾ ਜੰਗ 'ਚ ਵੀ ਨਹੀਂ ਸੀ, ਹੀ ਵਾਸ ਪਰਸਨ। ਐਸੀਆਂ ਗੱਲਾਂ ਨੇ ਇਹ, ਕੁਝ ਸਾਨੂੰ ਹਿਸਟਰੀ ਦੇ ਵਿੱਚੋਂ ਇਹ ਵੀ ਗੱਲਾਂ ਯਾਦ ਰੱਖਣ ਵਾਲੀਆਂ ਹੁੰਦੀਆਂ ਨੇ। ਹੁਣ ਪਰਾਗਾ ਮੇਰੇ ਵਾਸਤੇ ਮਹੱਤਵਪੂਰਨ
ਇਸ ਕਰਕੇ ਵੀ ਆ ਕਿ ਉਹ ਏਡਾ ਵੱਡਾ ਲੜਾਕਾ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਯੁੱਧਾਂ ਦੀ ਸਾਰੀ ਟ੍ਰੇਨਿੰਗ ਜਿਹੜੀ ਹੈ ਉਹ ਪੰਡਿਤ ਪਰਾਗੇ ਦੀ ਦਿੱਤੀ ਹੋਈ। ਗੁਰੂ ਹਰਗੋਬਿੰਦ ਸਾਹਿਬ ਦੇ ਯੁੱਧ ਵਿਦਿਆ ਦਾ ਜੋ ਗੁਰੂ ਹੈ ਉਹ ਪੰਡਿਤ ਪਰਾਗਾ ਹੈ। ਔਰ ਰਹੇਲੇ ਦੇ ਯੁੱਧ ਦੇ ਵਿੱਚ ਬਲਵੰਤ ਖਾਨ, ਅਲੀ ਬਖਸ਼, ਕਰੀਮ ਖਾਨ ਦੀ ਲੜਾਈ ਦਾ ਕਮਾਂਡਰ, ਇਹ 3 ਕਮਾਂਡਰ ਨੇ, ਉਹ ਇਕੱਲਾ ਕਮਾਂਡਰ ਹੈ। ਔਰ ਇਹ ਉਸ ਲੰਬੀ ਲੜਾਈ ਚੱਲਦੀ ਹੈ, ਬਹੁਤ ਭਿਅੰਕਰ ਯੁੱਧ ਹੈ ਉਹ। ਉਸ ਯੁੱਧ ਦੀ ਡਿਟੇਲ 'ਚ ਆਪਾਂ ਨਹੀਂ ਜਾਂਦੇ, ਪਰੰਤੂ ਉਸ ਯੁੱਧ ਦੇ ਵਿੱਚ ਬਲਵੰਤ ਖਾਨ ਵੀ ਮਾਰਿਆ ਜਾਂਦਾ ਹੈ, ਕਮਾਂਡਰ, ਔਰ ਪੰਡਿਤ ਪਰਾਗਾ ਵੀ ਮਾਰਿਆ ਜਾਂਦਾ ਹੈ ਜਾਂ ਸ਼ਹੀਦ ਹੋ ਜਾਂਦਾ ਹੈ। ਜਦੋਂ ਅਸੀਂ ਇਸ ਐਂਗਲ ਤੋਂ ਲੜਾਈਆਂ ਦੀਆਂ ਗੱਲਾਂ, ਦੋਵੇਂ ਮਾਰੇ ਜਾਂਦੇ ਨੇ। ਅਲੀ ਬਖਸ਼ ਔਰ ਕਰੀਮ ਖਾਨ ਲੜਦੇ ਨੇ, ਪਰ ਉਹ ਹਾਰ ਜਾਂਦੇ। ਇਹਨਾਂ ਦੀਆਂ ਫੌਜਾਂ ਤੋਂ ਉਹ ਗੁਰੂ ਸਾਹਿਬਾਨ ਦੀਆਂ ਹਾਰ ਗਏ ਸੀਗੇ। ਪਰ ਹੁਣ ਪੰਡਿਤ ਪਰਾਗੇ ਦੀ ਅੱਗੇ ਵਾਲੀ ਅੰਸ਼ ਦੀ ਜੇ ਮੈਂ ਗੱਲ ਕਰਦਾ, ਤੇ ਪੰਡਿਤ ਪਰਾਗੇ ਦੇ ਪੋਤੇ ਨੇ 9ਵੀਂ ਪਾਤਸ਼ਾਹੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੀ, ਔਰ ਉਹਨਾਂ ਦੀ ਬਾਣੀ ਦੇ ਨਾਲ ਵੀ ਮੈਂ ਜਦੋਂ ਜੁੜ ਜਾਵਾਂ, ਉਸ ਦੁੱਖ 'ਚ ਉਹਨਾਂ ਦਾ ਪੂਰਾ ਜੀਵਨ ਜਦੋਂ ਦੇਖਦੇ ਹਾਂ, ਔਰ ਉਸ ਦੁੱਖ ਦੇ ਵਿੱਚੋਂ ਪੈਦਾ ਹੋਈ ਬਾਣੀ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਲੂ ਕੰਡੇ ਖੜੇ ਹੋ ਜਾਂਦੇ, ਸੋਚ ਕੇ ਉਹਨਾਂ ਦੇ ਵੈਰਾਗ ਪੈਦਾ ਹੋ ਜਾਂਦਾ ਹੈ ਮਨ ਦੇ ਵਿੱਚ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੇ। ਪਰ ਉਹਨਾਂ ਦੇ ਜਦੋਂ ਅਸੀਂ ਉਹਨਾਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਤੇ ਮਤੀ ਦਾਸ ਤੇ ਸਤੀ ਦਾਸ ਭਾਈ, 2 ਭਾਈ ਨੇ, ਉਹਨਾਂ ਦੇ ਸ਼ਿਸ਼ ਨੇ, ਸਿੱਖ ਨੇ, ਉਹਨਾਂ ਦੇ ਸੇਵਕ ਨੇ, ਸਾਂਝੀ ਨੇ, ਉਹਨਾਂ ਦੀ ਸੋਚ ਦੇ ਪਹਿਰਾ ਦੇਣ ਵਾਲੇ ਲੋਕ ਨੇ, ਸ਼ਹਾਦਤਾਂ ਦਿੰਦੇ ਨੇ ਦੋਵੇਂ। ਉਹ ਦੋਏ ਵੀ ਭਾਈ ਪਰਾਗੇ ਦੇ ਪੋਤੇ ਨੇ। ਤੋ ਹਰਗੋਬਿੰਦਪੁਰੇ ਤੋਂ ਲੈ ਕੇ, ਔਰ ਉਹ ਫਿਰ ਜਲੰਧਰ ਦੇ ਵੱਲੋਂ ਸਾਡੇ ਕਬਜ਼ਾਧਾਰੀਆਂ ਦੀਆਂ ਗੱਲਾਂ ਮੈਨੂੰ ਚੇਤੇ ਆਉਣ ਡਈਆਂ ਸੀਗੀਆਂ। ਔਰ ਮੈਂ ਯਾਦ ਕਰ ਰਿਹਾ ਸੀਗਾ, ਦੇਖੋ ਕੈਸੀਆਂ ਗੱਲਾਂ ਹੁੰਦੀਆਂ ਨੇ ਜਦੋਂ ਅਸੀਂ ਗੁਰੂ ਸਾਹਿਬਾਨ ਦੀਆਂ ਵੀ ਗੱਲਾਂ ਕਰਦੇ ਹਾਂ। ਤਾਂ ਮੈਨੂੰ ਭਾਈ ਕਹਿਤਾ, ਭਾਈ ਸਿੰਘ ਜੀ, ਮੈਂ ਆਪਣੇ ਪ੍ਰੋਫੈਸਰ ਰਾਜਕੁਮਾਰ ਹੰਸੋ ਜੀ, ਸਾਰੇ ਆਪਾਂ ਜਾਣਦੇ ਹਾਂ ਇਸ ਯੰਗ ਹਿਸਟੋਰੀਅਨ ਕਲੱਬ ਦੇ ਨਾਲ ਜੁੜੇ ਹੋਏ ਨੇ, ਸ਼ਿੱਦਤ ਦੇ ਨਾਲ, ਮੁਹੱਬਤ ਦੇ ਨਾਲ। ਉਹਨਾਂ ਦੇ ਲੈਕਚਰ ਵੀ ਆਪਾਂ ਸੁਣੇ ਸੀਗੇ। ਇੰਟਲੈਕਚੁਅਲ ਲੋਕ ਨੇ। ਔਰ ਮੇਰਾ ਫੇਰ ਜਿਹੜਾ ਵੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਹੋਰੀ ਜਿਹੜੀ ਸਾਰੀ ਸਿੱਖਿਆ ਹੈ, ਉਹ ਯੁੱਧ ਦੀ ਸਿੱਖਿਆ ਜਿਹੜੀ ਹੈ, ਉਹ ਫਿਰ ਇੱਕ ਉਹ ਦਲਿਤ ਭਾਈ ਤੋਂ ਵੀ ਲੈ ਰਹੇ। ਉਧਰ ਉਹ ਬ੍ਰਾਹਮਣ ਹੈ, ਪੰਡਿਤ ਹੈ ਪਰਾਗਾ, ਤੇ ਇੱਧਰ ਭਾਈ ਜੱਤਾ, ਜਾਂ ਉਹਨਾਂ ਦਾ ਸਾਰੇ ਦਾ ਸਾਰਾ ਸਤਿਗੁਰੂ ਨਾਨਕ ਦੇਵ ਤੋਂ ਲੈ ਕੇ ਅੱਗੇ ਤੱਕ ਦੀਆਂ ਜਿਹੜੀਆਂ ਜੜਾਊ ਆ ਜਾਂਦੇ ਨੇ। ਸੋ ਮੈਂ ਹਿਊਮਨ ਬਿਹਾਰ ਦੀ ਵੀ ਗੱਲ ਕਰ ਰਿਹਾ। ਜਦੋਂ ਕਿਤੇ ਤੁਸੀਂ ਉੱਪਰ, ਬਹੁਤ ਕਿਤੇ ਉੱਪਰ ਉੱਠ ਜਾਂਦੇ, ਜਿਹਦੇ ਵਿੱਚ ਫਿਰ ਤੁਹਾਨੂੰ ਸਿਰਫ ਮੁਹੱਬਤ, ਇਨਸਾਨੀਅਤ, ਮਾਨਵੀ ਮੁੱਲ, ਮੈਂ ਇਹਦੇ ਨਾਲ ਆਪਣੇ ਆਪ ਨੂੰ ਫੇਰ ਮੈਂ ਵੀ ਜੇ ਜੋੜਾਂ, ਤੇ ਜੇ ਭਾਈ ਜੱਤੇ ਦਾ ਪਰਿਵਾਰ ਨਾਲ ਸਾਂਝ ਹੈ, ਤਾਂ ਮੇਰੀ ਸਾਂਝ ਵੀ ਉਸ ਪਰਿਵਾਰ ਨਾਲ ਇਹ ਬਣਦੀ ਹੈ ਕਿ ਭਾਈ ਜੱਤਾ ਹੋਰਾਂ ਦੀ ਸ੍ਰੀ ਗੁਰਬਿਲਾਸ ਕਥਾ ਜਿਹੜੀ ਆ, ਉਹਨੂੰ ਅੰਗਰੇਜ਼ੀ 'ਚ ਟਰਾਂਸਲੇਟ ਕੀਤਾ ਪ੍ਰੋਫੈਸਰ ਸਿੰਘ ਹੋਰਾਂ ਨੇ। ਉਹ ਸਾਡੀ ਭੈਣ ਹੈ, ਵੱਡੀ ਭੈਣ ਹੈ, ਬੜੌਦਾ ਯੂਨੀਵਰਸਿਟੀ 'ਚ ਅੰਗਰੇਜ਼ੀ ਦੀ ਪ੍ਰੋਫੈਸਰ, ਬੜੀ ਅੰਗਰੇਜ਼ੀ ਆਉਂਦੀ ਯਾਰ। ਤੇ ਮੇਰਾ ਨੋਵਲ ਸ਼ਾਂਤੀ ਪਰਵ ਵੀ ਉਹਨਾਂ ਨੇ ਹੀ ਟਰਾਂਸਲੇਟ ਕੀਤਾ, ਤੇ ਅਸੀਂ ਏਦਾਂ ਕਿਤੇ ਨਾ ਕਿਤੇ ਭੈਣ ਭਰਾਵਾਂ ਵਾਂਗ ਵੀ ਆਪਸ ਵਿੱਚ ਕਿਤੇ ਨਾ ਕਿਤੇ ਇਹ ਸ਼ਰਧਾ ਵਾਲੇ ਰਿਸ਼ਤੇ ਜੁੜੇ ਹੁੰਦੇ ਆ। ਮੈਂ ਤੁਹਾਨੂੰ ਵੈਰੀ ਇੰਟਰਸਟਿੰਗ ਗੱਲ ਦੱਸਦਾ, ਫਲੋਰ ਦੇ ਵਿੱਚ ਹੀ ਸੂਫੀ ਦਰਵੇਸ਼, ਮੇਰੇ ਪਿਤਾ ਜੀ ਦੇ ਦਾਦਾ ਗੁਰੂ ਸੰਤ ਬ੍ਰਹਮਦਾਸ, ਸਰਵਰ ਸਰਕਾਰ ਸੰਤ ਬ੍ਰਹਮਦਾਸ ਚਿਸ਼ਤੀ ਸਾਬਰੀ ਖਾਨਦਾਨ ਚੋਂ, ਜੜਾਓ ਦੀ ਗੱਲ ਮੈਂ ਕਰ ਰਿਹਾ ਤੁਹਾਡੇ ਨਾਲ, ਜਲੰਧਰ ਦੇ ਨਾਲ ਮੇਰਾ ਜੜਾਓ ਦੀ ਵੀ ਗੱਲ ਯਾਰ ਸੁਣ ਲਓ। ਤਾਂ ਉਹ ਇਹ ਹੈ ਕਿ ਮੇਰਾ ਨਾਮ ਦੇਸ ਰਾਜ ਉਹਨਾਂ ਦਾ ਰੱਖਿਆ ਹੋਇਆ, ਸੰਤ ਬ੍ਰਹਮਦਾਸ ਜੀ ਉਹਨਾਂ ਦਾ। ਔਰ ਸੰਤ ਬ੍ਰਹਮਦਾਸ ਜੀ ਹੋਰੀ ਬਹੁਤ ਹੀ ਸ਼ਿੱਦਤ ਦੇ ਨਾਲ ਦੋਸਤ ਨੇ ਡਾਕਟਰ BR ਅੰਬੇਦਕਰ ਹੋਰਾਂ ਦੇ। ਲੁਧਿਆਣੇ ਦੇ ਵਿੱਚ ਡਾਕਟਰ BR ਅੰਬੇਦਕਰ ਦੀ ਫੇਰੀ ਸੰਤ ਬ੍ਰਹਮਦਾਸ ਜੀ ਹੋਰਾਂ ਦੇ ਬੇਨਤੀ ਕਰਨ ਦੇ ਉੱਤੇ, ਉਹਨਾਂ ਦੇ ਬਾਬਾ ਸਾਹਿਬ ਕਹਿਣ ਦੇ ਉੱਤੇ ਹੀ ਪਈ ਫੇਰੀ ਧੁੰਮਾਂ ਪਈਆਂ ਨੇ। ਮੈਂ ਦੀ ਫੇਰੀ ਜਿਹੜੀ 1951 ਦੀ ਉਹਦੀ ਗੱਲ ਕੀਤੀ ਸੀ, ਤੇ ਮੈਂ ਲੁਧਿਆਣੇ ਦੀ ਫੇਰੀ ਦੀ ਗੱਲ ਕਰਦੇ ਹਾਂ।
ਤਾਂ ਮੈਨੂੰ ਐਂ ਲੱਗਦਾ ਹੁੰਦਾ ਕਿ ਯਾਰ ਮੈਂ ਵੀ ਡਾਕਟਰ ਅੰਬੇਡਕਰ ਨਾਲ ਜੁੜਿਆ ਹੋਇਆ ਆ, ਕਿਉਂਕਿ ਮੇਰੇ ਪੜਦਾਦਾ ਗੁਰੂ ਜਿਹੜੇ ਨੇ, ਮੇਰੇ ਪਿਤਾ ਜੀ ਦੇ ਦਾਦਾ ਗੁਰੂ ਜਿਹੜੇ ਨੇ ਸੂਫੀ ਦਰਵੇਸ਼ ਚਿਸ਼ਤੀ ਖਾਨਦਾਨ ਚੋਂ, ਤਾਂ ਉਹਨਾਂ ਦੀ ਦੋਸਤੀ ਜੇ ਹੈ, ਜੇ ਉਹ ਮੇਰਾ ਨਾਮਕਰਨ ਕਰ ਰਹੇ ਨੇ ਤੇ ਕਿਤੇ ਡਾਕਟਰ ਅੰਬੇਡਕਰ ਨੇ ਹੀ ਉਹਨਾਂ ਦੇ ਕੰਨ 'ਚ ਫੂਕ ਮਾਰੀ ਹੋਣੀ, ਮੁੰਡੇ ਦਾ ਨਾਂ ਦੇਸਰਾਜ ਰੱਖਦੇ, ਸਿਆਣਾ। ਇਹ ਉਹਨਾਂ ਬਜ਼ੁਰਗਾਂ ਦੀਆਂ ਦੁਆਵਾਂ ਨੇ ਤੇ ਉਹਨਾਂ ਦੇ ਉਹ ਸਾਰੇ ਜੁੜਾਓ ਨੇ। ਸੈਕੰਡ ਅਸੀਂ ਵੰਡ ਨੂੰ ਲੈ ਕੇ ਗੱਲ ਵੀ ਹੈ ਨਾ, ਤੇ ਕੁਛ ਦੋਸਤਾਂ ਦੀਆਂ ਮੈਨੂੰ ਫ਼ੋਨ ਤੇ ਵੀ ਗੱਲਾਂ ਹੋਈਆਂ, ਕੁਛ ਦੋਸਤਾਂ ਦੇ ਮੈਂ ਹਵਾਲੇ ਵੀ ਦੇਖੇ, ਕੁਛ ਦੋਸਤਾਂ ਦੇ ਕਮੈਂਟਸ ਵੀ ਦੇਖੇ। ਤਾਂ ਫਿਰ ਮੇਰੇ ਮਨ ਦੇ ਵਿੱਚ ਆਉਂਦਾ ਸੀਗਾ ਕਿ ਮੈਂ ਲੰਬੀ ਉਹਦੇ ਕੋਈ ਗੱਲਬਾਤ ਵਿੱਚ ਨਾ ਜਾਵਾਂ, ਤਾਂ ਮੈਂ ਤੇ ਜਿਹੜੀ ਤੁਹਾਨੂੰ ਗੱਲ ਕਹੀ ਸੀ ਕਿ ਮੈਂ ਆਪਣੇ ਨੋਵਲ ਦੇ ਹਵਾਲੇ ਦੇ ਨਾਲ ਇੱਕ ਗੱਲ ਜਿਹੜਾ ਹੈ ਉਹ ਮੈਂ ਕਰ ਲਾਂਗਾ। ਇੱਕ ਪੈਰਾ ਤੁਹਾਨੂੰ ਮੈਂ ਸੁਣਾਵਾਂਗਾ ਤੇ ਉਹਦੇ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਕਿ ਇੱਧਰ ਜਿਹੜੇ ਜਿਹਨੂੰ ਆਪਾਂ ਹਿੰਦੂ ਮੈਂਟੈਲਿਟੀ ਕਵਾਂਗੇ, ਉਹ ਕਿੱਥੇ ਖੜੇ ਸੀ, ਚਾਹੇ ਉਹ ਪੜ੍ਹੇ ਲਿਖੇ ਸੀ। ਮੈਂ ਸ਼ਹਿਰ ਦੀ ਗੱਲ ਹੋਈ ਸੀ ਜਲੰਧਰ ਦੀ, ਤਾਂ ਕੱਲ੍ਹ ਤੁਹਾਡੇ ਦੋਸਤਾਂ ਦੇ ਕਮੈਂਟ ਵੀ ਆਏ ਸੀਗੇ। ਪੜ੍ਹੇ ਲਿਖੇ ਪਠਾਨਾਂ ਜਾਂ ਹੋਰ ਸਾਡੇ ਹਿੰਦੂ ਕਮਿਊਨਿਟੀ ਦੇ ਵਿੱਚ ਵੀ ਬਹੁਤ ਇੰਟੈਲੈਕਚੁਅਲ ਲੋਕਾਂ, ਪੜ੍ਹੇ ਲਿਖੇ ਲੋਕਾਂ ਦਾ ਇਹ ਸ਼ਹਿਰ ਰਿਹਾ ਹੈ। ਇਹ ਸ਼ਹਿਰ ਬਹੁਤ ਗਜ਼ਬ ਦਾ ਸ਼ਹਿਰ ਹੈ। ਤੇ ਇਹਦੀਆਂ ਮੈਂ ਤੁਹਾਨੂੰ ਉਹ ਢਲਾਣਾਂ, ਨਿਵਾਣਾਂ ਦੇ ਵਿੱਚ ਮੈਂ ਨਹੀਂ ਲੈ ਕੇ ਜਾਂਦਾ, ਮੈਂ ਉਚਾਣਾਂ ਦੇ ਵਿੱਚ ਹੀ ਲੈ ਕੇ ਜਾਂਦਾ, ਕਿਉਂਕਿ ਜਲੰਧਰ ਦੀ ਟੀਵੀ ਟਾਵਰ ਵੀ ਉਹ ਹੈ ਖੁਰਲੇ ਕਿੰਗਰਿਆਂ ਦੇ ਵਿੱਚ। ਖੁਰਲਾ ਕਿੰਗਰਾ ਫਿਰ ਮੇਰੇ ਉਹ ਪਿੰਡ ਦਾ ਨੇੜਲਾ ਪਿੰਡ, ਜਿੱਥੋਂ ਦੇ ਮੁਸਲਮਾਨਾਂ ਨੇ ਕਿਹਾ ਸੀ ਅਸੀਂ ਮਿੱਠੇਪੁਰ ਦੇ ਉੱਤੇ ਇੱਕ ਇੱਕ ਚੁਟਕੀ ਮਿੱਟੀ ਦੀ ਪਾਈਏ ਤਾਂ ਪੂਰ ਕੇ ਰੱਖ ਦਿਆਂਗੇ, ਜਿੱਥੇ ਖਾਕੀ ਸ਼ਾਹ ਮਲੰਗ ਦੀ ਉਹ ਜਗ੍ਹਾ ਹੈਗੀ ਆ। ਔਰ ਮੈਂ ਇਟਸ ਆਲਸੋ ਵੈਰੀ ਇੰਟਰਸਟਿੰਗ ਐਨ ਸੁੱਖ ਜੀ, ਮੈਨੂੰ ਲੱਗਦਾ ਅੱਜ ਨਾ ਵੀ ਹੋਏ ਸਾਡੇ ਨਾਲ ਤਾਂ ਕੱਲ੍ਹ ਨੂੰ ਹੋ ਜਾਣਗੇ ਜਾਂ ਪਰਸੋਂ ਨੂੰ ਹੋ ਜਾਣਗੇ, ਜਾਂ ਕਿਤੇ ਨਾ ਕਿਤੇ ਮੈਂ ਉਹਨਾਂ ਨਾਲ ਗੱਲ ਕਰਾਂਗਾ। ਕਿ ਮੈਂ ਹੈਰਾਨ ਹਾਂ ਕਿ ਉਹਨਾਂ ਦਾ ਮੈਨੂੰ ਇੱਕ ਟਰੈਵਲ ਲੱਭਦਾ, ਔਰ ਉਹਨਾਂ ਬਾਰੇ ਇਹ ਮਿੱਥ ਵੀ ਲੱਭਦੀ ਹੈ ਕਿ ਉਹ ਭਾਈ ਜਿੱਥੇ ਜਾਂਦੇ ਨੇ ਉੱਥੇ ਰਹਿੰਦੇ ਨੇ। ਘੋਟਣਾ ਉਹਨਾਂ ਦਾ, ਭੰਗ ਘੋਟਣ ਵਾਲਾ ਸਾਰਾ ਉੱਥੇ ਉਹ ਕਰਦੇ ਨੇ, ਲੋਕਾਂ ਦਾ ਭਲਾ ਕਰਦੇ ਨੇ ਉਹ ਸਾਰੇ ਦਾ ਸਾਰਾ। ਤੇ ਉਹ ਫਿਰ ਉੱਥੇ ਚੜ੍ਹਾਈ ਕਰ ਜਾਂਦੇ ਨੇ, ਉਹ ਕਫਨ ਦਫਨ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਫਿਰ ਉੱਠ ਕੇ ਉੱਥੋਂ ਨਿਕਲ ਤੁਰਦੇ ਨੇ ਤੇ ਕਿਸੇ ਅਗਲੀ ਜਗ੍ਹਾ ਦੇ ਉੱਤੇ ਜਾਂਦੇ ਨੇ। ਤਾਂ ਮੈਂ ਇਹ ਦੇਖਿਆ ਕਿ ਮੈਨੂੰ ਮੈਂ ਚੰਡੀਗੜ੍ਹ ਤੋਂ ਪਿੰਜੌਰ, ਤਾਂ ਮੈਨੂੰ ਰਾਹ ਦੇ ਵਿੱਚ ਵੀ ਕਈ ਜਗ੍ਹਾ ਉਹਨਾਂ ਦੀਆਂ ਮਿਲੀਆਂ ਉਹ ਦਰਗਾਹਾਂ, ਖਾਕੀ ਸ਼ਾਹ ਮਲੰਗ ਹੋਰਾਂ ਦੀਆਂ, ਔਰ ਮੈਨੂੰ ਪਿੰਜੌਰ ਦੇ ਵਿੱਚ ਵੀ ਉਹਨਾਂ ਦੀ ਦਰਗਾਹ ਮਿਲੀ। ਤੇ ਉਹ ਫਿਰ ਉਹ ਟਰੈਵਲ ਕੀ ਹੈ ਉਹਨਾਂ ਦਾ, ਮੈਂ ਅਜੇ ਤੱਕ ਉਹਦੇ ਤੇ ਸਮਝ ਨਹੀਂ ਪਾਇਆ ਮੈਂ ਉਹਨੂੰ। ਬਟ ਮੈਨੂੰ ਇਹ ਟਰੈਵਲ ਕੋਈ ਅਧਿਆਤਮਕ, ਕੋਈ ਫਿਲਾਸਫੀਕਲ, ਕੋਈ ਵਿਚਾਰਧਾਰਕ, ਕੋਈ ਚੇਲੇ ਜਾਂ ਉਹਨਾਂ ਅੱਗੇ ਆਪਣੇ ਆਈਡੀਓਲੋਜੀ ਵਾਲੇ ਬੰਦੇ ਸੂਫੀਆਂ ਨੂੰ ਤੋਰਦੇ ਸੀਗੇ, ਪਰ ਇਹ ਟਰੈਵਲ ਉਹਨਾਂ ਦਾ ਕੀ ਆ? ਇਹ ਬੜਾ ਰਹੱਸਮਈ ਹੈ ਮੇਰੇ ਨਾਲ ਕਿ ਉਹ ਉੱਥੇ ਰਹਿੰਦੇ ਨੇ, ਕਰਦੇ ਨੇ ਕਫਨ ਦਫਨ ਤੋਂ ਫਿਰ ਉੱਠ ਕੇ ਤੁਰ ਪੈਂਦੇ ਨੇ ਉਹ ਅੱਗੇ। ਉਹ ਖੁਰਲੇ ਕਿੰਗਰੇ ਵਿੱਚ ਮੈਂ ਗੱਲ ਇਹ ਕਰ ਰਿਹਾ ਜੀ ਉਚਾਣ ਦੀ, ਉੱਥੇ ਟੀਵੀ ਟਾਵਰ ਹੈ, ਇੰਡੀਆ ਦੇ 10 ਵੱਡੇ ਟਾਵਰਾਂ ਦੇ ਵਿੱਚੋਂ ਟੈਲੀਕਮਿਊਨੀਕੇਸ਼ਨ ਰੇਡੀਓ ਵਾਲਾ ਉਹ ਟਾਵਰ ਹੈ। ਤੁਹਾਨੂੰ ਇੰਟਰਨੈਟ ਦੇ ਉੱਤੇ ਦੀ ਫੋਟੋ ਮਿਲ ਸਕਦੀ ਹੈ। ਅਸੀਂ ਤਾਂ ਉਹ ਸਾਡੇ ਘਰਾਂ ਦੀ ਛੱਤ ਤੋਂ ਇੱਧਰੋਂ ਜਲੰਧਰੋਂ ਵੀ ਤੇ ਉਧਰੋਂ ਪਿੰਡ ਮਿਠੇਪੁਰੋਂ ਵੀ ਉਹ ਦੇਖਦਾ ਹੁੰਦਾ ਸੀਗਾ। ਤਾਂ ਉਹ ਪੱਗ ਨੂੰ ਹੱਥ ਰੱਖਣਾ ਪੈਂਦਾ ਜਦੋਂ ਤੁਸੀਂ ਉਸ ਟਾਵਰ ਨੂੰ ਦੇਖਦੇ ਆ। ਮੈਂ ਉਹਦੀ ਉਚਾਈ ਕਿੰਨੀ ਹੈ ਇਹਦੇ ਵਿੱਚ ਨਾ ਹੀ ਜਾਵਾਂ, ਟੈਕਨੀਕਲ ਹੁੰਦੀਆਂ ਨੇ। ਤਾਂ ਮੈਂ ਦੱਸ ਰਿਹਾ ਸੀਗਾ ਕਿ ਉਹ ਫਿਰ ਉਹ ਲੋਕ ਕਿਵੇਂ ਸੋਚਦੇ, ਉਹ ਵੰਡ ਬਾਰੇ, ਉਹ ਮੁਸਲਿਮ ਬਾਰੇ ਕਿਵੇਂ ਸੋਚਦੇ ਆ, ਉਹ ਕਤਲੋ-ਗਾਰਤ ਬਾਰੇ ਕਿਵੇਂ ਸੋਚਦੇ ਆ, ਉਹ ਪਾਕਿਸਤਾਨ, ਹਿੰਦੁਸਤਾਨ ਦੇ ਬਣਾਏ ਜਾਣ ਬਾਰੇ ਕਿਵੇਂ ਸੋਚਦੇ ਆ। ਉਹ ਛੋਟਾ ਜਿਹਾ ਪੈਰਾ ਆ ਤੇ ਤੁਹਾਨੂੰ ਮੇਰੇ ਲਿਟਰੇਚਰ ਦੇ ਵੀ ਦਰਸ਼ਨ ਹੋ ਜਾਣਗੇ। ਮੇਰਾ ਲਾਲਚ ਵੀ ਆ ਯਾਰ, ਮੈਂ ਨਾਵਲਕਾਰ ਵੀ ਹਾਂ, ਮੇਰੇ ਨਾਵਲ ਦੀ ਤੁਸੀਂ ਗੱਲ ਨਹੀਂ ਕਰਦੇ। ਮੈਨੂੰ ਪਤਾ ਨਹੀਂ ਕਿਹੜੇ ਚੱਕਰਾਂ 'ਚ ਤੁਸੀਂ ਪਾਇਆ ਹੋਇਆ, ਤੌਹੀਦ ਜੀ ਉਹਨਾਂ ਨੇ ਪਾਇਆ ਹੋਇਆ ਤੇ ਉਹ ਮੇਰੀ ਭੈਣ ਕੋਲਾ ਚੀਮਾ ਆ, ਉਹ ਪਿੱਛੇ ਵਧਾਈਆਂ ਲੋਕਾਂ ਨੂੰ ਦਿੰਦੀ, ਉਹ ਕਰਦੀ ਰਹਿੰਦੀ, ਚੱਕਦੇ ਦੇਖੋ ਤੁਸੀਂ ਉਹ ਕੀ ਕਿਹਾ ਆ, ਆਹ ਦੇਖੋ ਫਿਰ ਹੁਣ ਉਹ ਕੀ ਰਿਹਾ ਹੈ। ਮੇਰਾ ਨਾਵਲ ਹੈ ਜੀ ਇਹ ਸ਼ਹਿਰ ਵਿੱਚ ਸਥਾਨ ਹੋਣ ਦਾ ਮਤਲਬ, ਤੇ ਉਹਦੇ ਵਿੱਚ ਇੱਕ ਮੈਂ ਕਰੈਕਟਰ ਤੁਹਾਨੂੰ ਦੱਸਣ ਲੱਗਾ ਆ ਤਾਂ ਕਿ ਜਲੰਧਰ ਦੇ ਲੋਕਾਂ ਦੀ ਵੰਡ ਪ੍ਰਤੀ ਸਾਈਕੋਲੋਜੀ ਕੀ ਸੀ, ਉਹ ਕਿਹਦੀ ਸੋਚ। ਇੱਕ ਛੋਟਾ ਜਿਹਾ ਜ਼ਿਆਦਾ ਮੈਂ ਜ਼ਿਆਦਾ ਬੋਰ ਨਹੀਂ ਕਰਦਾ, ਤੁਸੀਂ ਬੋਰ ਹੋਵੋਗੇ ਨਹੀਂ, ਮੈਨੂੰ ਇੰਨਾ ਪਤਾ, ਮੈਂ ਵਧੀਆ ਲਿਖਾਂਗਾ। ਲਓ ਜੀ, ਇਹ ਨਵਾਂ ਹੀ ਕਰੈਕਟਰ ਆ ਗਿਆ ਹੈ, ਨਾਮ ਹੈ ਪ੍ਰਾਣਨਾਥ। ਆਪਾਂ ਇਹਦਾ ਨਾਮ ਬਦਲ ਕੇ ਪ੍ਰਾਣ ਕਾਲੀਆ ਰੱਖ ਲੈਂਦੇ। ਕਾਲੀਆ ਬ੍ਰਾਹਮਣ ਚ ਗੋਤਰ ਹੈ। ਇਹ ਦੁਕਾਨਦਾਰਾਂ ਦੇ ਕੋਲ ਬੈਠਾ ਰਹਿੰਦਾ ਹੈ, ਪੂਰੇ ਬਾਜ਼ਾਰ ਵਿੱਚ ਇਹਦੀ ਉੱਠਣੀ ਬੈਠਣੀ ਹੈ। ਇਹ ਆਪਣੀ ਹੀ ਕਿਸਮ ਦਾ ਫਿਲਾਸਫਰ ਟਾਈਪ ਬੰਦਾ, ਹਰ ਗੱਲ ਦਾ ਨਿਚੋੜ ਇਹਨੇ ਕੱਢ ਰੱਖਿਆ ਹੈ। ਕਈਆਂ ਨੂੰ ਤਾਂ ਇਹਦੇ ਨਿਚੋੜ ਵਿਵੇਕਾਨੰਦ
ਵਿਵੇਕਾਨੰਦ ਦੇ ਬੋਲਾਂ ਵਾਂਗ ਰਟੇ ਪਏ। ਮਸਲਨ ਇਹਨੇ ਨਿਚੋੜ ਕੱਢਿਆ ਹੈ ਕਿ ਤੀਵੀਂ ਨੂੰ ਬੰਦੇ ਕੋਲੋਂ 3 ਚੀਜ਼ਾਂ ਚਾਹੀਦੀਆਂ ਨੇ, ਆਦਰ, ਪੈਸਾ, ਲਿੰਗ। ਬੰਦੇ ਨੂੰ ਤੀਵੀਂ ਕੋਲੋਂ ਇੱਕ ਚੀਜ਼ ਚਾਹੀਦੀ ਹੈ, ਬਿਨਾਂ ਸ਼ਰਤ ਸਮਰਪਣ। ਤੁਸੀਂ ਉਹਦੀ ਸਾਈਕੋਲੋਜੀ 'ਚ ਚਲੇ ਜਾਓ ਤੇ ਫਿਰ ਮੈਂ ਤੁਹਾਨੂੰ ਦੱਸਦਾ ਉਹ ਕਿਵੇਂ ਸੋਚ ਰਿਹਾ ਬਣ। ਬਿਨਾਂ ਸ਼ਰਤ ਸਮਰਪਣ, ਆਪ ਭਾਵੇਂ ਉਹ ਕਿਸੇ ਵੀ ਹਾਲਤ ਵਿੱਚ ਹੋਵੇ, ਬੰਦੇ ਨੂੰ ਇਨਕਾਰ। ਕਮਲਾ ਇਵੇਂ ਹੀ ਇਹਦੀਆਂ ਹੋਰ ਗੱਲਾਂ ਨੇ ਜਿਨ੍ਹਾਂ ਨੂੰ ਬਹੁਤ ਪਸੰਦ ਕਰਦਾ ਹੈ। ਕਮਲਾ ਮੰਨਦਾ ਹੈ ਨਿਓ ਕਨਵਰਟਡ ਮੁਸਲਮਾਨ ਉਹਨੇ ਮੁਤਸਵੀ ਨਹੀਂ ਹੁੰਦੇ ਸਨ। ਇਹਨੇ ਨਿਚੋੜ ਕੱਢਿਆ ਹੈ। ਫਿਰ ਇਹਦਾ ਫਲਸਫਾ ਅੱਗੇ ਚੱਲਦਾ ਹੈ। ਮੁਸਲਮਾਨ ਸਾਡੇ ਨਾਲ ਮਰਜ ਵਿਦ ਵਾਲੇ ਰਾਹ ਉੱਤੇ ਖੜੇ ਸਨ, ਮਰਜ ਇਨ ਟੂ ਵਾਲੀ ਪੋਜੀਸ਼ਨ ਨਹੀਂ। ਫਿਰ ਲਾਈਨ ਸੁਣ, ਮੁਸਲਮਾਨ ਸਾਡੇ ਨਾਲ ਮਰਜ ਵਿਦ ਵਾਲੇ ਰਾਹ ਉੱਤੇ ਖੜੇ ਸਨ, ਮਰਜ ਇਨ ਟੂ ਵਾਲੀ ਪੋਜੀਸ਼ਨ ਨਹੀਂ। ਉਹ ਆਪਣੀ ਹੋਂਦ ਨਹੀਂ ਸਨ ਗਵਾਉਣਾ ਚਾਹੁੰਦੇ। ਮਰਜ ਵਿਦ ਭਾਵ ਬਗਲਗੀਰ ਹੋਣ ਲਈ ਤਿਆਰ, ਪਰ ਮਰਜ ਇਨਟੂ ਭਾਵ ਵਿਲੀਨ ਹੋਣ ਲਈ ਤਿਆਰ ਨਹੀਂ। ਫਿਰ ਅੰਗਰੇਜ਼ਾਂ ਨੇ ਕਨਵੈਨਸ਼ਨ ਕੀਤੀ, ਪਾਵਰ ਹੱਥ ਦੇਣ ਲਈ ਜਿਨ੍ਹਾਂ ਨੂੰ ਸੱਦਿਆ ਨਾ, ਉਸ ਮਰਦ ਦੇ ਬੱਚੇ ਦਾ ਖੂਨ ਖੌਲ ਉੱਠਿਆ। ਫਿਰ ਤਾਂ ਉਹਨੇ ਲਲਕਾਰ ਹੀ ਦਿੱਤਾ ਕਿ ਅਸੀਂ ਜੰਗ ਲਈ ਤਿਆਰ ਹਾਂ। ਫਸਾਦ ਸ਼ੁਰੂ ਹੋ ਗਏ। ਹਿੰਦੂ ਪਹਿਲਾਂ ਹੀ ਤਿਆਰ ਬੈਠਾ ਸੀ। ਹੁਣ ਉਹਦੀ ਸਾਈਕੋਲੋਜੀ ਤੋਂ ਮੈਂ ਜਲੰਧਰ ਦੇ ਇੱਕ ਇੰਟੈਲੈਕਚੁਅਲ ਬ੍ਰਾਹਮਣ ਹਿੰਦੂ ਦੀ ਸਾਈਕੋਲੋਜੀ ਤੋਂ ਗੱਲ ਕਰ ਰਿਹਾ। ਸਮਝਿਓ ਕਰੈਕਟਰ ਨੂੰ ਕੀ ਕਹਿ ਰਿਹਾ। ਹਿੰਦੂ ਪਹਿਲਾਂ ਹੀ ਤਿਆਰ ਬੈਠਾ ਸੀ। ਇਹ ਹਿੰਦੂ ਨੂੰ ਨਪੁੰਸਕ ਸਮਝਦੇ ਸੀ। ਉਹ ਹੁੰਦਾ ਅਨਓਪਰੈਸਿਵ ਬਟ ਅਨਯੀਲਡਿੰਗ। ਉਹਨੇ ਅੜਾਟ ਕਢਾ ਦਿੱਤੇ, ਲੱਖਾਂ ਲੋਕ ਕਤਲ ਹੋ ਗਏ। ਮੇਰਾ ਇੱਕ ਦੋਸਤ ਮੁਸਲਮਾਨ ਸੀ, ਬਸਤੀ ਸ਼ੇਖ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਪ੍ਰਵੋਕ ਨਾ, 12 ਬਸਤੀਆਂ ਦੀ ਆਪਾਂ ਗੱਲ। ਉਹ ਕਹਿੰਦਾ ਕੀ ਕਰ ਲੈਣਗੇ, ਲੋਕਾਂ ਨੇ ਕਰਕੇ ਦਿਖਾ ਦਿੱਤਾ। ਮੈਂ ਉਹਨਾਂ ਨੂੰ ਸਮਝਾਇਆ ਕਿ ਮੁਸਲਮਾਨ ਪੈਟਰੋਲ ਹੈ, ਪਰ ਹਿੰਦੂ ਪਾਣੀ ਹੈ। ਜੇ ਪੈਟਰੋਲ ਨੂੰ ਅੱਗ ਪੈ ਜਾਵੇ ਤਾਂ ਬੁਝਾਈ ਜਾ ਸਕਦੀ ਆ, ਪਰ ਜੇ ਪਾਣੀ ਨੂੰ ਅੱਗ ਪੈ ਗਈ ਤਾਂ ਬੁਝਣੀ ਨਹੀਂ ਬੁਝੀ। ਫਿਰ ਇਹਨਾਂ ਤੋਂ ਮੈਂ ਜੋ ਕਿਹਾ ਉਹੀ ਸੱਚ। ਹੁਣ ਇਹਦੀ ਪਰਤ ਦੇ ਵਿੱਚ ਜਾ ਕੇ ਤੁਸੀਂ ਜਿਵੇਂ ਵੀ ਇਹਨੂੰ ਐਨਾਲਿਸਿਸ ਕਰ ਸਕਦੇ ਆ। ਜਲੰਧਰ ਦੇ ਵਿੱਚ ਗੱਡੀ ਵੀ ਵੱਢੀ ਗਈ, ਉੱਥੇ ਕਿੰਨੀਆਂ ਉਹ ਹੋਈਆਂ। ਜਿਸ ਵੇਲੇ ਜਿਹੜੀ ਗੱਲ ਜਲੰਧਰ ਕੈਂਟ ਦੀ ਗੱਲ ਕਰਦੇ ਸੀਗੇ, ਪਟੇਲ ਹੋਰੀ ਜਦੋਂ ਜਲੰਧਰ ਕੈਂਟ ਆਏ ਨੇ, ਉੱਥੇ ਉਹਨਾਂ ਦਾ ਲੈਕਚਰ ਦਿੱਤਾ। ਉਸ ਤੋਂ ਬਾਅਦ ਫਸਾਦ ਵੀ ਸ਼ੁਰੂ ਹੋਏ। ਔਰ ਬਾਬੂ ਲਾਭ ਸਿੰਘ ਸ਼ਹੀਦ ਨੂੰ ਵੀ ਮੈਂ ਅਦਬ ਦੇਣਾ ਚਾਹੁੰਦਾ, ਜਿਹੜੇ ਉਹਨਾਂ ਫਸਾਦਾਂ ਦੇ ਵਿੱਚ ਸ਼ਹੀਦ ਹੋਏ ਸੀ, ਜਿਹੜੇ ਫਸਾਦ ਨਹੀਂ ਸੀ ਹੋਣ ਦੇਣਾ ਚਾਹੁੰਦੇ। ਆਇਰਿਸ਼ ਉਹ ਕਮਾਂਡਰ, ਉਹ ਫੌਜੀਆਂ ਵਾਲੀਆਂ ਗੱਲਾਂ 1920 ਵਾਲੀਆਂ ਗੱਲਾਂ ਕੁਛ ਦੋਸਤਾਂ ਨੇ ਕੀਤੀਆਂ ਨੇ। ਮੈਨੂੰ ਲੱਗਦਾ ਮੇਰੇ ਹਵਾਲੇ ਨਾਲ ਉਹ ਮੈਂ ਉਹਦੇ ਤੇ ਬਹੁਤਾ ਕੋਈ ਗੱਲਾਂ ਨਾ ਹੀ ਕਰਾਂ ਤਾਂ ਚੰਗਾ ਆ। 2-3 ਸਵਾਲ ਉੱਥੇ ਪੈਦਾ ਹੋਏ ਸੀਗੇ, ਮੈਂ ਜ਼ਿਆਦਾ ਲੰਬਾ ਅੱਜ ਨਹੀਂ ਲਿਜਾਣਾ, ਬਟ ਉਹ 2-3 ਗੱਲਾਂ ਦੇ ਜਵਾਬ ਨੰਦ ਲਾਲ ਨੂਰਪੁਰੀ ਹੋਰਾਂ ਨੂੰ ਦੋਸਤਾਂ ਨੇ ਯਾਦ ਕੀਤਾ ਸੀਗਾ। ਤੇ ਨੰਦ ਲਾਲ ਨੂਰਪੁਰੀ ਹੋਰਾਂ ਦਾ ਹਵਾਲਾ ਨੱਚ ਲੈਣ ਦੇ ਨੀ ਮੈਨੂੰ ਦਿਓਰ ਦੇ ਵਿਆਹ ਵਿੱਚ, ਅੱਗ ਦੇ ਭਭੂਕੇ ਵਾਂਗੂ ਮੱਚ ਲੈਣ ਦੇ ਨੀ ਮੈਨੂੰ ਦਿਓਰ ਦੇ ਵਿਆਹ ਵਿੱਚ। ਜਾਂ ਫਿਰ ਉਹ ਕਹਿੰਦੇ ਜਿਹਨੂੰ ਝੂਠ ਝੂਠ ਕਹਿੰਦੇ ਹੋ, ਸੱਚ ਲੈਣ ਦੇ ਨੀ, ਚੁੰਮ ਚੁੰਮ ਰੱਖਾਂ ਨੀ ਮੈਂ ਕੱਲ ਕੀ ਜੁਝਾਰ ਦੀ। ਉਹਨਾਂ ਦੇ ਐਸੇ ਗੀਤ। ਔਰ ਤੈਨੂੰ ਮੈਂ ਨੰਦ ਲਾਲ ਨੂੰ ਜਲੰਧਰ 'ਚ ਰਹਿੰਦੇ ਸੀਗੇ, ਮਾਡਲ ਹਾਊਸ ਦਾ ਏਰੀਆ, ਉੱਥੇ ਖੂਹੀ 'ਚ ਡਿੱਗ ਕੇ ਉਹਨਾਂ ਦੀ ਮੌਤ ਹੋਈ। ਉਹ ਸੁਸਾਈਡ ਸੀ ਜਾਂ ਗਰੀਬੀ ਸੀ ਜਾਂ ਕੀ ਸੀ, ਉਹਨੂੰ ਮੈਂ ਨਹੀਂ ਜਾਣਾ। ਪਰ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਲਾਹੌਰ ਟੀਵੀ ਤੋਂ ਇੱਕ ਵਾਰੀ ਦੋਸਤੋ, ਯਾਰ ਤੁਸੀਂ ਲਾਹੌਰੀਓ, ਤੁਸੀਂ ਯਾਰ ਕਿੰਨੇ ਚੰਗੇ ਬੰਦੇ ਆ। ਉਹ ਗੱਲਾਂ ਦਾ ਬੰਦਾ ਗੱਲਾਂ ਹੁੰਦੀਆਂ ਰਹਿੰਦੀਆਂ ਨਾ, ਸਾਨੂੰ ਸਾਡਾ ਆਹ ਦੇ ਦਿਓ, ਸਾਨੂੰ ਉਹ ਕਰ ਦਿਓ। ਤੇ ਉਹ ਆਂਦੇ ਯਾਰ ਤੁਸੀਂ ਕਸ਼ਮੀਰ ਲੈ ਲਓ, ਸਾਡੀ ਸੁਰਿੰਦਰ ਕੌਰ ਸਾਨੂੰ ਦੇ ਦਿਓ। ਇਹ ਲਾਹੌਰ ਰੇਡੀਓ ਤੋਂ ਅਨਾਉਂਸ ਹੋਇਆ। ਕੈਨ ਇਮੈਜਿਨ ਐਸੇ ਉਹ ਲੋਕ ਹੋਣਗੇ, ਹਨਾ। ਤਾਂ ਮੈਂ ਉਸ ਭਾਵੁਕਤਾ 'ਚ ਮੈਂ ਆਪਣੇ ਨਹੀਂ ਜਾਂਦਾ। ਬਟ ਸੁਰਿੰਦਰ ਕੌਰ ਨੇ ਨੰਦ ਲਾਲ ਨੂਰਪੁਰੀ ਦੇ ਗੀਤ ਗਾਏ। ਉਹ ਰੇਡੀਓ ਦੇ ਉੱਤੇ ਵੱਜਦੇ ਹੁੰਦੇ ਸੀ। ਰੇਡੀਓ ਨੰਦ ਲਾਲ ਨੂਰਪੁਰੀ ਕੋਲ ਹੈ ਨਹੀਂ ਸੀ, ਤਾਂ ਉਹ ਫਿਰ ਆਪਣੇ ਮੁਹੱਲੇ ਦੇ ਕਿਸੇ ਘਰ ਦੀ ਬਾਰੀ ਦੇ ਨਾਲ ਕੰਨ ਲਾ ਕੇ ਸੁਰਿੰਦਰ ਕੌਰ ਦੇ ਗਾਏ ਹੋਏ ਨੰਦ ਲਾਲ ਨੂਰਪੁਰੀ ਦੇ ਆਪਣੇ ਗੀਤ ਸੁਣਿਆ ਕਰਦਾ ਜੀ। ਪੰਡਿਤ ਚਰਨਜੀਤ ਜੀ ਦੀਪਕ ਪਬਲਿਸ਼ਰ ਦੇ ਮਾਲਕ, ਮੈਨੂੰ ਬਜ਼ੁਰਗਾਂ ਨੇ ਮੈਨੂੰ ਇਹ ਗੱਲਾਂ, ਨੰਦ ਲਾਲ ਨੂਰਪੁਰੀ ਨੂੰ ਉਹਨਾਂ ਨੇ ਛਾਪਿਆ, ਦੀਪਕ ਪਬਲਿਸ਼ਰ ਨੇ। ਮੇਰੀ ਸਾਂਝ ਇਹ ਵੀ ਜਲੰਧਰ ਦੇ ਨਾਲ ਨੰਦ ਲਾਲ ਨੂਰਪੁਰੀ ਨਾਲ ਹੈ ਕਿ ਜਿਹੜਾ ਪਬਲਿਸ਼ਰ ਨੰਦ ਲਾਲ ਨੂਰਪੁਰੀ ਦਾ, ਮੇਰਾ ਪਬਲਿਸ਼ਰ
ਉਹਦੇ ਹੁਣ ਪੁੱਤ ਪੋਤੇ ਨੇ ਬਾਬੇ ਦੇ ਬੜੇ ਪਿਆਰੇ ਲੋਕ ਹੁੰਦੇ ਸੀਗੇ। ਡਾਕਟਰ ਜਗਤਾਰ ਹੋਣੀ ਸਾਰੇ ਜੁੜੇ ਹੋਏ ਉਹਨਾਂ ਦੇ ਨਾਲ ਜਿੰਨਾ ਕੰਮ ਉਹਨਾਂ ਨੇ ਕੀਤਾ। ਜਦੋਂ ਮੈਂ ਨੰਦ ਲਾਲ ਨੂਰਪੁਰੀ ਹੋਣੀ ਦੇ ਰਾਈਟਰ ਦੇ ਤੌਰ ਤੇ ਦੇਖਦਾ ਤਾਂ ਫਿਰ ਜਲੰਧਰ ਦੇ ਕਾਫੀ ਹਾਊਸ ਦੀ ਗੱਲ ਕਰਨੀ ਬਹੁਤ ਲਾਜ਼ਮੀ ਹੈ। ਜਲੰਧਰ ਦੇ ਕਾਫੀ ਹਾਊਸ ਨੇ ਬਹੁਤ ਹੀ ਇੰਟੈਲੈਕਚੁਅਲ ਪੂਰੇ ਇੰਡੀਆ ਦੇ ਵਿੱਚ ਅਸੀਂ ਉਹ ਕਾਫੀ ਹਾਊਸ ਕਲਚਰ ਦਾ ਜਿਹੜਾ ਹੈ ਉਹ ਜ਼ਿਕਰ ਕਰਦੇ ਹਾਂ ਤੇ ਜਲੰਧਰ ਦੇ ਕਾਫੀ ਹਾਊਸ ਨੇ ਬਹੁਤ ਇੰਟੈਲੈਕਚੁਅਲ ਲੋਕ ਪੈਦਾ ਕੀਤੇ। ਅਮਰਜੀਤ ਚੰਦਨ ਵਰਗੇ, ਪ੍ਰੇਮ ਪ੍ਰਕਾਸ਼ ਵਰਗੇ, ਸਤਿਆਪਾਲ ਗੌਤਮ ਜਿਹੜੇ ਵਾਈਸ ਚਾਂਸਲਰ ਹੈ, ਜੋਤੀ ਰਾਓ ਫੂਲੇ ਯੂਨੀਵਰਸਿਟੀ ਦੇ, ਮੁੜ ਕੇ JNU ਦੇ ਫਿਲਾਸਫੀ ਵਿਭਾਗ ਦੇ ਪ੍ਰੋਫੈਸਰ ਰਹੇ ਉਹ। ਮੇਰੇ ਬੜੇ ਅੱਛੇ, ਮੇਰੇ ਨਾਲ ਵੀ ਉਹਨਾਂ ਦੇ ਬੜੇ ਅੱਛੇ ਦੋਸਤਾਨਾ ਸੰਬੰਧ ਸੀਗੇ। ਮੇਰੇ ਕੋਲ ਆ ਜਾਂਦੇ ਜਾਂ ਧੋਤੀ ਲਾ ਕੇ ਅਸੀਂ ਇਕੱਠਿਆਂ ਨੇ ਉਹ ਰਸੋਈ ਦਾ ਕਾਰੋਬਾਰ ਵੀ ਕਰਦੇ ਸੀਗੇ। ਤੇ ਮੈਂ ਕਾਫੀ ਹਾਊਸ ਦੀ ਆਉਣ ਵਾਲੀਆਂ ਗੱਲਾਂ ਜੇ ਜਸਵੰਤ ਸਿੰਘ ਬਿਰਦੀ ਜਾਂ ਹੋਰ ਬਹੁਤ ਸਾਰੇ ਲੋਕਾਂ ਦਾ ਨਾਂ ਲੈਣਾ, ਪ੍ਰੇਮ ਪ੍ਰਕਾਸ਼ ਹੋਰਾਂ ਦਾ ਨਾਮ ਮੈਂ ਲਿਆ, ਸਤਿਆਪਾਲ ਗੌਤਮ ਹੋਰਾਂ ਦਾ ਨਾਮ ਲਿਆ ਮੈਂ, ਤਾਂ ਅਵਤਾਰ ਪਾਸ਼ ਦਾ ਅੱਜ ਜਨਮ ਦਿਨ ਹੈ। ਰੈਵੋਲੂਸ਼ਨਰੀ ਪੋਏਟ, ਨੈਕਸਟ ਰਾਈਟ ਮੂਵਮੈਂਟ ਦਾ ਬਹੁਤ ਗਹਿਰਾ ਨਾਮ, ਔਰ ਉਹਦੇ ਤੋਂ ਬਾਅਦ ਪਾਸ਼ ਦੀ ਪੋਇਟਰੀ ਨੇ ਇਕੱਲੇ ਪੰਜਾਬੀ ਪੋਇਟਰੀ ਨੂੰ ਨਹੀਂ ਪ੍ਰਭਾਵਿਤ ਕੀਤਾ ਬਲਕਿ ਹਿੰਦੀ ਪੋਇਟਰੀ ਦੇ ਬਹੁਤ ਸਾਰੇ ਐਸੇ ਨਾਮ ਦੇ ਸਕਦੇ ਹਾਂ ਜਿਹੜੇ ਪਾਸ਼ ਦੀ ਪੋਇਟਰੀ ਤੋਂ ਪ੍ਰਭਾਵਿਤ। ਹੋਰ ਬਹੁਤ ਸਾਰੇ ਉੱਥੇ ਪੋਲੀਟੀਕਲ ਲੋਕਾਂ ਦੇ ਮੈਂ ਨਾਂ ਲੈ ਸਕਦਾ ਜਿਹੜੀ ਕਾਫੀ ਹਾਊਸ ਦੀ ਦੇਣ ਆ। ਉੱਥੇ ਦੀਆਂ ਡਿਬੇਟਾਂ ਜਿਹੜੀਆਂ ਨੇ ਜਲੰਧਰ ਦੇ ਇੰਟੈਲੈਕਚੁਅਲ ਖੇਮਿਆਂ ਦੇ ਵਿੱਚ ਉਹ ਸਾਰੀਆਂ ਡਿਬੇਟਾਂ ਜਿਹੜੀਆਂ ਉਹਨਾਂ ਦਾ ਜ਼ਿਕਰਯੋਗ ਸਥਾਨ ਹੈ। ਜੇ ਕਾਫੀ ਹਾਊਸ ਦੀ ਗੱਲ ਕਰਦਾ ਤੇ ਜੇ ਮੈਂ ਜਲੰਧਰ ਆਲ ਇੰਡੀਆ ਰੇਡੀਓ ਦੀ ਗੱਲ ਨਾ ਕਰਾਂ ਤਾਂ ਭਾਈ ਫੇਰ ਹੋਰ ਮਾੜੀ ਗੱਲ ਹੈ। ਜਲੰਧਰ ਆਲ ਇੰਡੀਆ ਰੇਡੀਓ ਬਹੁਤ ਦੇਰ ਪਹਿਲਾਂ ਤੋਂ ਬਣਿਆ ਹੋਇਆ ਔਰ ਜਲੰਧਰ ਆਲ ਇੰਡੀਆ ਰੇਡੀਓ ਦੀ ਕੰਟਰੀਬਿਊਸ਼ਨ ਹੈ ਉਹ ਗੀਤ ਨੂੰ, ਸੰਗੀਤ ਨੂੰ, ਫੋਕ ਨੂੰ, ਉਹ ਟ੍ਰੈਡੀਸ਼ਨਲ ਸਾਜ਼ਾਂ ਨੂੰ। ਪਹਿਲੀ ਵਾਰ ਹੈ ਕਿ ਉੱਥੇ ਕਲਾਰਨੈਟ ਵਜਾਉਣ ਵਾਲੇ ਸਾਡੇ ਤੁਹਾਡੇ ਇੱਧਰੋਂ ਸਿਆਲਕੋਟ ਤੋਂ ਉੱਜੜ ਕੇ ਆਏ ਹੋਏ ਬਜ਼ੁਰਗ, ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ, ਬਟ ਉਹ ਕਲਾਰਨੈਟ ਐਸੀ ਵਜਾਉਂਦੇ ਸੀਗੇ ਕਿ ਕਲਾਸੀਕਲ ਇੰਸਟਰੂਮੈਂਟ ਦੇ ਤੌਰ ਤੇ ਇੰਟਰੋਡਿਊਸ ਕਰਵਾਇਆ ਗਿਆ ਜਲੰਧਰ ਆਲ ਇੰਡੀਆ ਰੇਡੀਓ ਦੇ ਵਿੱਚ। ਮੈਂ ਤੁਹਾਨੂੰ ਉਹਦੇ ਨਾਲ ਜੁੜੀ ਹੋਈ ਇੱਕ ਦੱਸ ਦਿੰਦਾ, ਉਹਨਾਂ ਦਾ ਪੋਤਾ ਸੀ, ਉਹ ਸਾਡਾ ਦੋਸਤ ਹੈ ਭੱਟੀ, ਔਰ ਉਹਦਾ ਤਾਜ਼ਾ ਵਿਆਹ ਹੋਇਆ ਸੀ। ਕਿਉਂਕਿ ਸੰਗੀਤ ਨਾਲ ਜੁੜੇ ਹੋਏ ਲੋਕ ਹੁੰਦੇ ਆ ਨਾ, ਇਹ ਪਿਤਾ ਪੁਰਖੀ ਖੂਨ ਚ ਰਚਿਆ ਹੁੰਦਾ ਕਿਤੇ। ਤੇ ਉਹ ਭਾਈ ਉਹ ਬੈਠਾ ਆਪਣੀ ਘਰਵਾਲੀ ਨਾਲ ਤੇ ਗਲੀ ਚੋਂ ਬਰਾਤ ਲੰਘੀ ਤੇ ਉਹ ਕਲਾਰਨੈਟ ਵਾਲਾ ਕੋਈ ਉਸਤਾਦ ਹੋਣਾ, ਉਹਨੇ ਕੋਈ ਸੁਰ ਮਾਰ ਦਿੱਤਾ ਤੇ ਉਹ ਸੁਰ ਭੱਟੀ ਦੇ ਲੜ ਗਿਆ ਤੇ ਭੱਟੀ ਦੀਆਂ ਨਿਕਲ ਗਈਆਂ ਤਾਹਾਂ। ਉਹ ਰੋਣ ਲੱਗ ਪਿਆ ਤੇ ਉਹਦੀ ਘਰਵਾਲੀ ਘਬਰਾ ਗਈ ਵੀ ਭਾਈ ਇਹਨੂੰ ਬੈਠੇ ਬੈਠੇ ਨੂੰ ਨਵਾਂ ਹੋਇਆ ਸੀ। ਉਹ ਉਹਨੂੰ ਪੁੱਛੇ ਤੈਨੂੰ ਹੋਇਆ ਕੀ ਆ? ਉਹ ਕਹਿੰਦਾ ਤੈਨੂੰ ਦੱਸਾਂ ਕੀ? ਔਰ ਉਹਨੇ ਫਿਰ ਬੇਨਤ ਕੀਤੀ ਆਪਣੇ ਘਰਦਿਆਂ, ਕਹਿੰਦਾ ਯਾਰ ਉਹ ਕਲਾਰਨੈਟ ਵਾਲੇ ਨੂੰ ਕਹੋ ਜਦੋਂ ਗਲੀ ਤੋਂ ਦੁਬਾਰਾ ਲੰਘੇ ਉਹ ਫੂਕ ਨਾ ਮਾਰ ਦੇਵੇ ਕਿਤੇ ਕਲਾਰਨੈਟ ਦੇ ਵਿੱਚ। ਤੋ ਇਹ ਲੋਕ ਜਲੰਧਰ ਦੇ ਵਿੱਚ, ਔਰ ਇੱਕ ਹੋਰ ਇਸੇ ਤਰੀਕੇ ਦੀ ਮੈਨੂੰ ਪਤਾ ਲੱਗੀ ਸੀ, ਸੁਦਰਸ਼ਨ ਫਾਕਿਰ ਹੋਰਾਂ ਨੇ ਮੇਰੇ ਨਾਲ ਉਹ ਗੱਲ ਕੀਤੀ, ਚੜ੍ਹਾਈ ਕਰ ਗਏ ਨੇ, हमने सोचा था कि बरसात में बरसे शराब, आई बरसात तो बरसात ने दिल तोड़ दिया। ਜਗਜੀਤ ਸਿੰਘ ਹੋਰਾਂ ਨੇ ਜਾਂ ਹੋਰ ਬਹੁਤ ਵੱਡੇ ਲੋਕਾਂ ਨੇ, ਬੇਗਮ ਅਖਤਰ ਹੋਰਾਂ ਨੇ ਉਹਨਾਂ ਦੀਆਂ ਗਜ਼ਲਾਂ ਗਾਈਆਂ। ਉਹਨਾਂ ਨੇ ਮੈਨੂੰ ਦੱਸਿਆ ਕਿ ਬੀਬੀ ਨੂਰਾਂ, ਦੇਖੋ ਨਾ ਕਿਹੜੇ ਫਕੀਰ ਲੋਕ ਝੁੱਗੀਆਂ ਝੌਂਪੜੀਆਂ ਚ ਰਹਿਣ ਵਾਲੇ ਜਿਹਨਾਂ ਨੂੰ ਕਿਸੇ ਨੇ ਵੀ ਨਹੀਂ ਸੀ ਦੇਖਣਾ, ਕਿਵੇਂ ਉੱਥੇ ਡਾਇਰੈਕਟਰ ਇੱਥੇ ਰਹਿੰਦੇ ਨੇ ਤੇ ਉਹ ਝੁੱਗੀਆਂ ਦੇ ਵਿੱਚੋਂ ਲੰਘਦੇ ਤੇ ਬੀਬੀ ਨੂਰਾਂ ਦੀ ਗੱਲ, ਕੁੱਲੀ ਰਾਹ ਦੇ ਵਿੱਚ ਪਾਈ ਅਸਾਂ ਤੇਰੇ ਤੇ ਆਉਂਦਾ ਜਾਂਦਾ ਤੱਕਦਾ ਰਹੀ। ਉਹ ਕੰਸਰਟ ਸੀਗਾ, ਉਹ ਆਪਣਾ ਹੀ ਸੁਰ ਲਾਇਆ, ਆਪਣਾ ਹੀ ਸੁਰ ਉਹਨੂੰ ਲੜ ਗਿਆ ਔਰ ਉਹ ਬੀਬੀ ਬੇਹੋਸ਼ ਹੋ ਗਈ। ਜਲੰਧਰ ਆਲ ਇੰਡੀਆ ਰੇਡੀਓ ਦੀ ਉਦਾਹਰਣ ਹੈ। ਐਸ ਮੀਸ਼ਾ ਹੋਣੀ ਸਾਡੇ ਕਿੱਡੇ ਵੱਡੇ ਪੋਏਟ ਹੈ, ਅਸੀਂ ਉਹਨਾਂ ਨੂੰ ਯਾਦ ਕਰ ਸਕਦੇ ਹਾਂ। ਜੇ ਜਲੰਧਰ ਫੇਰ ਜੇ ਉਹ ਕਰਦੇ ਆ ਤਾਂ ਫਿਰ ਸਾਨੂੰ ਦੀਆਂ ਵੀ ਗੱਲਾਂ ਕਰਨੀਆਂ ਪੈਂਦੀਆਂ ਨੇ। ਜਲੰਧਰ ਦੇ ਪੂਰੇ ਪੰਜਾਬ ਦੇ ਕਲਚਰ ਨੂੰ, ਮਿਊਜ਼ਿਕ ਨੂੰ, ਆਰਟਿਸਟਾਂ ਨੂੰ, ਡਰਾਮਿਆਂ ਨੂੰ, ਜੋ ਵੀ ਹੈ ਸਾਰੇ ਦਾ ਸਾਰਾ ਜਲੰਧਰ ਦਰਸ਼ਨ ਦੀ ਜਿਹੜੀ ਦੇਣ ਹੈ। ਜਸਵੰਤ ਦੀਪ ਵਰਗੇ, ਅਮਤੋਜ ਵਰਗੇ, ਸਵਿਤੋਜ ਵਰਗੇ, ਹਰਜੀਤ ਸਿੰਘ ਹੋਰਾਂ ਵਰਗੇ, ਹੋਰ ਬਹੁਤ ਸਾਰੇ ਐਸੇ ਨਾਮ ਹੋਣਗੇ। ਅੱਜ ਕੱਲ੍ਹ ਪੁਨੀਤ ਸਹਿਗਲ ਹੋਰੀ ਦੇਖ ਰਹੇ ਨੇ, ਡਾਇਰੈਕਟਰ ਨੇ ਉਹਦੇ, ਔਰ ਉਹ ਕਿਸ ਤਰੀਕੇ ਦੇ ਨਾਟਕ ਦੇ ਵਿੱਚ ਉਹਨਾਂ ਲੋਕਾਂ ਦਾ ਕੰਮ ਹੈ, ਨਾਟਕ ਦੇ ਵਿੱਚ ਰੇਡੀਓ ਵਾਲਿਆਂ ਦਾ ਬੜੀਆਂ ਆਵਾਜ਼ਾਂ ਨੇ ਸਾਡੇ ਕੋਲ। ਮੈਂ ਜਿਹਦੀ ਪੈਦਾਇਸ਼ ਹੈ ਐਜ਼ ਅ ਰਾਈਟਰ, ਉਹ ਦਿਹਾਤੀ ਪ੍ਰੋਗਰਾਮ ਹੈ। ਠੰਡੂ ਰਾਮ ਹੁਣੀ ਉਹ ਸਾਰੇ ਦਾ ਸਾਰਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਪਿਤਾ ਜੀ ਨੇ ਰੇਡੀਓ ਲਾ ਲੈਣਾ ਤੇ ਅਸੀਂ ਉਹ ਦਿਹਾਤੀ ਪ੍ਰੋਗਰਾਮ ਸੁਣਨਾ, ਠੰਡੂ ਰਾਮ ਹੋਰਾਂ ਦੀਆਂ ਗੱਲਾਂ, ਭਾਈਆ ਜੀ ਦੀਆਂ ਗੱਲਾਂ। ਔਰ ਮੁੜ ਕੇ ਜਦੋਂ ਉਹਨਾਂ ਬਜ਼ੁਰਗਾਂ ਨੂੰ ਅਸੀਂ ਮਿਲੇ ਹਾਂ ਤੇ ਅੱਖਾਂ ਨਮ ਹੋ ਜਾਂਦੀਆਂ ਸੀਗੀਆਂ ਕਿ ਯਾਰ ਇਹਨਾਂ ਨੂੰ ਸੁਣ ਕੇ ਅਸੀਂ ਬੋਲਣੇ ਲਿਖਣੇ ਸਿੱਖੇ। ਜਸਵੰਤ ਦੀਦ ਹੋਰੀ ਸਾਡੇ ਕਿੱਡੇ ਵੱਡੇ ਸ਼ਾਇਰ ਨੇ, ਆਲ ਇੰਡੀਆ ਰੇਡੀਓ ਨਾਲ ਵੀ ਜੁੜੇ ਰਹੇ, ਦੂਰਦਰਸ਼ਨ ਦੇ ਨਾਲ ਜੁੜੇ ਰਹੇ। ਤੋ ਜਲੰਧਰ ਦੇ ਵਿੱਚੋਂ ਇਹ ਵੀ ਤੇ ਸੈਕੰਡ ਇੱਕ ਹੋਰ ਵੀ ਹੈ, ਤੁਹਾਨੂੰ ਮਾਝੇ ਦੇ ਵਿੱਚ, ਮਾਲਵੇ ਦੇ ਵਿੱਚ ਥੀਏਟਰ ਮਿਲ ਜਾਏਗਾ।
ਹਨਾ, ਸਟੇਜੀ ਡਰਾਮਾ ਮਿਲ ਜਾਏਗਾ, ਉਹਦੇ ਕਲਾਕਾਰ ਮਿਲ ਜਾਣਗੇ ਤੁਹਾਨੂੰ, ਕੇਵਲ ਧਾਲੀਵਾਲ ਉਹਨਾਂ ਨੂੰ ਅਸੀਂ ਯਾਦ ਕਰ ਸਕਦੇ ਹਾਂ, ਈਵਨ ਮੋਹਾਲੀ ਦੇ ਵਿੱਚ ਸਾਹਿਬ ਸਿੰਘ ਹੋਰਾਂ ਨੂੰ ਯਾਦ ਕਰ ਸਕਦੇ, ਸ਼ਬਦੀਸ਼ ਹੋਰਾਂ ਨੂੰ, ਅਨੀਤਾ ਸ਼ਬਦੀਸ਼ ਹੋਰਾਂ ਨੂੰ, ਹਰਦੀਪ ਗਿੱਲ ਹੋਰਾਂ ਨੂੰ, ਅਨੀਤਾ ਦੇਵਗਨ ਹੋਰਾਂ ਨੂੰ, ਸਚਦੇਵ ਜਗਦੀਸ਼ ਸਚਦੇਵਾ ਹੋਰਾਂ ਨੂੰ, ਜਾਂ ਹੋਰ ਬਹੁਤ ਸਾਰੇ ਮਾਲਵੇ ਦੇ ਵਿੱਚ ਮੇਰੇ ਵੀਰ ਹੈਗੇ ਨੇ, ਜਿਹੜੇ ਨਾਟਕ ਨਾਲ ਜੁੜੇ ਹੋਏ ਨੇ, ਹਾਸਾ ਸਿੰਘ ਹੋਰੀ ਹੈ ਜਾਂ ਪਦਸਮਾਨਤ ਨਾਲ ਜੁੜੀਆਂ ਤੁਹਾਨੂੰ ਮਿਲ ਜਾਣਗੇ, ਪਰ ਜਲੰਧਰ ਦੇ ਵਿੱਚ ਤੁਹਾਨੂੰ ਘੱਟ ਮਿਲਣਗੇ। ਜਲੰਧਰ ਦੇ ਵਿੱਚ ਪਰ ਤੁਹਾਨੂੰ ਜਿਹੜੇ ਟੀਵੀ ਨਾਟਕ ਦੇ ਵਿੱਚ ਹਿੱਸਾ ਲੈਣ ਵਾਲੇ ਕਲਾਕਾਰ ਉਹ ਬਹੁਤ ਜ਼ਿਆਦਾ ਮਿਲ ਜਾਣਗੇ। ਸੋ ਇੱਕ ਅਵੇਲੇਬਿਲਿਟੀ ਦੀ ਗੱਲ ਨੇ ਕਿਵੇਂ ਤੁਹਾਡੀ ਫਾਰਮ ਦੇ ਵਿੱਚ ਵੀ ਇੱਕ ਤਬਦੀਲੀ ਲੈ ਆਂਦੀ, ਜਲੰਧਰ ਦੀ ਇੱਕ ਇਹ ਵੀ ਖੂਬਸੂਰਤ ਗੱਲ ਹੈਗੀ ਆ। ਮੈਂ ਆਖਰੀ ਗੱਲ ਕਰ ਦੇਣੀ ਹੈ, ਮੈਨੂੰ ਜੇ ਮੈਂ ਟਾਈਮ ਦੇਖਦਾ ਤਾਂ ਮੈਨੂੰ ਘੰਟਾ ਹੋ ਚੱਲਿਆ, ਜ਼ਿਆਦਾ ਨਹੀਂ ਬੋਲਣਾ ਚਾਹੀਦਾ ਹੁੰਦਾ। ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ, ਗੁਰਸ਼ਮਸ਼ੀਰ ਸਿੰਘ ਹੋਰਾਂ ਨੇ ਉਹਦਾ ਸੰਦਰਭ ਛੇੜਿਆ ਸੀਗਾ। ਮੇਰੇ ਕੋਲ ਉਸ ਸੰਦਰਭ ਬਾਰੇ ਕਾਮੜ ਗੰਧਰਵ ਸੇਨ ਕੋਛੜ ਹੋਰੀ ਦੇਸ਼ ਭਗਤ ਹੋਏ ਨੇ, ਕਿਰਤੀ ਪਾਰਟੀ ਨਾਲ ਜੁੜੇ ਰਹੇ, ਲਾਲ ਪਾਰਟੀ ਨਾਲ ਜੁੜੇ ਰਹੇ, ਦੇਸ਼ ਭਗਤ ਯਾਦਗਾਰ ਕਮੇਟੀ ਨਾਲ ਜੁੜੇ ਰਹੇ, ਉਹਦੇ ਜਨਰਲ ਸੈਕਟਰੀ ਜੁੜੇ ਰਹੇ। ਮੈਂ ਉਸ ਵੇਲੇ ਉਹਨਾਂ ਦੀ ਹਿਸਟਰੀ ਸਬ ਕਮੇਟੀ ਦੇ ਵਿੱਚ ਗਦਰ ਪਾਰਟੀ ਤੇ ਕੰਮ ਕੀਤਾ ਖਾਸਾ ਵਰੇ। ਉਹਨਾਂ ਬਜ਼ੁਰਗਾਂ ਦੀ ਮੈਂ ਛਤਰ ਛਾਇਆ, ਉਹਨਾਂ ਦਾ ਮੈਂ ਮੁਨਸ਼ੀ ਰਿਹਾ ਹਾਂ, ਜਿਹਨਾਂ ਨੂੰ ਕਹਿੰਦਾ ਹੈ ਨਾ, ਉਹ ਜਿਹੜੇ ਕਾਤਬ ਲੋਕ ਹੁੰਦੇ ਨੇ ਤੇ ਉਹਨਾਂ ਦੇ ਪੈਰਾਂ ਵਿੱਚ ਬੈਠ ਕੇ ਲਿਖਣ ਵਾਲੇ ਲੋਕ। ਤਾਂ ਉਹਨਾਂ ਨੇ ਮੈਨੂੰ ਦੱਸਿਆ ਸੀ, ਉਹਨਾਂ ਨੇ ਨੂਰ ਮਹਿਲ ਦੇ ਉੱਤੇ ਖਾਸਾ, ਉਹ ਨੂਰ ਮਹਿਲ ਤੋਂ ਸੀਗੇ, ਮੈਂ ਉਹਦੇ ਨਾਲ ਉਹਨਾਂ ਨਾਲ ਜੋੜ ਕੇ ਵੀ ਕੁਝ ਗੱਲਾਂ ਨੂਰ ਮਹਿਲ ਦੀਆਂ ਗੱਲਾਂ ਕਰਨੀਆਂ, ਕੱਲ ਆਪਾਂ ਸਰਾਂ ਦੀਆਂ ਗੱਲਾਂ ਕੀਤੀਆਂ ਸੀ ਉੱਥੇ ਦੀਆਂ ਸਾਰੀਆਂ। ਤਾਂ ਉਹ ਦੱਸਦੇ ਸੀਗੇ ਕਿ ਉਹ ਭਰਾ ਹੀ ਸੀਗਾ, ਉਹ ਉੱਥੇ ਰਹਿੰਦਾ ਸੀ, ਉਹ ਮੋਰੀ, ਉਹ ਇੱਕ ਸਿਕਿਉਰਿਟੀ ਗਾਰਡ ਵਜੋਂ ਸੀਗਾ, ਉਹ ਆਪਣੀ ਅਕਲਤਾ ਨੂੰ ਭੰਗ ਕਰਨ ਵਾਸਤੇ ਤੇ ਉਹ ਇਕਾਰਾ ਵਜਾਉਂਦਾ ਹੁੰਦਾ ਸੀਗਾ, ਤੇ ਕੋਈ ਨਾ ਕੋਈ ਗੀਤ ਗੁਣਗੁਣਾਉਂਦਾ ਹੋਏਗਾ, ਕੋਈ ਫੋਕ ਦੇ ਵਿੱਚੋਂ ਗੁਣਗੁਣਾਉਂਦਾ ਹੋਏਗਾ। ਤਾਂ ਫਿਰ ਉਹਦੇ ਬਾਰੇ ਹੀ ਉਹ ਜਿਹੜੀ ਉਹ ਲੋਕ ਮੁਹਾਵਰੇ ਵਾਂਗ, ਲੋਕ ਬੋਲੀ ਵਾਂਗ, ਲੋਕ ਵਾਂਗ, ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ, ਚੱਲ ਵਿਆਹ ਕਰਵਾ ਲਈਏ ਹੀਰਿਆ ਤੂੰ ਕਾਲਾ ਮੈਂ ਗੋਰੀ। ਤੇ ਉਹ ਕਿਤੇ ਨਾ ਕਿਤੇ ਇੰਟਰਕਾਸਟ ਮੈਰਿਜਿਸ ਵਾਲੀਆਂ ਗੱਲਾਂ ਵੀ ਕਿਤੇ ਨਾ ਕਿਤੇ ਭਾਈ ਪਤਾ ਨਹੀਂ ਪਈਆਂ ਹੁੰਦੀਆਂ ਨੇ ਲੋਕਾਂ ਦੇ ਮਨਾਂ ਵਿੱਚ। ਕਿਤੇ ਨੂਰ ਮਹਿਲ 'ਚ ਵੀ ਇਹੋ ਜਿਹਾ ਰੈਵੋਲੂਸ਼ਨਰੀ ਕੋਈ ਬੰਦਾ ਹੋਇਆ ਹੋਣਾ ਜਿਹਨੇ ਕਿਤੇ ਗੋਰੀ ਬੀਬੀ ਦੇ ਨਾਲ ਵਿਆਹ ਕਰਵਾਇਆ, ਜਾਂ ਗੋਰੀ ਬੀਬੀ ਨੇ ਕਿਤੇ ਉਸ ਕਾਲੇ ਨੂੰ ਕਹਿ ਦਿੱਤਾ ਵੀ ਚੱਲ ਆ ਜਾ ਯਾਰ ਵਿਆਹ ਕਰਵਾਉਂਦੇ ਆਪਾਂ। ਇਹ ਹਿੰਮਤ ਵੈਸੇ ਗੀਤ ਦੇ ਮੁਤਾਬਕ ਕੁੜੀ ਦੀ ਹਿੰਮਤ ਹੀ ਆ, ਪਰ ਉਹ ਕਿਹਨਾਂ ਵੇਲਿਆਂ ਦੇ ਵਿੱਚ ਉਹਨੇ ਹਿੰਮਤ ਦਿਖਾਈ ਆ। ਸਾਡੇ ਕੋਲ ਹੀਰ ਹੈਗੀ ਆ, ਏਡੀ ਗੱਲ ਨਹੀਂ ਆ, ਸਾਡੇ ਕੋਲ ਨੂਰ ਮਹਿਲ 'ਚ ਵੀ ਹੀਰ ਹੈਗੀ ਆ, ਸਾਡੇ ਕੋਲ ਝਾਂਸਿਆਂ ਵਾਲੀ ਹੀਰ, ਉਹ ਸਾਡੀ ਮਾਂ ਆ ਉਹ। ਅਸੀਂ ਮਾਵਾਂ 'ਚ ਗਿਣਦੇ ਹਾਂ, ਇਹਨਾਂ ਨੂੰ ਮਾਂ ਗਿਣਦੇ ਤੇ ਹੀਰ ਨੂੰ ਵੀ ਮਾਂ ਗਿਣਦੇ ਆ ਭਾਈ। ਪਰ ਮੈਂ ਕਾਮੜ ਗੰਧਰਵ ਸੈਨ ਹੋਰਾਂ ਦੇ ਹਵਾਲੇ ਨਾਲ ਗੱਲ ਕਰਦੇ, ਨੂਰ ਮਹਿਲ ਦੇ ਵਿੱਚ ਜਦੋਂ ਅਸੀਂ ਹਿਸਟੋਰੀਕਲੀ ਦੇਖਦੇ ਜਲੰਧਰ ਨੂੰ, ਤਾਂ ਇਹ ਉਹ ਬੜੀਆਂ ਪੋਲੀਟੀਕਲ ਪਾਰਟੀਆਂ ਦੇ ਨਾਲ ਜੁੜੇ ਰਹੇ, ਨੈਕਸਟ ਰਾਈਟ ਮੂਵਮੈਂਟ ਦੇ ਵਿੱਚ ਵੀ ਜੁੜੇ ਰਹੇ। ਇਸ ਵੇਲੇ ਉਹ ਉਸ ਮੂਵਮੈਂਟ ਦੇ ਨਾਲ ਜੁੜੇ ਹੋਏ ਸੀ, ਤਾਂ ਉਹਨਾਂ ਨੇ ਆਪਣੇ ਬਾਗ ਸੀ, ਉਹਨਾਂ ਦਾ ਅੰਗੂਰਾਂ ਦਾ ਬਾਗ ਹੁੰਦਾ ਸੀ। ਉਹਨਾਂ ਦੇ ਬੇਟੀ ਜਿਹੜੀ ਉਹਨਾਂ ਨੇ ਗੋਦ ਲਈ ਸੀ, ਭੈਣ ਸਾਡੇ ਸੁਰਿੰਦਰ ਕੁਮਾਰੀ ਕੁਛ, ਸਾਨੂੰ ਅੱਜ ਵੀ ਉਸੇ ਤਰੀਕੇ ਦੇ ਨਾਲ ਮੁਹੱਬਤ ਕਰਦੇ ਨੇ। ਮੈਂ ਅੱਜ ਵੀ ਉਹਨਾਂ ਨਾਲ ਫੋਨ ਦੇ ਉੱਤੇ ਗੱਲ ਕਰਕੇ ਉਹ ਮੈਗਜ਼ੀਨ ਦੀ ਗੱਲ ਕਰਦਾ ਸੀਗਾ ਕਿ ਉੱਥੇ ਫਿਰ ਭੋਰਾ ਪੱਟ ਕੇ ਬਾਗ ਦੇ ਵਿੱਚ ਉਹਨਾਂ ਨੇ ਉਹ ਅੰਡਰਗਰਾਉਂਡ ਰਹਿ ਕੇ ਭੋਰਾ ਪੱਟ ਕੇ, ਤੇ ਉੱਥੇ ਫਿਰ ਲੋਕ ਯੁੱਧ ਨਾਂ ਦਾ ਇੱਕ 15 ਰੋਜ਼ਾ ਅਖਬਾਰ ਕੱਢਦੇ ਰਹੇ ਨੇ, ਜਿਹੜਾ ਰੈਵੋਲੂਸ਼ਨਰੀ ਅਖਬਾਰ ਸੀਗਾ। ਲੰਬਾ ਸਮਾਂ ਉਹਨਾਂ ਦੇ ਨਾਲ ਉਹ ਭੈਣ ਜੀ ਆਪ ਦੱਸਦੇ ਕਿ ਕਿਵੇਂ ਉਹ ਰੋਲਰ ਫੇਰਦੇ ਹੁੰਦੇ, ਕੰਪੋਜ਼ ਕਰ ਲੈਣਾ, ਬੰਨ ਲੈਣਾ, ਪੇਜ ਰੱਖ ਦੇਣਾ ਤੇ ਉੱਤੇ ਰੋਲ ਫੇਰਨਾ ਤੇ ਉਹ ਪ੍ਰਿੰਟ ਹੋ ਜਾਣਾ। ਤੇ ਉਹ ਜਿਹੜਾ ਕਾਗਜ਼ ਰੱਖਦਾ ਸੀਗਾ ਕਾਮਰੇਡ ਜਗਰੂਪ ਉਹਦਾ ਨਾਮ ਉਹ ਲੈ ਰਹੇ ਸੀਗੇ। ਇਹ ਪ੍ਰੂਫ ਰੀਡਿੰਗ ਵੀ ਆਪ ਕਰ 1970-71 ਦੀਆਂ ਗੱਲਾਂ ਮੈਂ ਕਰ ਰਿਹਾ। ਉਸ ਤੋਂ ਬਾਅਦ ਅੰਡਰਗਰਾਉਂਡ ਹੋ ਕੇ ਬਾਅਦ ਦੇ ਵਿੱਚ ਕਾਫੀ ਲੰਬਾ ਸਮਾਂ ਉਹਨਾਂ ਦਾ ਪੂਰੇ ਭਾਰਤ ਦੇ ਵਿੱਚ ਅੰਡਰਗਰਾਉਂਡ ਦਾ ਪੀਰੀਅਡ ਹੈ। ਤਾਂ ਉਹ ਨੂਰ ਮਹਿਲ ਦੇ ਇੱਕ ਇਹ ਵੀ ਇਤਿਹਾਸਕ ਪੱਖ ਹੈ ਕਿ ਉਸ ਵੇਲੇ ਜੋ ਸ਼ਹਿਰ ਦੇ ਵਿੱਚ ਲੋਕ ਯੁੱਧ ਨਾਂ ਦਾ 15 ਰੋਜ਼ਾ ਨੂਰ ਮਹਿਲ ਦੇ ਨੂਰ ਬਾਗ ਦੇ ਵਿੱਚ ਭੋਰਾ ਪੱਟ ਕੇ ਬਣਾਈ ਹੋਈ, ਉਹ ਫਿਰ ਬਾਅਦ ਚ ਇਨਸਾਈਕਲੋਸਾਈਡ ਜਦੋਂ ਉਹ ਮਸ਼ੀਨ ਵੀ ਆ ਗਈ, ਉਹ ਲੁਧਿਆਣੇ ਚਲੇ ਗਏ ਸੀਗੇ, ਉੱਥੇ ਵੀ ਬਹੁਤੀ ਦੇਰ ਨਹੀਂ, 3 ਪਾਸੇ ਉਹਨਾਂ ਨੇ ਕੱਢੇ, ਫਿਰ ਉੱਥੋਂ ਵੀ ਉਹਨਾਂ ਨੂੰ ਨਿਕਲਣਾ ਪੈ ਗਿਆ, ਜਾਣਾ ਪੈ ਗਿਆ। ਤੇ ਇਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੁਝ ਚੀਜ਼ਾਂ ਖਿੰਡਰੀਆਂ ਪੁੰਡਰੀਆਂ ਪਈਆਂ ਹੁੰਦੀਆਂ ਨੇ, ਜਿਨ੍ਹਾਂ ਦਾ ਹੁਣ ਲੋਕ ਯੁੱਧ ਦੇ ਉੱਤੇ ਵੀ ਜੇ ਕੋਈ ਦੇਖਣਾ ਚਾਹਵੇ, ਉਸ ਵੇਲੇ ਸ਼ਹਿਰ ਬਾਰੇ ਕੋਈ ਗੱਲਾਂ ਕਰਨੀਆਂ ਚਾਹਵੇ, ਸੋਚਣਾ ਸਮਝਣਾ ਚਾਹਵੇ, ਕਾਮੜ ਗੰਧਰਵ ਸੈਨ ਹੋਰਾਂ ਨੇ ਆਪਣੀ ਸਵੈਜੀਵਨੀ ਦੇ ਵਿੱਚ ਉਹਦਾ ਜ਼ਿਕਰ ਕੀਤਾ। ਉਹ ਆਪਣੇ ਮੇਰਾ ਜ਼ਹਿਨ ਦੇ ਤੌਰ ਤੇ ਛਪੀ ਹੋਈ ਹੈ, ਪੰਜਾਬੀ ਅੰਗਰੇਜ਼ੀ ਤਿੰਨੇ ਭਾਸ਼ਾਵਾਂ ਦੇ ਵਿੱਚ ਛਪੀ ਹੋਈ ਹੈ। ਮੇਰੇ ਖਿਆਲ ਦੇ ਨਾਲ ਮੈਂ ਐਗਜ਼ੈਕਟ 1 ਘੰਟਾ ਹੋ ਗਿਆ ਮੈਨੂੰ, ਮੈਂ ਕੱਲ 1 ਘੰਟਾ ਬੋਲ ਕੇ 16-17 ਮਿੰਟ, ਬਟ ਮੈਂ ਕਹੀ ਜੀ ਮੈਂ ਇੱਥੇ ਵਿਰਾਮ ਦਿੰਦਾ ਆਪਣੀ ਗੱਲ ਨੂੰ। ਜੇ ਕੋਈ ਸਵਾਲ ਆਉਂਦਾ ਆ ਤਾਂ ਥੋੜੀ ਜਿਹੀ ਗੱਲ ਕਰ ਦਿੰਦਾ।
ਹਾਂਜੀ, ਸਵਾਲ ਤੇ ਸਾਡਾ ਇਹ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਜਲੰਧਰ ਦੇ ਵਿੱਚ ਖਾਣ ਪੀਣ ਵਾਲੀਆਂ ਸ਼ੈਵਾਂ ਕਿਹੜੀਆਂ ਵਿਸ਼ੇਸ਼ ਨੇ? ਯਾਰ ਮੇਰੇ ਗੁਆਂਢ ਆਓ, ਤੁਹਾਨੂੰ ਮੈਂ ਜੈਨ ਦੇ ਭੱਲੇ ਖਿਲਾਉਣਾ ਆ। ਅੱਛਾ, ਇਟਸ ਵੈਰੀ ਇੰਟਰਸਟਿੰਗ। ਬਾਬਾ ਭਗਤ ਸਿੰਘ ਬਿਲਗਾ ਜੀ ਹੋਣੀ ਜਦੋਂ ਵੀ ਮੈਨੂੰ ਡਿਮਾਂਡ ਕਰਨੀ, ਯਾਰ ਉਹ ਜੈਨ ਦੇ ਭੱਲੇ ਲੈ ਕੇ ਆ, ਤੇ ਮੈਨੂੰ ਕਿਸੇ ਦੋਸਤ ਨੇ ਹਵਾਲਾ ਵੀ ਦਿੱਤਾ ਸੀ, ਮੈਂ ਇਮਾਮ ਨਾਸਰ ਦੀ ਗੱਲ ਕੀਤੀ ਸੀ, ਤਾਂ ਇਮਾਮ ਨਾਸਰ ਦੇ ਵਿੱਚ ਉਹ ਜਿਹੜੀ ਕਿੰਗ ਕੁਲਫੀ ਦੀ ਗੱਲ ਕਰਦੇ ਨੇ, ਕਿ ਉੱਥੇ ਉਹ ਬਹੁਤ ਵੱਡਾ ਅੱਡਾ ਹੈ, ਉਹ ਫਲੂਦਾ ਕਿੰਗ ਕੁਲਫੀ, ਜਾਂ ਫਿਰ ਉਹ ਕੜੀ ਚੌਲ ਵਾਲਾ ਚੌਕ ਹੈ ਬਾਜ਼ਾਰ, ਫੁੱਲਾਂ ਵਾਲਾ ਬਾਜ਼ਾਰ ਉਹਨੂੰ ਕਹਿੰਦੇ ਨੇ, ਉਹਦੇ ਤੋਂ ਉਰੇ ਨੂੰ ਆ ਜਾਈਏ ਭੈਰੋਂ ਬਾਜ਼ਾਰ ਦੇ ਵਿੱਚ ਤੁਹਾਡੇ ਯਾਰ ਉਹ ਉੱਥੋਂ ਵੀ ਆਏ ਹੋਏ ਨੇ, ਮਾਈ ਗॉड ਉਹ ਸ਼ਹਿਰ, ਤੁਹਾਡੇ ਸ਼ਹਿਰ ਦਾ ਨਾਮ ਭੁੱਲ ਗਿਆ, ਬਹੁਤ ਜ਼ਿਆਦਾ ਵੱਡਾ ਸ਼ਹਿਰ ਹੈ, ਉੱਥੋਂ ਆਏ ਹੋਏ ਨੇ। ਉਹ ਕੜਾਹ ਕਤਲੰਮਾ ਜਿਹੜਾ ਹੈ ਉਹਨਾਂ ਦਾ ਬਹੁਤ ਜ਼ਿਆਦਾ ਮਸ਼ਹੂਰ ਹੈ। ਦੇਸੀ ਘੇ ਦਾ ਕੜਾਹ ਬਣਾਉਂਦੇ ਨੇ, ਕਤਲੰਮਾ ਬਣਾਉਂਦੇ ਨੇ, ਦੇਸੀ ਘੇ ਪੂੜੀ ਕੱਢਦੇ ਨੇ। ਮੇਰੇ ਦੋਸਤ ਨੇ ਮੇਰੇ ਕੋਲ ਪੈਸੇ ਨਹੀਂ ਲੈਂਦੇ, ਤੁਸੀਂ ਆਓ ਤਾਂ ਤੁਹਾਡੇ ਕੋਲੋਂ ਵੀ ਨਹੀਂ ਉਹਨਾਂ ਨੇ ਲੈਣੇ। yahoo.com ਦੀ ਬੀਬੀ ਸਾਡੇ ਕੋਲ, ਮੇਰੀ ਦੋਸਤ ਆਈ, ਰਿਵਾਤੀ ਲੌਲ ਬੜੀ ਵੱਡੀ ਪੱਤਰਕਾਰ ਹੈ, ਤੇ ਉਹਨੇ ਵੀ ਏਦਾਂ ਡਿਮਾਂਡ ਕੀਤੀ। ਮੈਂ ਕਿਹਾ ਚੱਲ ਤੈਨੂੰ ਦੇਸੀ ਘੇ ਦੀ ਪੂੜੀ, ਉਹ ਕਹਿੰਦੀ ਮਾਈ ਗॉड ਉਹ ਤਾਂ ਹੈਵੀ ਹੋਏਗੀ। ਮੈਂ ਕਿਹਾ ਚੱਲ ਤਾਂ ਸਹੀ ਯਾਰ, ਤੈਨੂੰ ਉਹ ਲਾਇਲਪੁਰੀਆਂ ਦਾ ਹੀ ਆ ਯਾਰ, ਸੌਰੀ ਮੈਂ ਤੁਸੀਂ ਲਾਇਲਪੁਰੀਆਂ ਨੂੰ ਮੈਂ ਪਿੱਛੇ ਛੱਡੀ ਜਾਂਦੇ ਆ, ਲਾਇਲਪੁਰੀਆਂ ਦਾ ਸੌਰੀ ਗੁਜਰਾਂਵਾਲਾ, 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 ਯੈਸ ਯੈਸ, ਉਹ ਗੁਜਰਾਂਵਾਲਾ ਹੈ, ਉਹਨਾਂ ਦੇ ਬਜ਼ੁਰਗ ਗੁਜਰਾਂਵਾਲਾ ਤੋਂ ਆਏ ਹੋਏ ਸੀਗੇ, ਉਹ ਬੜੇ ਮਸ਼ਹੂਰ ਨੇ। ਮੇਰੇ ਟੇਸਟ ਦੇ ਤਾਂ ਭਾਈ ਮਾਈ ਹੀਰਾ ਗੇਟ ਦੇ ਵਿੱਚ ਭਟੂਰੇ ਬੜੇ ਵਧੀਆ ਮਿਲਦੇ ਨੇ, ਤੇ ਜੇ BMC ਚੌਕ, ਹਾਲਾਂਕਿ ਉਹ ਬ੍ਰਿਟਿਸ਼ ਮੋਟਰ ਗਰਾਜ ਚੌਕ ਹੈ, ਤੇ ਜੇ ਤੁਸੀਂ ਗੋਲ ਗੱਪੇ ਖਾਣ ਦੇ ਸ਼ੌਕੀਨ ਹੋਵੋ ਤੇ ਤੁਹਾਨੂੰ BMC ਚੌਕ ਤੋਂ ਮੈਂ ਜਿਹੜਾ ਚਾਟ ਤੇ ਗੋਲ ਗੱਪੇ, ਉਹਦੀ ਕੋਈ ਰੀਸ ਨਹੀਂ ਹੈਗੀ। ਪੂੜੀਆਂ ਤੁਹਾਨੂੰ ਮਾਫ ਕਰਨਾ, ਪੂੜੀਆਂ ਜਿਹੜੀਆਂ ਆ ਉਹ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਤੁਹਾਨੂੰ ਡੇਲੀ ਉਹ ਚੇਂਜ ਕਰਦੇ ਨੇ ਆਪਣੀਆਂ ਡਿਸ਼ਿਸ ਜਿਹੜੀਆਂ ਪੂੜੀ ਦੀਆਂ। ਤੇ ਜੇ ਪਕੌੜੇ ਕੋਈ ਖਾਣ ਦਾ ਸ਼ੌਕੀਨ ਹੈ ਤੇ ਭਾਈ ਜਵਾਲੀ ਦੇ ਪਕੌੜੇ, ਜਲੰਧਰ ਕੈਂਟ ਜਾਣਾ ਪੈਣਾ ਤੁਹਾਨੂੰ। ਪਰ ਜੇ ਇੱਕ ਵਾਰੀ ਖਾ ਲਿਆ ਤੇ ਉਹ ਜਿਹੜੀ ਮਹਿਕ ਆ ਤੁਹਾਨੂੰ ਜੇ ਤਾ ਉਮਰ ਭੁੱਲ ਜਾਏ, ਤੇ ਮੈਨੂੰ ਨਹੀਂ ਲੱਗਦਾ ਕੋਈ ਐਸੀ ਉਹ ਪਤਾ ਨਹੀਂ ਭਾਈ ਉਹਨਾਂ ਕੋਲ ਕਿਆ ਰੈਸਪੀ ਹੈ ਜਵਾਲੀ ਦੇ ਪਕੌੜੇ ਜਲੰਧਰ ਕੈਂਟ ਵਿੱਚ। ਤੇ ਮੈਂ ਤਾਂ ਚਟਕੋਰਾ ਆ ਯਾਰ, ਲੇਖਕ ਹਾਂ, ਕੋਈ ਦੇਖ ਲਓ। ਇੱਧਰ ਸਾਡੇ ਨਾਲ ਕੋਈ ਦੋਸਤ ਆਵੇ ਤਾਂ ਮੈਂ ਜਲੰਧਰ ਦੀਆਂ ਸਾਰੀਆਂ ਚੀਜ਼ਾਂ ਸਿਖਾ ਸਕਦਾ ਹਾਂ। ਸਾਡੇ ਨਾਲ ਜੋ ਸੀਮਾ ਮਾਹੀ ਹੈ, ਉਹ ਵੀ ਤੁਹਾਡੇ ਦੀਆਂ ਪਕੌੜਿਆਂ ਦੀ ਗੱਲ ਕਰ ਰਹੇ ਨੇ। ਅਸੀਂ ਤੇ ਇਹ ਵੀ ਸੁਣਿਆ ਕਿ ਜਲੰਧਰ ਵਿੱਚ ਇੱਕ ਲਵਲੀ ਸਵੀਟ ਹੈ, ਐਡੀ ਵੱਡੀ ਹੋ ਗਈ ਕਿ ਲਵਲੀ ਯੂਨੀਵਰਸਿਟੀ ਵੀ ਬਣ ਗਈ। ਉਹ ਜ਼ਿਆਦਾ ਲਵਲੀ ਆ, ਮੈਨੂੰ ਉਹਦੀ ਮੈਨੂੰ ਹਜਮ ਨਹੀਂ ਹੁੰਦੀ ਯਾਰ, ਉਹ ਮਤਲਬ ਉਹਦੀ ਮਠਿਆਈ ਹਜਮ ਨਹੀਂ ਹੁੰਦੀ ਮੈਨੂੰ ਕੋਈ ਸ਼ੂਗਰ ਸ਼ਾਕਰ ਨਹੀਂ ਹੈ ਕਿ ਮੈਂ ਮਠਿਆਈ ਨਹੀਂ ਖਾ ਸਕਦਾ, ਲਵਲੀ ਦੀ ਤਾਂ ਬਿਲਕੁਲ ਨਹੀਂ ਖਾ ਸਕਦਾ। ਉਹ ਯਾਰ ਗੱਲ ਪਤਾ, ਉਹ ਪਤਾ ਨਹੀਂ ਉਸ ਚੀਪ ਬੈਸਟ ਜੋ ਵੀ ਹੈ, ਬਟ ਉਹ ਲਵਲੀ ਦੀ ਮੈਂ ਉਹਦੀ ਸਿਫਾਰਿਸ਼ ਨਹੀਂ ਕਰ ਸਕਦਾ। ਠੀਕ ਹੈ, ਤੇ ਦੂਜਾ ਸਾਡੇ ਲੈਲਪੁਰ ਦਾ ਇੱਕ ਉੱਥੇ ਖਾਲਸਾ ਕਾਲਜ ਵੀ ਹੈ ਸਾਡੇ ਲਾਲਪੁਰੀਆਂ ਦਾ, ਉਹਦੀ ਕੋਈ ਗੱਲ ਸੁਣਾਓ। ਹੈ ਲਾਲਪੁਰ ਸਕੂਲ ਹੈ ਸਾਡੇ ਬਹੁਤ ਪੁਰਾਣਾ, ਲਾਇਲਪੁਰ ਸਾਡੇ ਆਲੇ ਦੁਆਲੇ ਵਸਿਆ ਹੋਇਆ ਵੀਰ। ਲਾਇਲਪੁਰ ਉਹ ਦੇਖੋ ਤੁਸੀਂ, ਉਹ ਖਾਲਸਾ ਕਾਲਜ ਕਿਵੇਂ ਉੱਥੋਂ ਤੁਰਦੇ ਨੇ, ਫਿਰ ਤੁਸੀਂ ਦੇਖੋ ਨਾ, ਇਹ ਗੱਲਾਂ ਜਿਹੜੀਆਂ ਨੇ ਜਦੋਂ ਆਪਾਂ ਇਹਨਾਂ ਦੀ ਲੜੀ 'ਚ ਜਾਣ ਲੱਗਦੇ ਹਾਂ ਤਾਂ ਮੈਂ ਸਾਧੂ ਆਸ਼ਰਮ ਦੇਖਦਾ ਜਿਹੜਾ ਹੁਸ਼ਿਆਰਪੁਰ ਤੋਂ ਕਿੱਦਾਂ ਲੋਕ ਉਹ ਸਾਰਾ ਲੱਦ ਕੇ ਲਿਆਏ ਹੋਣਗੇ, ਉਹ ਖਜ਼ਾਨਾ ਜਿਹੜਾ ਹੈ। ਮੈਨੂੰ ਉੱਥੇ ਅਸੀਂ ਮਿੱਥਾਂ 'ਚ ਨਾ ਵੀ ਜਾਈਏ, ਭਗਵਾਨ ਰਾਮ ਹੋਰਾਂ ਦੇ ਜਨਮ ਪੱਤਰ ਹਨਾ, ਉਹ ਨਕੁਲ ਸਹਿਦੇਵ ਦੀਆਂ ਰਿਸਰਚਿਸ ਜਿਹੜੀਆਂ ਨੇ ਉਹ ਮੈਨੂੰ ਮਿਲੀਆਂ ਉੱਥੇ ਸਾਧੂ ਆਸ਼ਰਮ ਦੇ ਵਿੱਚ। ਇਸੇ ਤਰ੍ਹਾਂ ਜਿਸ ਵੇਲੇ ਫਿਰ ਬਟਵਾਰਾ ਹੋਇਆ ਆਪਣਾ, ਤਾਂ ਭਾਈ ਪਹਿਲਾਂ ਰਾਜਧਾਨੀ ਤਾਂ ਜਲੰਧਰ ਨੂੰ ਬਣਾਇਆ ਗਿਆ ਪੰਜਾਬ ਦੀ, ਹਨਾ, ਤੇ ਇੱਥੋਂ ਸਾਰਾ ਕਾਰੋਬਾਰ ਇੱਥੋਂ ਫਿਰ ਸ਼ਿਮਲੇ ਗਿਆ, ਸ਼ਿਮਲੇ ਤੋਂ ਫਿਰ ਚੰਡੀਗੜ੍ਹ ਜਿਹੜਾ ਹੈ ਉਹ ਜਲੰਧਰ ਦੇ ਵਿੱਚ ਅਜੇ ਵੀ ਉਹ ਸਾਰੇ ਦੇ ਸਾਰੇ, ਜਿੱਥੇ DC ਦੀ ਕੋਠੀ ਹੈ, ਜਿੱਥੇ ਸੈਸ਼ਨ ਜੱਜ ਹੈ, ਜਿੱਥੇ SSP ਹੈ, ਉਹ ਸਾਰਾ ਕਿਵੇਂ CM ਹਾਊਸ ਬਣਨਾ ਸੀ, ਜਾਂ ਉਹਦੇ ਪੋਲੀਟੀਕਲ ਰੀਜ਼ਨਿੰਗ 'ਚ ਆਪਾਂ ਨਾ ਵੀ ਜਾਈਏ ਤਾਂ ਜਲੰਧਰ ਫਿਰ ਬਹੁਤ ਮਹੱਤਵਪੂਰਨ। ਜਲੰਧਰ ਦੇ ਵਿੱਚ ਜਿਹੜੀ ਡਿਸਟ੍ਰਿਕਟ ਲਾਇਬ੍ਰੇਰੀ ਆ, ਗੁਰੂ ਨਾਨਕ ਦੇਵ ਜ਼ਿਲ੍ਹਾ ਲਾਇਬ੍ਰੇਰੀ, ਬਹੁਤ ਵੱਡੀ ਲਾਇਬ੍ਰੇਰੀ ਆ। ਮੁਨਸੀਪਲ ਕਾਰਪੋਰੇਸ਼ਨ ਦੀ ਲਾਇਬ੍ਰੇਰੀ ਹੁੰਦੀ ਸੀਗੀ, ਕਾਰਪੋਰੇਸ਼ਨ ਵਾਲਿਆਂ ਨੇ ਉਹ ਕਿਤਾਬਾਂ ਕਿੱਥੇ ਸੈੱਟ ਕੀਤੀਆਂ ਆਈ ਡੋਂਟ ਨੋ। ਨਵੀਂ ਬਿਲਡਿੰਗ ਬਣ ਗਈ ਆ ਔਰ ਡਿਸਟਰੋਏ ਕਰ ਦਿੱਤੀਆਂ ਸਾਰੀਆਂ ਕਿਤਾਬਾਂ।
ਸੋ ਇਹ ਬਹੁਤ ਸਾਰੀਆਂ ਗੱਲਾਂ ਐਸੀਆਂ ਜੁੜੀਆਂ ਹੋਈਆਂ ਹੁੰਦੀਆਂ ਨੇ, ਨਿੱਕੀਆਂ ਜੇ ਕਰਨ ਲੱਗੀਆਂ, ਬੜੀਆਂ ਮਹੱਤਵਪੂਰਨ ਹੁੰਦੀਆਂ ਨੇ ਇਹ ਗੱਲਾਂ। ਪਰ ਮੇਰੇ ਖਿਆਲ ਦੇ ਨਾਲ ਕਾਫੀ ਜੇ ਕੋਈ ਹੋਰ ਸਵਾਲ ਹੈ। ਸਾਡੇ ਇੱਥੇ ਲੈਲਪੁਰ ਦੇ ਵਿੱਚ ਜਿਹੜਾ ਹੈ ਉਹ ਜਲੰਧਰ ਤੋਂ ਬਹੁਤ ਸਾਰੇ ਲੋਕ ਆਏ ਨੇ, ਤੇ ਜਲੰਧਰ ਦਾ ਕੋਈ ਪੁਰਾਣਾ ਲੈਲਪੁਰ ਦੇ ਨਾਲ ਤਲਕ ਤੁਸੀਂ ਦੱਸ ਸਕਦੇ ਹੋ ਕਿ ਕੀ ਹੈ? ਖਾਸ ਕਰ ਸਾਡੇ ਇੱਥੇ ਹਰਾਈ ਬਰਾਦਰੀ ਬਹੁਤ ਜ਼ਿਆਦਾ ਜਿਹੜੀ ਹੈ ਜਲੰਧਰ ਤੋਂ ਆਈ ਹੈ, ਜਿਹੜੀ ਲੈਲਪੁਰ ਤੋਂ ਲੈ ਕੇ ਟੋਬਾ ਟੇਕ ਸਿੰਘ ਤੱਕ ਸਾਰੀ ਵਸੀ ਹੈ। ਪਾਰਟੀਸ਼ਨ ਤੋਂ ਪਹਿਲੇ ਵੀ ਆਏ ਔਰ ਉਸ ਤੋਂ ਬਾਅਦ ਵੀ ਆਏ। ਮੇਰੀ ਤੁਹਾਡੀ ਮੇਰੀ ਇੱਕ ਉਹ ਹੈ, ਮੈਂ ਤੁਹਾਨੂੰ ਮੈਂ ਇਹ ਦੱਸਾਂ, ਮੈਂ ਕਿਉਂਕਿ ਜਲੰਧਰ ਸ਼ਹਿਰ 'ਚ ਨਹੀਂ ਸੀ, ਮੈਂ ਤਾਂ ਮੈਨੂੰ ਜਲੰਧਰ ਸ਼ਹਿਰ ਆਇਆ 15 ਸਾਲ ਹੋ ਗਏ ਨੇ, ਤੇ ਉਦੋਂ ਤੱਕ ਬਹੁਤ ਕੁਝ ਬਦਲ ਗਿਆ। ਪਰ ਮੈਂ ਜਦੋਂ ਇਮਾਮ ਨਾਸਰ ਜਾਂਦਾ ਆ ਤੇ ਉੱਥੇ ਜਿਹੜੇ ਕੋਈ ਬਜ਼ੁਰਗ ਉੱਧਰੋਂ ਆਏ ਹੁੰਦੇ ਨੇ, ਤੁਹਾਡੇ ਇੱਧਰੋਂ ਪਾਕਿਸਤਾਨ ਦੇ ਵਿੱਚੋਂ ਲਾਇਲਪੁਰ ਤੋਂ, ਲਾਹੌਰ ਤੋਂ ਜਾਂ ਕਿਤੇ ਵੀ ਆਏ ਹੁੰਦੇ ਨੇ, ਜਿਹੜੇ ਜਲੰਧਰ ਤੋਂ ਉੱਜੜ ਕੇ ਗਏ ਨੇ, ਜਿਹੜੇ ਰੋਂਦੇ ਨੇ, ਜਿਨ੍ਹਾਂ ਦੇ ਹੰਝੂ ਸੁੱਕ ਗਏ ਨੇ, ਤਾਂ ਉਹਦੇ ਵਿੱਚੋਂ ਮੈਨੂੰ ਕਈ ਵਾਰ ਇੱਕ ਦੋ ਬਜ਼ੁਰਗ ਲਾਇਲਪੁਰ ਤੋਂ ਆਏ ਵੀ ਉਹ ਲੱਭੇ ਸੀਗੇ, ਜਿਹੜੀਆਂ ਉੱਥੋਂ ਉਹ ਗੱਲਾਂ ਕਰਦੇ ਸੀਗੇ, ਜਾਂ ਇਮਾਮ ਹੋਰਾਂ ਨੇ ਮੈਨੂੰ ਦੱਸਿਆ ਸੀਗਾ ਕਿ ਇੱਥੋਂ ਸਾਡੇ ਕੋਲ ਉਹ ਬਜ਼ੁਰਗ ਆਉਂਦੇ ਨੇ, ਜਾਂਦੇ ਨੇ, ਬਹੁਤ ਸਾਂਝਾਂ ਨੇ ਉਹਨਾਂ ਦੀਆਂ ਵੀ ਬੜੀਆਂ ਸਾਂਝਾਂ ਇਮਾਮ ਹੋਰਾਂ ਦੇ ਨਾਲ, ਜਾਂ ਹੋਰ ਇੱਥੇ ਜਿਹਨਾਂ ਦੋਸਤਾਂ ਦੇ ਨਾਲ। ਜਿਹੜੀ ਕੱਲ ਮੈਂ ਇੰਦਾਂ ਫੂੰਦਾਂ ਦੀ ਗੱਲ ਕਰ ਰਿਹਾ ਸੀ, ਉਹ ਬਜ਼ੁਰਗ ਦੀਆਂ ਉਹਨੇ ਬੜੀਆਂ ਮੈਨੂੰ ਚਿੱਠੀਆਂ ਦਿਖਾਈਆਂ। ਜਾਂ ਅਜੇ ਵੀ ਸਾਡੇ ਜਿਹੜੇ ਸਿਆਲਕੋਟੀ ਆਏ ਹੋਏ ਨੇ, ਨੋਟ ਓਨਲੀ ਲਾਇਲਪੁਰ, ਜਿਹੜੇ ਸਿਆਲਕੋਟ ਤੋਂ ਆਏ ਹੋਏ ਨੇ, ਉਹਨਾਂ ਦੇ ਕੁਝ ਲੋਕ ਜਿਹੜੇ ਉੱਧਰ ਰਹਿ ਗਏ ਨੇ, ਜਾਂ ਕੁਝ ਲਾਇਲਪੁਰ ਰਹਿ ਗਏ ਨੇ, ਜਾਂ ਗੁਜਰਾਂਵਾਲਾ ਰਹਿ ਗਏ ਨੇ, ਉਹ ਲੋਕ ਹੁਣ ਆਪਸ ਵਿੱਚ ਹੀ ਜੁੜ ਗਏ ਨੇ। ਮੈਂ ਸਾਮਲ ਧਾਮੀ ਹੋਰੀ ਇੱਕ 47 ਨਾਵਾਂ ਨਾਂ ਦਾ ਉਹ ਕਰਦੇ ਨੇ, ਉਹ ਜਿਹੜੇ ਉੱਧਰੋਂ ਉੱਜੜ ਕੇ ਗਏ, ਇੱਧਰ ਆਏ, ਜੋ ਵੀ ਉਹਨਾਂ ਨਾਲ ਹੋਇਆ ਵਾਪਰਿਆ ਜਿਹੜਾ ਹੈ, ਤਾਂ ਉਹ ਟੋਆਂ ਦਿੰਦੇ ਨੇ। ਉਹਨਾਂ ਦੇ ਹਵਾਲਿਆਂ ਦੇ ਨਾਲ ਵੀ ਮੈਂ ਕਈ ਦੇਖ ਰਿਹਾ ਸੀਗਾ ਕਿ ਉਹ ਲੋਕਾਂ ਦੇ ਬਾਅਦ ਵਿੱਚ ਕਿਵੇਂ ਚਿੱਠੀਆਂ ਪਾਉਂਦੇ ਨੇ ਇੱਕ ਦੂਜੇ ਨੂੰ, ਕਿਵੇਂ ਇੱਕ ਦੂਜੇ ਦੇ ਵਿੱਚ ਜੀਂਦੇ ਨੇ, ਕਿਵੇਂ ਭੈਣਾਂ ਵਿਛੜੀਆਂ ਹੋਈਆਂ 40-45 ਸਾਲ ਦੇ ਬਾਅਦ ਮਿਲ ਜਾਂਦੀਆਂ ਨੇ। ਸੋ ਮੇਰੇ ਖਿਆਲ ਦੇ ਨਾਲ ਕਾਫੀ ਐਸੇ ਹੋਣਗੇ ਲੋਕ ਜਿਹੜੇ ਇੱਧਰ ਧੜਕ ਰਹੇ ਹੋਣਗੇ। ਉਹ ਮੈਨੂੰ ਦੱਸਦੇ ਨੇ, ਕਹਿੰਦੇ ਯਾਰ ਉਹ ਜਦੋਂ ਉਰਸ ਲੱਗਦਾ ਹੈ ਤਾਂ ਸਾਨੂੰ ਉੱਧਰੋਂ ਇੰਨੇ ਸੁਨੇਹੇ ਆਉਂਦੇ ਨੇ, ਜਿਹੜੇ ਜਲੰਧਰੋਂ ਗਏ ਹੋਏ ਨੇ ਮੇਰੇ ਮੁਸਲਿਮ ਭਾਈਚਾਰੇ ਦੇ ਲੋਕ, ਮੇਰੇ ਲੋਕ ਨੇ, ਉਹ ਜਿਹੜੇ ਉਹ ਚੇਤੇ ਕਰਦੇ ਨੇ ਇਮਾਮ ਨਾਸਰ ਦੇ ਉਰਸ ਨੂੰ, ਉਹਨਾਂ ਕਵਾਲੀਆਂ ਨੂੰ, ਉਹ ਸਾਰੀਆਂ ਦੀਆਂ ਸਾਰੀਆਂ ਨੈਚੁਰਲੀ ਖਾਲੀ ਜੀ ਜਿਹੜੇ ਜਲੰਧਰ ਹੀ ਗਏ ਨੇ ਤਾਂ ਜਲੰਧਰ ਧੜਕੇਗਾ, ਤੇ ਜਿਹੜੇ ਇੱਧਰੋਂ ਆਏ ਨੇ, ਲਾਇਲਪੁਰੋਂ ਆਏ ਨੇ, ਸਿਆਲਕੋਟੋਂ, ਯਾਰ ਅੱਜ ਤੁਸੀਂ ਚਲੇ ਜਾਓ, ਡੋਗਰੀ ਤੁਹਾਨੂੰ ਸਮਝ ਨਹੀਂ ਆਉਂਦੀ ਹੈ। ਮਾਫ ਕਰਨਾ, ਮੈਂ ਉਹ ਲਫ਼ਜ਼ ਨਹੀਂ ਬੋਲਣੇ ਚਾਹੁੰਦਾ, ਅਸੀਂ ਦੁਆਬੀਏ ਉਹ ਲਫ਼ਜ਼ ਬੋਲਦੇ ਆ, ਤੇ ਉਹ ਮੈਂ ਇੱਕ ਵਾਰੀ ਬੋਲ ਦਿੱਤਾ ਤੇ ਹਾਏ ਤੌਬਾ ਹੋ ਗਈ। ਮੇਰੇ ਦੋਸਤ ਨੇ ਬੜੇ ਪਿਆਰੇ ਉਹਨਾਂ ਦੇ ਘਰ ਦੇ ਵਿੱਚ ਵੀ, ਯਾਰ ਆਹ ਲਫ਼ਜ਼ ਨਾ ਤੂੰ ਮੁੜ ਕੇ ਬੋਲੀ, ਇਹ ਤੁਹਾਡੇ ਦੁਆਬੀਆਂ ਲਈ ਸਾਊ ਜਿਹਾ ਸ਼ਬਦ ਆ, ਸਾਡੇ ਬੜਾ ਅਸ਼ਲੀਲ ਸ਼ਬਦ ਹੈ। ਤਾਂ ਉਹ ਡੋਗਰੀ ਦੇ ਵਿੱਚ ਉਹ ਸਾਰੀਆਂ ਭਾਸ਼ਾਵਾਂ ਅਜੇ ਵੀ, ਸਿਆਲਕੋਟ ਦੀ ਮਹਿਕ ਤੁਹਾਨੂੰ ਭਾਰਗੋ ਕੈਂਪ ਚੋਂ ਸਿਆਲਕੋਟ ਦੀ ਮਹਿਕ ਆਏਗੀ, ਅਜੇ ਵੀ ਉਹ ਝਾਈਆਂ ਭਾਪੇ ਤੁਹਾਨੂੰ ਗਾਂਧੀ ਕੈਂਪ ਚੋਂ ਉਹ ਆਏਗੀ, ਤੁਹਾਨੂੰ ਗੜੇ ਚੋਂ ਆਏਗੀ, ਤੁਹਾਨੂੰ ਆਰੀਆ ਨਗਰ ਦੇ ਵਿੱਚੋਂ ਆਏਗੀ। ਹਾਲਾਂਕਿ ਇਹਨਾਂ ਸਾਰਿਆਂ ਦੇ ਵਿੱਚੋਂ ਭਾਵੇਂ ਆਰੀਆ ਸਮਾਜ ਦੇ ਮੰਦਿਰ ਹੁਣ ਬੰਦ ਹੋ ਗਏ ਨੇ, ਕਬੀਰ ਦੇ ਮੰਦਿਰ ਖੁੱਲ ਗਏ ਨੇ, ਜ਼ਿਆਦਾ ਆਰੀਆ ਸਮਾਜ ਦੀ ਕਲਪਨਾਵਾਂ ਨੇ ਉੱਥੇ ਹੁਣ ਜ਼ਿਆਦਾ ਉਹ ਨਹੀਂ ਹੁੰਦੀਆਂ ਹੈਗੀਆਂ। ਇਹ ਇੱਕ ਨਵੀਂ ਪੋਲੀਟੀਕਲ ਸੋਸ਼ੋ ਪੋਲੀਟੀਕਲ ਚੇਂਜ ਆਈ ਹੋਈ ਹੈ। ਪਰ ਤੁਹਾਨੂੰ ਡੋਗਰੀ ਤੇ ਸਿਆਲਕੋਟੀ ਉੱਥੇ ਉਹ ਤੁਹਾਨੂੰ ਉਹ ਦਾਲ ਚੌਲ, ਉਹ ਮੈਂ ਤਾਂ ਜਦੋਂ ਉਦਾਸ ਹੋਵਾਂ ਯਾਰ ਸਿਆਲਕੋਟੀਆਂ ਤੋਂ ਕੜੀ ਖਾਣ ਜਾਂਦਾ ਆ, ਤਾਂ ਦੋਸਤਾਂ ਨੂੰ ਇਹ ਵੀ ਦੱਸ ਦਿੰਦਾ, ਜੇ ਕੋਈ ਆਵੇ ਤਾਂ ਮੈਂ ਤੁਹਾਨੂੰ ਸਿਆਲਕੋਟੀਆਂ ਕੋਲੋਂ ਕੜੀ ਖਿਲਾਉਂਗਾ। ਉਹ ਖੂਨ ਚ ਰਚੀਆਂ ਹੋਈਆਂ ਨੇ ਯਾਰ, ਉਹਨਾਂ ਦੇ ਕਮਾਲ ਆ। ਉਹ ਤਾਂ ਐਸੀਆਂ ਰੈਸਪੀਜ਼ ਨੇ। ਸਾਡੀ ਝਾਈ ਸਾਡੇ ਦੋਸਤ ਨੇ ਡਾਕਟਰ ਅਸੀਂ ਹੁਣੇ ਹੋ ਗਈ ਹੈ ਕਾਲੀ ਜੀ, ਅਸੀਂ ਇੱਕ ਵਾਰ ਇਹ ਗੱਲ ਕਰੀਏ ਕਿ ਅਸੀਂ 5 ਮਿੰਟ ਦੇ ਵਿੱਚ ਦੇ ਕੋਈ ਮੇਰੇ ਵਰਗਾ ਨਵਾਂ ਬੰਦਾ ਆਇਆ ਜਿਹਨੇ ਜਲੰਧਰ ਨਹੀਂ ਵੇਖਿਆ, 5 ਮਿੰਟ ਵਿੱਚ ਜਲੰਧਰ ਅਗਰ ਵੇਖਣਾ ਚਾਹੇ, ਉੱਥੇ ਨਵੀਆਂ ਪੁਰਾਣੀਆਂ ਬਿਲਡਿੰਗਸ, ਤੇ ਉੱਥੇ ਕਿਸ ਤਰ੍ਹਾਂ ਅਸੀਂ ਉਹਨੂੰ ਇੱਕ ਨਜ਼ਰ ਚ ਵੇਖ ਸਕਦੇ ਹਾਂ 2-3 ਮਿੰਟ ਦੇ ਵਿੱਚ, ਅਗਰ ਸਾਨੂੰ ਵਿਖਾ ਦਿਓ ਤੇ ਬੜੀ ਮਿਹਰਬਾਨੀ ਹੋਏਗੀ। ਬਹੁਤ ਹੀ ਸੌਖਾ ਹੈ, ਬਹੁਤ ਹੀ ਸੌਖਾ ਆ। ਮੈਂ ਤੁਹਾਨੂੰ ਦੱਸ ਦੇਣਾ, ਤੁਸੀਂ ਬੱਸ ਸਟੈਂਡ ਤੋਂ ਆਓ ਤਾਂ ਵੀ, ਤੇ ਜੇ ਰੇਲਵੇ ਸਟੇਸ਼ਨ ਤੋਂ ਆਓ ਤਾਂ ਵੀ। ਬੱਸ ਸਟੈਂਡ ਤੋਂ ਵੀ 10 ਮਿੰਟ ਦਾ ਰਨ ਹੈ, ਤੇ ਰੇਲਵੇ ਸਟੇਸ਼ਨ ਤੋਂ ਵੀ 10 ਮਿੰਟ ਦਾ। ਤੁਸੀਂ ਸਭ ਤੋਂ ਪਹਿਲਾਂ ਇਮਾਮ ਨਾਸਰ ਜਾਣਾ। ਇਮਾਮ ਨਾਸਰ ਜਿਸ ਵੇਲੇ ਤੁਸੀਂ ਚਲੇ ਗਏ, ਉੱਥੇ ਗੁੜ ਮੰਡੀ ਹੈ, ਉੱਥੇ ਬਾਂਸਾਂ ਵਾਲਾ ਬਾਜ਼ਾਰ ਹੈ, ਉੱਥੇ ਉਹ ਭੀੜੇ ਬਾਜ਼ਾਰ ਨੇ, ਉੱਥੇ ਉਹ ਸਬਜ਼ੀ ਮੰਡੀ ਜਿੱਥੇ ਤੁਹਾਨੂੰ ਮੈਂ ਦੱਸਿਆ ਕਿ ਤਵਾਇਫਾਂ ਦੇ ਕੋਠੇ ਹੁੰਦੇ ਸੀ, ਜਿਹਦੇ ਅਜੇ ਵੀ ਝਰੋਖੇ ਹੈਗੇ ਨੇ। ਤੁਹਾਨੂੰ ਇਮਾਮ ਨਾਸਰ ਦੀ ਬੈਕ ਸਾਈਡ ਦੇ ਉੱਤੇ, ਉਹ ਮੈਂ ਜਿਹੜੀ ਗੱਲ ਕੀਤੀ ਸੀਗੀ ਇਮਾਮ ਨਾਸਰ ਦੀ, ਉਹ ਗੇਟ ਦੀ ਗੱਲ ਕੀਤੀ ਸੀਗੀ, ਤੁਸੀਂ ਇੱਕਦਮ ਉਹਦੇ ਨਾਲ ਜੁੜ ਜਾਓਗੇ। ਤੁਸੀਂ ਉਹਦੀ ਬੈਕ ਸਾਈਡ ਤੇ ਜਾਓਗੇ ਤਾਂ ਉਹ ਨੌਰੀਆਂ ਮੰਦਿਰ ਹੈ, ਜਿੱਥੇ ਰਾਮ ਪਰਿਵਾਰ ਦੀ ਅਸ਼ਟਧਾਤ ਦੀ ਮੂਰਤੀ
ਪ੍ਰਾਚੀਨ ਮੰਦਿਰ ਹੈ, ਉਹਦੀ ਆਰਕੀਟੈਕਚਰਲ ਡਿਜ਼ਾਈਨਿੰਗ ਦੇਖਣ ਵਾਲੀ ਹੈ। ਅਸ਼ਟਧਾਤ ਦੀ ਮੂਰਤੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰੀ ਸਟੈਂਪ ਲੱਗ ਕੇ ਉੱਥੇ ਭੇਟਾ ਹੋਈ ਆ, ਤੁਸੀਂ ਉਹਦੇ ਦਰਸ਼ਨ ਕਰ ਸਕਦੇ ਆ। ਤੁਸੀਂ ਇਮਾਮ ਨਾਸਰ ਦੇ ਮੱਥੇ ਤੇ ਜੇ ਨਿਕਲੋਗੇ ਤਾਂ ਹਾਲਾਂਕਿ ਉਹ ਮਾਰਕੀਟਾਂ ਬਣ ਗਈਆਂ ਨੇ, ਬਟ ਉਹ ਸਾਰੀਆਂ ਬਿਲਡਿੰਗ ਜਿੱਥੇ ਪਠਾਨ ਰਹਿੰਦੇ ਸੀਗੇ ਉਹਨਾਂ ਦੇ ਵਿੱਚ 2-3 ਗਲੀਆਂ ਦੇ ਵਿੱਚ ਤੁਸੀਂ ਐਸੀਆਂ ਉਹਨਾਂ ਦੀ ਆਰਕੀਟੈਕਚਰਲ ਡਿਜ਼ਾਈਨਿੰਗ ਦੇਖ ਸਕੋਗੇ। ਉਹਨਾਂ ਦੀ ਵਾਲ ਪੇਂਟਿੰਗਸ ਅਜੇ ਤੱਕ ਨੇ, ਉਹ ਸੈਂਕੜੇ ਸਾਲਾਂ ਦੀਆਂ ਤੁਸੀਂ ਦੇਖੋ ਉਹ ਵਾਲ ਪੇਂਟਿੰਗਸ ਜਿਹੜੀਆਂ ਨੇ, ਔਰ ਗਜਬ ਦੀਆਂ ਉਹਨਾਂ ਦੀ ਮੈਂ ਉਹਦੀ ਸਿਫਤ ਸਲਾਹ ਦੇ ਵਿੱਚ ਨਾ ਵੀ ਜਾਵਾਂ ਤਾਂ ਤੁਸੀਂ ਉਹਦੀ ਮੈਥੋਲੋਜੀ, ਉਹਦੀ ਕਲਚਰਲ ਆਇਡੈਂਟੀਟੀ, ਉਹਦੀ ਕਲਪਨਾਵਾਂ, ਉਹਨਾਂ ਦਾ ਉਡਾਣਾ, ਉਹ ਤੁਹਾਨੂੰ ਸਾਰੀਆਂ ਹੀ ਦਿਖ ਜਾਣਗੀਆਂ। ਤੁਸੀਂ ਪੈਦਲ ਹੀ ਚੱਲਦਿਆਂ ਨੇ ਮਾਈ ਹੀਰਾ ਗੇਟ ਨੂੰ ਪੈ ਜਾਓਗੇ ਤਾਂ ਐਸੀ ਇਮਾਰਤ ਸਾਜ਼ੀ ਤੁਹਾਨੂੰ ਉਹਦੇ ਉੱਤੇ ਘੱਟੋ ਘੱਟ ਨਹੀਂ ਤੇ 10 ਐਸੀਆਂ ਇਮਾਰਤਾਂ, ਜਿਨ੍ਹਾਂ ਵਿੱਚ 2-4 ਢਹਿਣ ਲੱਗ ਪਈਆਂ ਨੇ, 1-2 ਢਹਿ ਵੀ ਗਈਆਂ ਨੇ, 10 ਐਸੀਆਂ ਇਮਾਰਤਾਂ ਤੁਹਾਨੂੰ ਦਿਖ ਜਾਣਗੀਆਂ। ਜੇ ਤੁਸੀਂ ਆਉਂਦੇ ਨਹੀਂ ਤਾਂ ਜਾਂਦੀ ਵਕਤ ਚੱਲ ਜਾਓਗੇ ਤਾਂ ਭਗਤ ਸਿੰਘ ਚੌਕ ਦੇ ਲਾਗੇ ਤੁਹਾਨੂੰ KL ਸਹਿਗਲ ਹੋਰਾਂ ਦਾ ਉਹ ਘਰ ਮਿਲ ਜਾਏਗਾ, ਬੜਾ ਹਿਸਟੋਰੀਕਲ ਘਰ ਹੈ। ਜੇ ਤੁਸੀਂ ਇਮਾਮ ਨਾਸਰ ਆਉਣ ਤੋਂ ਪਹਿਲਾਂ ਬੱਸ ਅੱਡੇ ਤੋਂ ਆਉਂਦੇ ਹੋ ਤਾਂ ਤੁਹਾਨੂੰ ਰਾਹ ਦੇ ਵਿੱਚ ਦੇਸ਼ ਭਗਤ ਯਾਦਗਾਰ ਹਾਲ ਵੀ ਮਿਲ ਜਾਏਗਾ, ਜਿਹਦੀ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਮੈਂ ਕੱਲ ਡਿਟੇਲ 'ਚ ਦੱਸਿਆ ਸੀਗਾ ਕਿ ਉੱਥੇ ਤੁਹਾਨੂੰ ਗਦਰ ਪਾਰਟੀ ਤੇ ਇਨਕਲਾਬੀ ਤਹਿਰੀਕ ਦੀਆਂ ਸ਼ਹਾਦਤਾਂ, ਡਾਕੂਮੈਂਟੇਸ਼ਨਸ, ਪੋਇਟਰੀ, ਰਿਚ ਲਾਇਬ੍ਰੇਰੀ। ਮੈਂ ਉਸ ਲਾਇਬ੍ਰੇਰੀ ਦਾ ਬੜਾ ਲਾਹਾ ਲਿਆ। ਮੈਂ ਤਾਂ ਉੱਥੇ ਹਿਸਟਰੀ ਉਹਨਾਂ ਦੀ ਸਬ ਕਮੇਟੀ ਦੇ ਵਿੱਚ ਜੌਬ ਵੀ ਕਰਦਾ ਸੀ, ਮੈਂ ਉੱਥੇ ਬਾਬਿਆਂ ਦੀ ਸੇਵਾ ਕਰਦਾ ਸੀ। ਤਾਂ ਮੈਨੂੰ ਲੱਗਦਾ ਇਹਦੇ ਵਿੱਚ ਹੀ ਉਹ ਤੁਸੀਂ ਉਸੇ ਘੇਰੇ ਦੇ ਵਿੱਚ ਫਿਰ ਜੇ ਦੇਵੀ ਤਲਾਬ ਮੰਦਿਰ ਨੂੰ ਵੀ ਤੁਸੀਂ ਦੇਖ ਸਕਦੇ ਆ। ਕੋਟ ਕਿਸ਼ਨ ਚੰਦ ਦੀਆਂ ਗੱਲਾਂ ਹੁੰਦੀਆਂ ਨੇ, ਨਾਲ ਹੀ ਹੈ ਵਾਕਿੰਗ ਡਿਸਟੈਂਸ ਦੇ ਉੱਤੇ ਹੀ ਤੁਸੀਂ ਉਹ ਜਲੰਧਰ ਦੇ ਅੰਦਰਲੇ ਉਹ ਤੁਹਾਨੂੰ ਕਿਲੇ ਮਹੱਲੇ ਦੇ ਵਿੱਚੋਂ ਦੀ ਲੰਘਣਾ ਪੈਣਾ ਤੇ ਤੁਹਾਨੂੰ ਉਹ ਉੱਚੀ ਢੋੜੀ ਚੜ੍ਹਦਿਆਂ ਨੂੰ ਮਹਿਸੂਸ ਹੋ ਜਾਏਗਾ ਕਿ ਭਾਈ ਹਾਂ ਇੱਥੇ ਕਿਲਾ ਸੀ। ਹੁਣ ਕਿਲੇ ਦਾ ਵਿਸ਼ੇਸ਼ ਭਾਵੇਂ ਕੋਈ ਵੀ ਨਾ ਦਿਖਦਾ ਹੋਵੇ, ਪਰ ਜਦੋਂ ਤੁਸੀਂ ਅੱਧਾ ਕਿਲੋਮੀਟਰ ਤਾਂ ਨੂੰ ਚੜ੍ਹਦੇ ਆ ਤਾਂ ਤੁਹਾਨੂੰ ਪਤਾ ਲੱਗਦਾ ਉੱਚੀ ਢੋੜੀ ਆ ਤੇ ਤੁਸੀਂ ਕਿਲੇ ਤੋਂ ਕੋਟ ਕਿਸ਼ਨ ਚੰਦ ਨੂੰ ਤੁਸੀਂ ਜਾਂਦੇ ਹੋ, ਉੱਥੇ ਬਰਿੰਦਾ ਦਾ ਮੰਦਿਰ ਉਹਨਾਂ ਨੇ ਬਣਾਤਾ। ਹੁਣ ਉਹ ਤੁਹਾਨੂੰ ਜਲੰਧਰੀ ਪਾਦ ਦਾ ਮੱਠ ਜਿਹਨੂੰ ਮੈਂ ਕਹਿੰਦਾ ਆ, ਜਾਂ ਉਹ ਜਲੰਧਰ ਰਾਖਸ਼ ਵਾਲਾ ਮੰਦਿਰ ਤਾਂ ਨਹੀਂ ਲੱਭਦਾ, ਬਟ ਉਹ ਬਰਿੰਦਾ ਦੇ ਮੰਦਿਰ ਤੇ ਤੁਸੀਂ ਤੁਲਸੀ ਦੇ ਮੰਦਿਰ ਦੇ ਤੁਸੀਂ ਦਰਸ਼ਨ ਕਰ ਸਕਦੇ ਆ। ਜਲੰਧਰ ਕੋਲ ਬਹੁਤਾ ਲੰਬਾ ਚੌੜਾ ਤੁਹਾਨੂੰ ਇਹਨੂੰ ਘੁੰਮਣ ਘੇਰੀਆਂ ਦੇ ਵਿੱਚ ਨਹੀਂ ਪੈਣਾ ਪਏਗਾ, ਕਿਉਂਕਿ ਮੈਂ ਜਦੋਂ ਹਿਸਟਰੀ ਦੀ ਗੱਲ ਕਰਦਾ ਸੀਗਾ ਤਾਂ ਮੈਂ ਤੁਹਾਨੂੰ 20 ਕਿਲੋਮੀਟਰ ਪਰਲੇ ਬੰਨੇ ਨੂੰ ਧੋਬੀ ਵੀ ਲੈ ਗਿਆ ਤੇ 10 ਕਿਲੋਮੀਟਰ ਪਰੇ ਨੂੰ ਮਿੱਠਾਪੁਰ ਵੀ ਲੈ ਗਿਆ ਤੇ 4 ਕਿਲੋਮੀਟਰ ਖੁਰਲੇ ਕਿੰਗਰੇ ਵੱਲ ਨੂੰ ਵੀ ਲੈ ਗਿਆ ਤੇ ਨਕੋਦਰ ਵੱਲ ਨੂੰ ਵੀ ਲੈ ਗਿਆ, ਨੂਰ ਮਹਿਲ ਵੱਲ ਨੂੰ ਵੀ ਲੈ ਗਿਆ। ਪਰ ਜੇ ਜਲੰਧਰ ਦੇ ਵਿੱਚ ਤੁਸੀਂ ਲੈਣਾ ਆ ਤੇ ਉੱਥੋਂ ਪਹਿਲਾਂ ਕਿੰਗ ਕੁਲਫੀ ਖਾਓ, ਫਿਰ ਤੁਸੀਂ ਜਦੋਂ ਮਾਈ ਹੀਰਾ ਗੇਟ ਨੂੰ ਆਉਣਾ ਤਾਂ ਮੈਨੂੰ ਆਵਾਜ਼ ਮਾਰ ਲਿਓ, ਆਪਾਂ ਜੈਨ ਵਾਲਿਆਂ ਕੋਲੋਂ ਭੱਲੇ ਛਕ ਸਕਦੇ ਆ। ਦਹੀਂ ਭੱਲੇ ਉੱਤੇ ਬੜੇ ਗਜਬ ਦੇ ਹੁੰਦੇ ਆ ਤੇ ਜੇ ਭੁੱਖ ਲੱਗ ਗਈ ਤਾਂ ਭਾਈ ਫਿਰ ਮਾਈ ਹੀਰਾ ਗੇਟ ਦੇ ਵਿੱਚ ਭਟੂਰੇ ਬੜੇ ਵਧੀਆ ਬਣਦੇ ਆ। ਤੇ ਜੇ ਉੱਥੋਂ ਤੁਸੀਂ ਭੈਰੋ ਮੰਦਿਰ ਨੂੰ ਉਤਰ ਜਾਓ ਤਾਂ ਜਿਹੜੀਆਂ ਮੈਂ ਪੂੜੀਆਂ ਵਾਲਿਆਂ ਦੀਆਂ ਕਹੀਆਂ ਆ, ਤੁਹਾਨੂੰ ਕੜਾਹ ਕਤਲੰਮਾ ਕਿਹਾ, ਉਹਦੇ ਨਾਲ ਹੀ ਕੜੀ ਵਾਲਾ ਚੌਂਕ ਹੈ, ਨਾਲ ਹੀ ਭਾਂਡਿਆਂ ਦਾ ਬਾਜ਼ਾਰ ਹੈ। ਉਹ ਬਾਜ਼ਾਰ ਯੂਨੀਕ ਹੈ ਆਪਣੇ ਆਪ ਦੇ ਵਿੱਚ, ਕਿੱਦਾਂ ਉਹ ਕਈਆਂ ਬਣਾਉਂਦੇ ਨੇ ਉਹ ਜਿਨ੍ਹਾਂ ਤੇ ਬਾਣੀਆਂ ਨੇ ਹਿਸਾਬ ਲਿਖਣਾ ਹੁੰਦਾ ਹੈ, ਚੋਰੀਆਂ ਠੱਗੀਆਂ ਲਿਖਣੀਆਂ ਹੁੰਦੀਆਂ ਆਪਣੀਆਂ। ਉਹ ਭਾਂਡਿਆਂ ਵਾਲਾ ਬਾਜ਼ਾਰ ਇਟਸੈਲਫ ਆਪਣੇ ਆਪ ਦੇ ਵਿੱਚ ਜਿਹੜਾ ਹੈ ਉਹ ਬੜਾ ਇੰਟਰਸਟਿੰਗ। ਨਾਲ ਹੀ ਮੀਨਾ ਬਾਜ਼ਾਰ ਹੈ, ਨਾਲ ਹੀ ਰੌਣਕ ਬਾਜ਼ਾਰ ਹੈ, ਜਿਹਨੂੰ ਰੈਣਕ ਵੀ ਕਹਿੰਦੇ, ਰੌਣਕ ਵੀ ਕਹਿ ਦਿੰਦੇ ਨੇ। ਅੱਜ ਕੱਲ੍ਹ ਤਾਂ ਨਹੀਂ ਹੁਣ ਰੌਣਕ ਲੱਗਦੀ, ਕੋਵਿਡ ਨੇ ਸਾਰਾ ਚੌਪਟ ਕੀਤਾ ਹੋਇਆ ਹੈ, ਪਰ ਇਹ ਬੜਾ ਰੌਣਕੀਲਾ ਹੈ ਸਾਰਾ ਕੁਛ ਜਲੰਧਰ। ਸੋ ਤੁਸੀਂ ਵਾਕਿੰਗ ਡਿਸਟੈਂਸ ਦੇ ਉੱਤੇ ਹੀ ਇਹਨੂੰ ਜਲੰਧਰ ਨੂੰ ਇੰਟੀਰੀਅਰ ਜਲੰਧਰ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ। ਔਰ ਕੋਈ ਐਡੀ ਗੱਲ ਵੀ ਨਹੀਂ ਕਿ ਤੁਸੀਂ ਇੱਕ ਦਿਨ ਦੇ ਵਿੱਚ ਕਰ ਸਕਦੇ ਹੋ ਜਲੰਧਰ ਨੂੰ ਦੇਖ। ਜੀ ਸਰ, ਅੱਜ ਦੇ ਪ੍ਰੋਗਰਾਮ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਜਿਹੜੇ ਨਾਲ ਅੱਗੇ ਵੀ ਜੁੜੇ ਰਹੋ। ਅਸੀਂ ਲਾਲਪੁਰ ਜਦੋਂ ਇੱਥੇ ਕਾਮਰੇਡਾਂ ਦੀਆਂ ਮੀਟਿੰਗਸ ਹੁੰਦੀਆਂ ਸਨ ਤੇ ਅਸੀਂ ਇੱਥੇ ਆਉਂਦੇ ਸਨ ਤੇ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਏਡੀ ਸੀਰੀਅਸ ਗੁਫ਼ਤਗੂ ਤੋਂ ਕੱਢ ਕੇ ਤੇ ਬਾਹਰ ਲਿਆਉਣਾ ਪੈਂਦਾ ਸੀ ਕਿ ਲੋਕੀ ਸ਼ਹਿਰ ਵੇਖਣ ਆਏ। ਤੇ ਤੂੰ ਭਾਈ ਉਹਨਾਂ ਨੂੰ ਨਾਥ ਜੋਗੀ ਜੇ ਦਿਖਾਈ ਜਾਂਦਾ। ਉਹ ਖੈਰ ਪਤਾ ਨਹੀਂ ਯਾਰ, ਇੰਨੇ ਗੰਭੀਰ ਹੋ ਜਾਂਦੇ। ਹੱਸਣਾ ਚਾਹੀਦਾ ਵੈਸੇ ਸਾਨੂੰ ਕਿਤੇ ਕਿਤੇ, ਹਨਾ ਸਾਰਿਆਂ ਨੂੰ। ਵੈਸੇ ਮੈਂ ਹੱਸ ਲੈਣਾ ਇੱਕ ਸੈਕਿੰਡ ਚ ਮੈਂ ਤੁਹਾਨੂੰ ਮੇਰੀ ਬੇਟੀ ਨੇ ਅੱਜ ਮੈਨੂੰ ਇੱਕ ਚੁਟਕਲਾ ਸੁਣਾਇਆ। ਉਹ ਕਹਿੰਦੀ ਡੈਡਾ
ਉਹ ਕਾਰਡ ਦੇ ਉੱਤੇ ਬਰਾਤ ਲਿਖ ਦਿੱਤਾ ਵੀ ਜਿਹੜੇ ਦਾਰੂ ਪੀਣ ਵਾਲੇ ਹੁਣ ਬਰਾਤੇ ਨਾ ਆਉਣ, ਹਦਾਇਤ ਲਿਖ ਦਿੱਤੀ ਜਿਹੜੇ ਦਾਰੂ ਪੀਣ ਵਾਲੇ ਹੋਣ ਬਰਾਤੇ ਨਾ ਆਉਣ, ਕਾਰਡ ਤੇ ਹਦਾਇਤ ਲਿਖਤੀ। ਤੇ ਮੈਂ ਕਿਹਾ ਇਹ 'ਚ ਕੀ ਨਵਾਂ ਕੰਮ ਹੈ, ਇਹ ਕੀ ਅਨੋਖਾ, ਫੇਰ ਕੀ ਹੋਇਆ, ਇਹ ਤਾਂ ਲਿਖ ਸਕਦੇ ਆ ਕੋਈ ਵੀ। ਕਹਿੰਦੀ ਨਹੀਂ, ਦੂल्हा ਹੀ ਨਹੀਂ ਆਇਆ। ਉਹ ਮੇਰੇ ਬੱਚੇ ਮੈਨੂੰ ਹਸਾ ਦਿੰਦੇ ਹੈ ਨਾ। ਥੈਂਕ ਯੂ ਡੀਅਰ, ਥੈਂਕ ਯੂ, ਗੋਡ ਬਲੈਸ ਯੂ ਸਾਰਿਆਂ ਨੂੰ, ਤੁਹਾਡੀ ਪਰਮਾਤਮਾ ਸਭ ਦਾ ਚੜ੍ਹਦੀ ਕਲਾ। ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਅੱਜ ਸਾਡੇ ਨਾਲ ਰਲਣ ਵਾਸਤੇ, ਔਰ ਅੱਜ ਦੇ ਅਸੀਂ ਬਹੁਤ ਜ਼ਿਆਦਾ ਸ਼ੁਕਰੀਆ ਕਰਨੇ, ਥੈਂਕਸ ਕਹਿੰਦੇ ਆ ਦੇਸਰਾਜ ਕਾਲੀ ਜੀ ਨੂੰ ਕਿ ਉਹਨਾਂ ਅੱਜ ਟਾਈਮ ਦਿੱਤਾ, ਔਰ ਅੱਜ ਦਾ ਇੱਕ ਬਹੁਤ ਸਪੈਸ਼ਲ ਜਿਹੜਾ ਸਾਡਾ ਪ੍ਰੋਗਰਾਮ ਸੀ ਉਹ ਹੋਇਆ। ਜਲੰਧਰ ਦਾ ਲੈਲਪੁਰ ਦੇ ਨਾਲ ਬੜਾ ਪੁਰਾਣਾ ਤਲਕ, ਸਾਡੇ ਇੱਥੇ ਬਹੁਤ ਸਾਰੇ ਜਲੰਧਰ ਦੇ ਲੋਕੀ ਰਹਿੰਦੇ ਨੇ, ਸੋ ਇਹ ਗੱਲਬਾਤ ਅੱਜ ਸੁਣਨ ਵਾਸਤੇ ਆਏ ਵੀ ਕਾਫੀ ਸਾਰੇ ਲੋਕੀ ਸਾਡੇ, ਉਹਨਾਂ ਸਾਰਿਆਂ ਦਾ ਬਹੁਤ ਸ਼ੁਕਰੀਆ। ਜਿਹੜੇ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਨ ਜੁੜੇ ਹੋਏ, ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਜਿਹੜੇ YouTube ਤੇ ਸਾਨੂੰ ਵੇਖ ਰਹੇ ਸੀ, ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਹੀ ਸ਼ਹਿਰਾਂ ਦੀ ਜਿਹੜੀ ਇਹ ਸੀਰੀਜ਼ ਹੈ, ਅਸੀਂ ਉਹਨੂੰ ਚਲਾ ਕੇ ਰੱਖਾਂਗੇ। ਮੈਂ ਸਾਰੇ ਦੋਸਤ ਜਿਹੜੇ ਸੁਣਨ ਵਾਲੇ ਨੇ, ਉਹਨਾਂ ਨੂੰ ਇੱਕ ਰਿਕੁਐਸਟ ਜ਼ਰੂਰ ਕਰਾਂਗਾ ਕਿ ਆਪਣੇ ਸ਼ਹਿਰ ਦੇ ਬੰਦੇ, ਜਿਨ੍ਹਾਂ ਦਾ ਸ਼ਹਿਰ ਉੱਤੇ ਅੱਛਾ ਕੰਮ ਹੋਵੇ, ਚੰਗਾ ਕੰਮ ਹੋਵੇ, ਔਰ ਪੰਜਾਬ ਦੀ ਤਾਰੀਖ ਦੇ ਵਿੱਚ ਉਹ ਹਿਸਟੋਰੀਕਲ ਸਿਟੀਜ਼ ਹੋਣ, ਸਾਰੀਆਂ ਸ਼ਹਿਰਾਂ ਦੀ ਤਾਰੀਖ ਹੁੰਦੀ ਹੈ, ਸੋ ਉਹ ਅਗਰ ਸਾਨੂੰ ਸੁਜੈਸਟ ਕਰਨ ਆਪਣੇ ਇਲਾਕੇ ਤੋਂ ਲੋਕੀ, ਤੇ ਅਸੀਂ ਉਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰਾਂਗੇ, ਔਰ ਉਹਨਾਂ ਨੂੰ ਆਪਣੀ ਜਿਹੜੀ ਅਸੀਂ ਸਿਟੀ ਐਜ਼ ਇਟ ਵਾਸ ਦੀ ਜਿਹੜੀ ਚੀਜ਼ਾਂ ਲਾਈਨ ਅਪ ਕਰ ਰਹੇ ਉਹਨਾਂ ਦੇ ਵਿੱਚ ਉਹਨਾਂ ਨੂੰ ਲਵਾਂਗੇ। ਔਰ ਅਸੀਂ ਚਾਹੁੰਦੇ ਕਿ ਅਸੀਂ ਪੰਜਾਬ ਦੇ ਤਮਾਮ ਤਰ ਸ਼ਹਿਰ ਜਿਹੜੇ ਨੇ ਉਹ ਡਾਕੂਮੈਂਟ ਕਰੀਏ, ਪਰ ਉਹਨਾਂ ਦੇ ਨਾਲ ਜਿਸ ਤਰ੍ਹਾਂ ਅੱਜ ਦੀ ਗੱਲਬਾਤ ਸੀ, ਉਹ ਪੂਰੀ ਹਿਸਟਰੀ, ਉਹ ਪੂਰੀ ਗੱਲਬਾਤ ਪੀਪਲਸ ਹਿਸਟਰੀ, ਜੋ ਉਹਦੇ 'ਚ ਲੋਕ ਸੋਚਦੇ ਸੀ ਜਿੱਦਾਂ ਹੋਇਆ, ਉਹਦਾ ਲਿਟਰੇਚਰ ਦਾ ਅੰਗ ਹੋਵੇ, ਉਹਦੀ ਸਾਰੇ ਜ਼ਿਲ੍ਹੇ ਸਿਸਟਮ ਜਿਸ ਤਰ੍ਹਾਂ ਸਾਡੇ ਸਕਾਲਰਸ ਦਾ, ਅਸੀਂ ਬਿਲਕੁਲ ਉਸ ਤਰ੍ਹਾਂ ਹੀ ਚਾਹੁੰਦੇ ਹਾਂ ਜਿੱਦਾਂ ਅਸੀਂ ਅੱਜ ਚਾਹੁੰਦੇ ਹਾਂ ਕਿ ਵੀ ਅੱਜ ਦਾ ਜਿਸ ਤਰ੍ਹਾਂ ਹੋਇਆ, ਜਾਂ ਨੈਣ ਸੁੱਖ ਹੋਰਾਂ ਦਾ, ਜਾਂ ਹੋਰ ਵੀ ਸਾਡੇ ਸਕਾਲਰ ਬਹੁਤ ਸਾਰੇ ਸ਼ੇਖ ਸਾਹਿਬ ਨੇ ਕੀਤਾ, ਔਰ ਹਰਜਿੰਦਰ ਹੋਰਾਂ ਨੇ ਕੀਤਾ, ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਸਕਾਲਰ ਸਾਡੇ ਨਾਲ ਆਏ। ਅਸੀਂ ਚਾਹੁੰਦੇ ਕਿ ਬਿਲਕੁਲ ਇਸੇ ਰੰਗ ਦੇ ਵਿੱਚ ਬਾਕੀ ਜਿਹੜੇ ਸ਼ਹਿਰ ਨੇ ਉਹ ਵੀ ਅਸੀਂ ਡਾਕੂਮੈਂਟ ਕਰ ਸਕੀਏ, ਉਹਨਾਂ ਨੂੰ ਵੀ ਅਸੀਂ ਰਿਕਾਰਡ ਕਰ ਸਕੀਏ, ਉਹਨਾਂ ਦੀ ਹਿਸਟਰੀ ਵੀ ਅਸੀਂ ਕਰ ਸਕੀਏ। ਤੇ ਦੂਜਾ ਨਾਲ ਦੀ ਨਾਲ ਮੈਂ ਜਦੋਂ ਇਹ ਪੋਸਟ ਲਾਈ ਸੀ ਜਲੰਧਰ ਦੇ ਹਵਾਲੇ ਨਾਲ, ਤੇ ਬਹੁਤ ਵੱਡੀ ਤਾਦਾਦ, ਕੋਈ 120-25 ਕਮੈਂਟ ਆਏ ਲੋਕਾਂ ਦੇ ਕਿ ਅਸੀਂ ਜਾਣਾ ਚਾਹੁੰਦੇ, ਅਸੀਂ ਵੇਖਣਾ ਚਾਹੁੰਦੇ ਹਾਂ, ਔਰ ਇਸੇ ਤਰ੍ਹਾਂ ਹੀ ਲੋਕਾਂ ਦੇ ਲਾਈਕ ਔਰ ਲੋਕਾਂ ਦੇ ਮੈਸੇजेस ਈਵਨ ਆਉਣਾ ਸ਼ੁਰੂ ਹੋਏ। ਸੋ ਇਹ ਇੱਕ ਤਰ੍ਹਾਂ ਅਸੀਂ ਕਿਸੇ ਸੀਨੀਅਰ ਸਕਾਲਰ ਦੇ ਰਾਹੀਂ, ਉਹਦੀ ਅੱਖਾਂ ਦੇ ਨਾਲ, ਉਹਦੀ ਗੱਲਬਾਤ ਦੇ ਰਾਹੀਂ ਅਸੀਂ ਪੂਰਾ ਸ਼ਹਿਰ, ਜਿੱਦਾਂ ਇਹਨਾਂ ਨੂੰ ਸਾਨੂੰ ਸ਼ਹਿਰ ਪੂਰਾ ਫੜਾਇਆ ਅੱਜ ਦੇਸਰਾਜ ਕਾਲੀ ਜੀ ਨੇ, ਉਸ ਤੋਂ ਬਾਅਦ ਫਿਰ ਉਹ ਪੂਰਾ ਜਿਹੜਾ 5 ਮਿੰਟ ਦਾ ਜਿਹੜਾ ਅਸੀਂ ਰਾਉਂਡ ਅਸੀਂ ਲਿਆ, ਉਹ ਬਿਲਕੁਲ ਇੰਝ ਹੀ ਲਿਆ ਕਿ ਜਿਸ ਤਰ੍ਹਾਂ ਅਸੀਂ ਉਸ ਸ਼ਹਿਰ ਥਾਣੀ ਗੁਜ਼ਰੇ ਹਾਂ। ਸੋ ਇਹ ਦਿਲ ਦੋਸਤਾਂ ਦੇ ਸਾਹਮਣੇ ਵੀ ਮੈਂ ਰਿਕੁਐਸਟ ਰੱਖਣੀ ਸੀ, ਔਰ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਬਹੁਤ ਸ਼ੁਕਰੀਆ। ਦੂਸਰਾ ਪਲੀਜ਼ ਇਹਨੂੰ ਤੁਸੀਂ ਸ਼ੇਅਰ ਵੀ ਕਰ ਦਿਓ, ਔਰ ਦੋਸਤਾਂ ਨੂੰ ਵੀ ਦੱਸਣਾ ਕਿ ਉਹ ਆਉਣ। ਅਸੀਂ 2 ਦਿਨ, ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਨੈਕਸਟ ਵੀਕ ਦੇ ਵਿੱਚ ਅਸੀਂ ਜਿਹੜੇ PhD ਸਟੂਡੈਂਟਸ ਨੇ ਉਹਨਾਂ ਦੇ ਸੈਮੀਨਾਰ ਵਾਸਤੇ ਅਸੀਂ ਕਾਲ ਫॉर ਸੈਮੀਨਾਰ ਅਸੀਂ ਪਬਲਿਸ਼ ਕਰ ਦਿਆਂਗੇ ਆਪਣੇ ਫੇਸਬੁੱਕ ਅਕਾਊਂਟ ਤੇ, ਔਰ ਸਾਰੇ ਸਕਾਲਰਸ ਜਿਹੜੇ ਸਾਡੇ ਨਾਲ ਸੀਨੀਅਰ ਸਕਾਲਰ ਨੇ, ਜਿਹਨਾਂ ਕੋਲ PhD ਸਕਾਲਰਸ ਹੈ ਨੇ, ਅਸੀਂ ਉਹਨਾਂ ਨੂੰ WhatsApp ਵੀ ਕਰ ਦਿਆਂਗੇ, ਔਰ ਇੱਕ ਓਪਨ ਸੱਦਾ ਵੀ ਹੈ ਸਾਰਿਆਂ ਵਾਸਤੇ ਕਿ ਜਿਹੜੇ ਸਾਡੇ ਸਟੂਡੈਂਟ ਜਿਹੜੇ ਨੇ ਪੰਜਾਬ ਦੇ ਉੱਪਰ ਰਿਸਰਚ ਕਰ ਰਹੇ ਨੇ, ਉਹ ਅਗਰ ਆ ਕੇ ਆਪਣਾ 20-25 ਮਿੰਟ ਦਾ ਸਾਡੇ ਨਾਲ ਸੈਮੀਨਾਰ ਕਰਨਾ ਚਾਹਣ, ਤੇ ਅਸੀਂ ਉਹਨਾਂ ਨੂੰ ਵੈਲਕਮ ਕਵਾਂਗੇ, ਖਾਸ ਕਰ ਪੰਜਾਬ ਸਟੱਡੀਜ਼ ਦੇ ਬੱਚਿਆਂ ਨੂੰ। ਔਰ ਅਸੀਂ ਇਹ ਉਹਨਾਂ ਦੇ ਕੋਲ ਕੋਈ ਸਵਾਲ ਨਹੀਂ ਹੋਏਗਾ, ਬਲਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਸਾਡੇ ਸਕਾਲਰਸ ਬੈਠੇ ਨੇ, ਜਿੰਨੇ ਸਾਡੇ ਵਿਊਅਰਸ ਬੈਠੇ ਨੇ, ਅਸੀਂ ਖੁਦ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਆਪਣੇ ਜਿਹੜੇ ਅਦਰ ਸੋਰਸਿਸ ਨੇ, ਜਿੱਦਾਂ ਅਸੀਂ ਬਹੁਤ ਸਾਰੇ ਡਾਕੂਮੈਂਟ ਦੀ ਗੱਲ ਕਰਨੇ ਕਿ ਫਲਾਣੇ ਨੇ ਬਣਾਏ ਆ, ਫਲਾਣੇ ਸਾਡੇ ਕੰਮ ਦੇ ਨਹੀਂ ਹੈ, ਉਹਨਾਂ ਨੇ ਆਪਣੇ ਮਤਲਬ ਦੀਆਂ ਸ਼ਾਮਾਂ ਇਹਦੇ 'ਚ ਰੱਖੀਆਂ। ਸੋ ਅੱਜ ਅਸੀਂ ਇਹ ਸ਼ੁਰੂ ਕਰਨਾ ਚਾਹੁੰਦੇ ਹਾਂ ਕਿ ਅਸੀਂ ਸਾਡੇ ਜਿਹੜੇ ਆਪਣੇ ਜਿਹੜੇ ਸੋਰਸਿਸ ਨੇ, ਉਹਨਾਂ ਨੂੰ ਵੀ ਬੱਚਿਆਂ ਨੂੰ ਦਈਏ, ਉਹਨਾਂ ਨਾਲ ਵੀ ਆਪਣੇ ਸਕਾਲਰਸ ਨੂੰ ਜੋੜੀਏ ਕਿ ਜਿਹੜੇ ਸਾਡੇ ਇੱਥੇ ਦੇ ਜਿਹੜੀਆਂ ਚੀਜ਼ਾਂ ਨੇ ਉਹ ਵੀ ਉਹ ਯੂਜ਼ ਕਰ ਸਕਣ। ਸੋ ਅਸੀਂ ਇਸ ਤਰ੍ਹਾਂ ਇਸ ਚੀਜ਼ ਨੂੰ ਲੈ ਕੇ ਚੱਲਣਾ ਚਾਹੁੰਦੇ ਹਾਂ। ਤੁਹਾਡੀਆਂ ਸੁਜੈਸ਼ਨਸ ਵੀ ਬਹੁਤ ਜ਼ਰੂਰੀ ਨੇ, ਸੁਜੈਸ਼ਨਸ ਵੀ ਜ਼ਰੂਰ ਦੇਣਾ, ਔਰ ਸਕਾਲਰਸ ਦਾ ਵੀ ਦੱਸਣਾ ਜਿਹੜੇ ਆਪਣੇ ਸ਼ਹਿਰਾਂ ਤੇ ਕੰਮ ਕਰ ਸਕਦੇ ਹੋਣ। ਅਸੀਂ ਇੱਕ ਸ਼ਹਿਰਾਂ ਦਾ ਪੂਰਾ ਸ਼ਡਿਊਲ ਜਿਹੜਾ ਉਹ ਇਸ਼ੂ ਕਰ ਦਈਏ। ਅੱਜ ਦੇ ਇਸ ਪ੍ਰੋਗਰਾਮ ਵਿੱਚ ਆਉਣ ਦਾ, ਉਹਦੇ ਵਿੱਚ ਕਮੈਂਟ ਕਰਨ ਦਾ, ਔਰ ਉਹਨੂੰ ਸ਼ੇਅਰ ਕਰਨ ਦਾ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਤੁਹਾਡੀ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਨਾਲ। ਰੱਬ ਰੱਖਾ।